चलो जी ये भी जरूरी है विच सारियां रंग जरूरी ने जो भी हो रहा वो भी जरूरी है वेले कड़े जो बंदा दो हो जाए तो चलो ये हुंदा वा कि कल नूं बैलेंस करना ईजी रहिंदा कथा जिहड़ा वा चलती रही इस तरह ही। बिल्कुल बिल्कुल बहुत वधिया जी इन्ना मतलब जिहड़ा हैगा ना मतलब बाणी जिहड़ी हैगी इस लेवल ते खुल रही आ ते इस तो तां आपां जिहड़े हैगे मैं तां बहुत ही कमाल है जी ये तो बहुत ਇਹ ਬੀਬੀ ਇਹ ਗੁਰਬਾਣੀ ਦੀ ਤੁਕ ਨਹੀਂ ਹੈਗੀ ਆ ਇਹਦੇ ਵਿੱਚ ਫਰਕ ਹੈਗਾ ਫਿਰ ਮੈਂ ਦੱਸੂਗਾ ਮਾਤਾ ਉਹ ਡਾਇਲੋਗ ਜਿਹੜਾ ਤੇਰਾ ਹੈਗਾ ਨਾ ਉਹ ਕਹਿੰਦੇ ਉਹ ਬਾਣੀ 'ਚ ਨਹੀਂ ਲਿਖਿਆ ਕੋਈ ਨਹੀਂ ਲਿਖਿਆ ਪਰ ਹੈ ਨਾ ਆਪਣਾ ਜਿਹੜਾ ਖਾਣ ਨਹੀਂ ਪਾਉਂਦੇ ਤੇ ਖਾਣ ਸਮਝ ਲਓ ਪਿਛਲੇ ਨਹੀਂ ਦੇਖੋ ਕਰੇ ਮਾਲਕ ਨੇ ਆਪਾਂ ਨੂੰ ਦੁਨੀਆ 'ਚ ਭੇਜਿਆ ਜੇ ਕਰੇ ਕਰਾਇਆ ਆਪੇ ਆਪ ਹੈ ਤੇ ਆਪੇ ਲੇਖਾ ਦੇ ਆਪਾਂ ਕਿਉਂ ਲੇਖਾ ਦਈਏ ਫਿਰ ਨਹੀਂ ਉਹ ਹੀ ਕਰਾਉਂਦਾ ਆਪਣੇ ਤੋਂ ਸਭ ਕੁਝ ਲੇਖਾ ਵੀ ਫਿਰ ਆਪ ਹੀ ਦੇ ਮਾਤਾ ਪਤਾ ਕੀ ਹੁੰਦਾ ਵਾ ਹਾਂ ਇਹ ਮਾਤਾ ਪਤਾ ਕੀ ਆ ਇਹ ਏਦਾਂ ਵਾ ਕਿ ਜਿਹੜਾ ਇਹ ਬਾਣੀ ਦੇ ਵਿੱਚ ਜਿਹੜੀ ਗੱਲ ਸਮਝਾਈ ਗਈ ਆ ਇਨਸਾਨ ਜਿਹੜਾ ਵਾ ਇਹ ਬਾਣੀ 'ਚ ਲਿਖਿਆ ਵਾ ਦੱਦਾ ਦੋਸ਼ ਨਾ ਦੀਜੀਏ ਦੋਸ਼ ਕਰਮਾ ਆਪਣਿਆ ਹਾਂਜੀ ਦੱਦਾ ਦੋਸ਼ ਨਾ ਕਰਮਾ ਆਪਣਾ ਹਾਂਜੀ ਇਸ ਤਰ੍ਹਾਂ ਹੁੰਦਾ ਹੈ ਗੋਰਕੀ ਸਾਹਿਬ ਦੱਦਾ ਦੋਸ਼ ਨਾ ਦਿਓ ਕਿਸੇ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਹਾਂ ਇਹ ਮਾਤਾ ਹੁਣ ਇਹ ਕਹਿੰਦੇ ਆ ਕਿ ਜੇ ਤੁਸੀਂ ਚੌਲ ਖਾਦੇ ਆ ਰੋਟੀ ਖਾਦੀ ਆ ਇਹਦੇ ਜ਼ਿੰਮੇਵਾਰ ਤੁਸੀਂ ਜੋ ਪਰਮਾਤਮਾ ਨੇ ਤੇ ਤੁਹਾਨੂੰ ਥੋੜੀ ਕਿਹਾ ਕਿ ਚੌਲ ਖਾ ਲਓ ਕਿ ਰੋਟੀ ਖਾ ਲਓ ਦੋਨੋਂ ਪਈਆਂ ਆਈਟਮਾਂ ਇਹ ਖਾਦੀ ਤੁਸੀਂ ਆ ਇਸ ਲਈ ਜ਼ਿੰਮੇਵਾਰ ਵੀ ਤੁਸੀਂ ਜੀ ਉਹ ਤੇ ਤੇਰਾ ਪੁੱਤ ਡੈਡੀ ਆਂਦਾ ਹੁੰਦਾ ਇਹ ਵੀ ਬੰਦਾ ਜਿਹੜਾ ਤੁਰਦਾ ਨਾ ਉਹਨੂੰ ਵੇਖਣਾ ਚਾਹੀਦਾ ਗਾੜੀ ਕੰਡੇ ਆ ਜਾਂ ਖੂਹ ਆ ਜਾਂ ਕਿਸ ਤਰ੍ਹਾਂ ਵਾ ਟਿੱਬਾ ਵਾ ਟੋਆ ਆਪਣਾ ਧਿਆਨ ਨਾਲ ਕਰੋ ਇਹ ਤੇ ਹੋਣਾ ਬੇ ਪਰਮੇਸ਼ਰ ਨੇ ਦੁਨੀਆ ਧੰਦੇ ਲਾਇਆ ਕਿਸੇ ਰੋਕ ਲਾ ਤਾਂ ਕਿਸੇ ਰਸਤੇ ਪਾਦਾ ਕਿਸੇ ਪਿਆ ਫਿਰਦੇ ਆ ਇਹਦੀ ਵੱਡੀ ਚੀਜ਼ ਬਾਕੀ ਆਖਰ ਦੇ ਤੇ ਮਾਤਾ ਇਹ ਤੇ ਗੱਲ ਤੇਰੀ ਸਹੀ ਆ ਕਿ ਵੈਸੇ ਗੇਮ ਤੇ ਉਹਦੀ ਆ ਬਸ ਆਪਾਂ ਤੇ ਬਸ ਪਿਆਦੇ ਹੈਗੇ ਕੋਈ ਖਾਸ ਹੋਏ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ शुरू करिए जी आप गोरखी साहब शुरू करिए हाँ जी निज्जर साहब की कह रहे थे आप मैं कह रही थी शुरू करिए आप हाँ जी शुरू करिए मैं आवाज नहीं आई शुरू करिए मैं क्या करो हाँ जी हाँ जी करो जी करो करो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ ਜੀ ਹੁਣ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮਾਮਾ ਜੀ ਸਾਰਿਆਂ ਨੂੰ ਬਲਜੀਤ ਕੌਰ ਜੀ ਤੁਹਾਨੂੰ ਵੀ ਤੇ ਆਪਾਂ ਜਿਹੜੇ ਨਹੀਂ ਕਹਿ ਦਿਓ ਕਿ ਮੁੜ ਕੇ ਬੈਕ ਨਾ ਚਲਾ ਦਿਆ ਕਰਨ ਉਹ ਬੰਦ ਰੱਖਣ ਸਾਰੀ ਮੁੜ ਕੇ ਫਿਰ ਕਥਾ ਦਾ ਹਾਂਜੀ ਆਨੰਦ ਜਿਹੜਾ ਉਹ ਖਰਾਬ ਹੋ ਜਾਂਦਾ ਆ ਵਿੱਚ ਮਾਈਕ ਆਨ ਹੋ ਜਾਣਾ ਨਿੱਜਰ ਸਾਹਿਬ ਗੱਲ ਤੇ ਕੁਛ ਨਹੀਂ ਪੈਂਦਾ ਨਾ ਉਹ ਜਿਹੜੀ ਲਿਵ ਦੀ ਟੁੱਟ ਜਾਂਦੀ ਹੈ ਨਾ ਫਿਰ ਉਹ ਵੈਸੇ ਸੰਗਤ ਚਲੋ ਕੋਈ ਗੱਲ ਨਹੀਂ ਭੁੱਲ ਜੂ ਆਪੇ ਵੈਸੇ ਕੋਈ ਚਲੋ ਆਪਾਂ ਆਨੰਦ ਨਹੀਂ ਆਉਂਦਾ ਵੀਰੇ ਹਾਂ ਸੰਗਤ ਨੂੰ ਜਾਗਰਤ ਕਰੀ ਜਾਈਏ ਆਪਾਂ ਦੱਸ ਦਈਏ ਵੀ ਜਿਹੜੀ ਹੈਗੀ ਕਿਉਂਕਿ ਇਹਦੇ ਸੈਂਟਰਲ ਕੰਟਰੋਲ ਨਹੀਂ ਹੈ ਵੀਰ ਜੀ ਕਿ ਸਾਰਿਆਂ ਦਾ ਇੱਥੋਂ ਹੀ ਬੰਦ ਕੀਤਾ ਨਹੀਂ ਹੁੰਦਾ ਜੀ ਇੱਥੋਂ ਇਹਦੇ ਵਿੱਚ ਨਹੀਂ ਹੁੰਦਾ ਮੈਨੂੰ ਇਹਦੇ ਵਿੱਚ ਲੱਭਿਆ ਨਹੀਂ ਹੈਗਾ ਜੇ ਲੱਭ ਜਾਂਦਾ ਤੇ ਮੈਂ ਜ਼ਰੂਰ ਆਪਾਂ ਕਰ ਦਿੰਦੇ ਕਿਉਂਕਿ ਇਹ ਕਾਨਫਰੰਸ ਹੈ ਕਾਨਫਰੰਸ ਦੇ ਵਿੱਚ ਕਿਹਨੇ ਬੋਲਣਾ ਹੈ ਸਾਰਿਆਂ ਦੇ ਕੋਲ ਜਿਹੜਾ ਹੈਗਾ ਮਤਲਬ ਉਹਦੇ ਵਿੱਚ ਤਾਂ ਜਿਹੜੇ ਮੈਂਬਰ ਹੈਗੇ ਪਾਰਲੀਮੈਂਟ 'ਚ ਤਾਂ ਕਰ ਦਿੰਦੇ ਆ ਜੀ ਉਹ ਬੰਦ ਆਪਾਂ 1242 ਅੰਗ ਤੋਂ ਸ਼ੁਰੂ ਕਰਨਾ ਹੈ ਜੀ ਗਿਆਨ ਇਹਦੇ ਵਿੱਚ ਜਿਹੜੇ ਹੈਗੇ ਆ ਇਸ ਤੋਂ ਪਹਿਲਾਂ ਜਿਹੜੇ ਹੈਗੇ ਆਪਾਂ ਨੇ 12 ਜਿਹੜੀਆਂ ਪੌੜੀਆਂ ਜਿਹੜੀਆਂ ਹੈਗੀਆਂ ਹੋ ਗਈਆਂ ਸਾਰੰਗ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ ਦੀਆਂ ਤੇ ਮੰਨਣ ਦੀਆਂ ਚੱਲ ਰਹੀਆਂ ਸੀਗੀਆਂ ਮੰਨਣ ਮਤਲਬ ਮਨ ਦੇ ਵਿੱਚ ਕਿਵੇਂ ਵਸਾਉਣਾ ਹੈ ਨਾਮ ਨੂੰ ਮੰਨਣ ਦਾ ਮਤਲਬ ਹੈ ਹਿਰਦੇ 'ਚ ਨਾਮ ਵਸ ਜਾਏ ਇਹੀ ਜਿਹੜੇ ਹੈਗੇ ਆ ਇੱਥੇ ਤੱਕ ਜਿਹੜਾ ਹੈਗਾ
ਉਹਦੇ ਬਾਅਦ ਫਿਰ ਜਿਹੜਾ ਹੈਗਾ ਅੰਮ੍ਰਿਤ ਰਸ ਵਗੈਰਾ ਜਿਹੜਾ ਹੈਗਾ ਸਾਰੀਆਂ ਮਾਲਕ ਦੀਆਂ ਬਖਸ਼ਿਸ਼ਾਂ ਔਰ ਜਿਹੜੀ ਹੈਗੀ ਆ ਇਹ ਵਿਚਾਰ ਜਿਹੜੇ ਹੈਗੇ ਛੁੱਟ ਜਾਂਦੇ ਆ। ਇਸ ਤੋਂ ਅੱਗੇ ਹੁਣ ਜਿਹੜਾ ਹੈਗਾ 13ਵੀਂ ਲੈ ਰਹੇ ਹਾਂ ਪੌੜੀ ਜੀ। ਸ਼ਲੋਕ ਮਹਾਰਾਜ ਮੇਹਰ ਕਰਨ। ਸ਼ਲੋਕ ਮਹੱਲਾ ਪਹਿਲਾ। ਇਹਦੇ ਵਿੱਚ ਮਹਾਰਾਜ ਦੱਸ ਰਹੇ ਵੀ ਪ੍ਰੋਬਲਮ ਹੈ ਕਿੱਥੇ ਹੈ, ਬਈ ਕਿਉਂ ਨਹੀਂ ਤੇਰੇ ਅੰਦਰ ਜਿਹੜਾ ਹੈਗਾ ਤੂੰ ਉਸ ਅੰਮ੍ਰਿਤ ਰਸ ਜਿਹੜਾ ਹੈਗਾ, ਜਿਹੜਾ ਮਾਲਕ ਨੇ ਜਿਹੜਾ ਹਰ ਜਗ੍ਹਾ ਤੇ ਹੈਗਾ ਉਹ ਅੰਮ੍ਰਿਤ ਰਸ, ਤੇ ਆਪਾਂ ਉਸ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ ਜਿਸ ਦੇ ਵਾਸਤੇ ਆਪਾਂ ਯਾਤਰਾ ਕਰ ਰਹੇ ਹਾਂ। ਔਰ ਅੰਮ੍ਰਿਤ ਰਸ ਜਿਹੜਾ ਹੈਗਾ ਆਪਣੇ ਅੰਦਰ ਹੀ ਹੈਗਾ, ਤੇ ਉਹਦੇ ਵਾਸਤੇ ਜਿਹੜੀਆਂ ਹੈਗੀਆਂ ਇਹਦੇ ਚ ਮਹਾਰਾਜ ਨੇ ਪ੍ਰੋਬਲਮਸ ਡਿਸਕਸ ਕੀਤੀਆਂ ਹੈ ਚੌਥੀ ਪਾਤਸ਼ਾਹੀ ਤੇ ਪਹਿਲੀ ਪਾਤਸ਼ਾਹੀ ਨੇ ਮਿਲ ਕੇ। ਸ਼ਲੋਕ ਮਹੱਲਾ ਪਹਿਲਾ। ਸ਼ਾਸਤਰ ਵੇਦ ਪੁਰਾਣ ਪੜ੍ਹਨਤਾ। ਕਹਿੰਦੇ ਤੂੰ ਜਿਹੜਾ ਹੈਗਾ ਸ਼ਾਸਤਰਾਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ ਅਰਥਾਤ ਸਾਰੇ ਆਪਣੇ ਗੁਰੂ ਗ੍ਰੰਥ ਸਾਹਿਬ ਵੀ ਵਿੱਚ ਹੀ ਹੈਗੇ ਭਾਈ, ਉਹਨਾਂ ਦਾ ਜਿਹੜਾ ਹੈਗਾ ਕੁਰਾਨ ਸ਼ਰੀਫ, ਇਹਨਾਂ ਦੀ ਜਿਹੜੀ ਹੈਗੀ ਬਾਈਬਲ, ਸਾਰਾ ਵਿੱਚ, ਸਾਰੇ ਗ੍ਰੰਥ ਕਹਿੰਦੇ ਆ, ਸਾਰੇ ਜੋ ਵੀ ਗਿਆਨ ਹੈਗਾ ਚਲੋ ਪੜ੍ਹਦਾ ਵੀ ਹੈਗਾ। ਚਲੋ ਪੜ੍ਹਨ ਦਾ ਛੱਡੋ, ਜੇ ਕਿਸੇ ਕੋਲੋਂ ਆਪਾਂ ਗਿਆਨ ਲੈ ਰਹੇ ਹਾਂ ਕਹਿੰਦੇ ਉਹ ਵੀ ਤੂੰ ਗਿਆਨ ਲੈਣਾ ਹੈ, ਇਕੱਲਾ ਗਿਆਨ ਹੀ ਲੈਣਾ ਹੈ ਤੂੰ। ਸ਼ਾਸਤਰ ਵੇਦ ਪੁਰਾਣ ਪੜ੍ਹਨਤਾ ਪੁਕਾਰਨਤਾ ਅਜਾਣਨਤਾ। ਕਹਿੰਦਾ ਪੁਕਾਰਦਾ ਹੈਗਾ, ਉੱਚੀ ਉੱਚੀ ਬੋਲਦਾ ਵੀ ਹੈਗਾ, ਪਾਠ ਵੀ ਕਰਦਾ ਉੱਚੀ ਉੱਚੀ ਬਹੁਤ, ਪਰ ਜਿਹੜਾ ਕਹਿੰਦੇ ਅਜਾਣਨਤਾ, ਕਹਿੰਦੇ ਤੂੰ ਅਜਾਣ ਹੈਗਾ। ਤੂੰ ਉਹ ਜੋ ਗਿਆਨ ਨੂੰ ਜੋ ਪੁਕਾਰ ਰਿਹਾ ਹੈ, ਜੋ ਗਿਆਨ ਪੜ੍ਹ ਰਿਹਾ ਆ, ਜੋ ਕਥਾ ਕਰ ਰਿਹਾ ਆ, ਤੂੰ ਆਪਣੇ ਉੱਤੇ ਲਾਗੂ ਹੀ ਨਹੀਂ ਕਰਦਾ। ਉਹ ਕਾਹਦੇ ਵਾਸਤੇ ਹੈਗਾ, ਉਹ ਕੀ ਕਹਿ ਰਹੀ ਆ, ਜਿਹੜਾ ਕੰਮ ਕਰਨ ਨੂੰ ਕਹਿ ਰਹੀ ਆ ਉਹ ਕੰਮ ਤੂੰ ਕਰਦਾ ਹੀ ਨਹੀਂ। ਤੈਨੂੰ ਤਾਂ ਬੂਝ ਹੀ ਨਹੀਂ ਹੈਗੀ, ਤੇਰੇ ਅੰਦਰ ਜਿਹੜੀ ਹੈਗੀ ਉਸ ਚੀਜ਼ ਨੂੰ ਬੁੱਝਦਾ ਹੀ ਨਹੀਂ ਹੈ ਤੂੰ। ਜਾਂ ਬੂਝ ਹੈ ਤਾਂ ਸੂਝੈ ਸੋਈ। ਜੇ ਤੂੰ ਬੁੱਝੇਗਾ ਤੇ ਤੈਨੂੰ ਉਹ ਮਾਲਕ ਪਰਮਾਤਮਾ ਸੁੱਝ ਜਾਏਗਾ। ਤੈਨੂੰ ਜਿਹੜਾ ਹੈਗਾ ਰਸਤੇ ਦਾ ਪਤਾ ਲੱਗ ਜਾਏਗਾ ਵੀ ਕਿਹੜੇ ਕੰਮ ਵਾਸਤੇ ਮੈਂ ਆਇਆ ਆ। ਔਰ ਇਹ ਜਿਹੜਾ ਹੈਗਾ ਖਾਲੀ ਜਿਹੜਾ ਹੈਗਾ ਆਪਾਂ ਗਿਆਨ ਖੰਡ ਦੇ ਵਿੱਚ ਹੀ ਬੈਠੇ ਹੋਏ ਆ। ਪਹਿਲਾਂ ਹੈਗਾ ਧਰਮ ਖੰਡ, ਫਿਰ ਗਿਆਨ ਖੰਡ, ਉਸ ਤੋਂ ਬਾਅਦ ਸ਼ਰਮ ਖੰਡ ਆ। ਮਹਾਰਾਜ ਕਹਿੰਦੇ ਸ਼ਰਮ ਦਾ ਮਤਲਬ ਹੈ ਜਿਸ ਤਰ੍ਹਾਂ ਕਹਿੰਦੇ ਆ ਸ਼ਰਮ ਮੰਤਰੀ, ਮਿਹਨਤ। ਕਹਿੰਦੇ ਮਿਹਨਤ ਕਦੋਂ ਕਰੇਗਾ ਤੂੰ? ਸ਼ਾਸਤਰ ਵੇਦ ਪੁਰਾਣ ਪੜ੍ਹਨਤਾ ਪੁਕਾਰਨਤਾ ਅਜਾਣਨਤਾ। ਜਾਂ ਬੂਝੇ ਤਾਂ ਸੂਝੇ ਸੋਈ। ਆਪਾਂ ਅਜਾਣ ਹੈਗੇ, ਮਾਲਕ ਪਰਮਾਤਮਾ ਦਾ ਰਸਤਾ ਪਤਾ ਹੀ ਨਹੀਂ ਹੈ। ਔਰ ਸਾਰੇ ਸ਼ਾਸਤਰ ਵੇਦ ਕਹਿੰਦੇ ਧਿਆਨ ਸਿਮਰਨ ਕਰ ਬਈ। ਧਿਆਨ ਸਿਮਰਨ ਕਾਹਦੇ ਵਾਸਤੇ ਕਰਨਾ? ਧਿਆਨ ਸਿਮਰਨ ਕਰਨਾ ਹੈ ਆਪਾਂ ਨੇ, ਦੇਖੋ ਬਾਹਰ ਦਾ ਆਕਾਰ ਹੈ, ਵਿੱਚ ਬਾਹਰ ਮਾਇਆ ਪੰਜਾਂ ਤੱਤਾਂ ਦੀ ਪਾਈ ਹੈ ਮਾਲਕ ਪਰਮਾਤਮਾ ਨੇ। ਉਹ ਵਿਚਾਰਾਂ ਦੇ ਥਰੂ ਜਿਹੜਾ ਹੈਗਾ ਆਪਾਂ ਦ੍ਰਿਸ਼ਟ ਦੇਖਦੇ ਹਾਂ, ਉਹਦੇ ਥਰੂ ਆਪਣੇ ਅੰਦਰ ਜਾਂਦੀ ਹੈ। ਅੱਖਾਂ ਬੰਦ ਕਰਦੀਆਂ, ਫਿਰ ਅੰਦਰ ਆਪਣੇ ਵਿਚਾਰ ਪਏ ਆ। ਅੰਦਰ ਜਿਹੜੀ ਪੂਰੀ ਦੀ ਪੂਰੀ ਆਪਣੇ ਕੋਲ ਫੀਡ ਪਈ ਹੋਈ ਆ, ਜੋ ਵੀ ਆਪਾਂ ਨੇ ਇਸ ਜਨਮ ਦੇ ਵਿੱਚ ਪੈ ਕੀਤਾ ਆ, ਉਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਵੀਡੀਓਜ਼ ਅੰਦਰ ਆਪਣੇ ਸਟੋਰ ਕਰਕੇ ਪਈਆਂ, ਜਿਹੜੇ ਕਿ ਡਿਸਪਲੇ ਹੁੰਦੀਆਂ ਆ ਆਪਣੇ ਚਿੱਤ ਦੇ ਉੱਤੇ, ਪਟਲ ਦੇ ਉੱਤੇ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਸੰਸਕਾਰ ਹੈਗੇ ਜਿਹੜੇ ਪਿਛਲੇ ਜਨਮਾਂ ਦੇ ਸੰਸਕਾਰ ਆ, ਜਿਹੜੀ ਫੀਲਡ ਦੇ ਵਿੱਚ ਆਪਾਂ ਗਤੀ ਕਰਦੇ ਹਾਂ। ਇਹ ਚੀਜ਼ ਵਾਸਤੇ ਜਿਹੜਾ ਹੈਗਾ ਧਿਆਨ ਕਰਨਾ ਪਊਗਾ। ਧਿਆਨ ਕਾਹਦਾ? ਧਿਆਨ ਬਾਕੀ ਪੰਜਾਂ ਤੱਤਾਂ ਦਾ, ਆਕਾਰ ਦਾ ਧਿਆਨ ਖਤਮ ਹੋਏ, ਇਹਦੇ ਨਾਲ ਖਤਮ ਹੋਣਾ ਹੈ ਆਪਣੇ ਜਿਹੜੇ ਵਿਚਾਰ। ਫਿਰ ਇਸ ਤੋਂ ਬਾਅਦ ਆਪਾਂ ਆਪਣੇ ਆਪ ਜਿਹੜਾ ਹੈਗਾ ਆਪਣੇ ਆਪ ਦਾ ਜਿਹੜੇ ਵਿਚਾਰ ਰਹਿੰਦੇ ਆਪਣੇ ਕੋਲ ਵੀ ਮੈਂ ਹੈਗਾ, ਮੈਂ ਜਾਂ ਸਰੀਰ ਹੈਗਾ। ਇਹ ਸਰੀਰ ਦਾ ਵੀ ਕਹਿੰਦੇ ਧਿਆਨ ਤੇਰਾ, ਇਸ ਧਿਆਨ ਦੇ ਨਾਲ ਸਰੀਰ ਦੇ ਵਿਚਾਰ ਵੀ ਖਤਮ ਹੋਣੇ ਚਾਹੀਦੇ, ਸਰੀਰ ਵੱਲੋਂ ਵੀ ਤੂੰ ਜ਼ੀਰੋ ਹੋਣਾ ਚਾਹੀਦਾ ਹੈ। ਆਪਾਂ ਨੂੰ ਕੋਈ ਆਪਣਾ ਜਿਹੜਾ ਜਿਵੇਂ ਨਾ ਇੱਕ ਕਾਰ ਹੁੰਦੀ ਹੈ, ਕਾਰ ਜਿਹੜੀ ਜਦ ਤੱਕ ਆਪਾਂ ਕਾਰ ਦਾ ਇੰਜਣ ਚੱਲਦਾ ਤਦ ਤੱਕ ਕੁਛ ਨਹੀਂ ਲੱਭਣਾ ਆਪਾਂ ਨੂੰ। ਕਾਰ ਦਾ ਇੰਜਣ ਬੰਦ ਕਰਕੇ ਚਾਬੀ ਖੀਸੇ 'ਚ ਪਾਉਣੀ ਪੈਣੀ ਆਪਾਂ ਨੂੰ, ਤਾਂ ਜਾ ਕੇ ਜਿਹੜਾ ਹੈਗਾ ਕਹਿੰਦੇ ਤਾਂ ਜਾ ਕੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਫਿਰ ਉਹ ਜਦ ਆਪਣਾ ਕੁਛ ਨਹੀਂ ਰਹਿ ਗਿਆ ਤੇ ਫਿਰ ਬਾਕੀ ਮਾਲਕ ਪਰਮਾਤਮਾ ਰਹਿ ਗਿਆ। ਕਹਿੰਦੇ ਬਸ ਕਬੀਰ ਤੂੰ ਕਰਤਾ ਤੂੰ ਭਇਆ ਮੁਝ में रहा ना हूँ। जब आपा पर का मिट गया जब देखा तब तू। आ स्टेज आएगी। इस करके ਆਪਾਂ ਇਹਨੂੰ ਬੁੱਝੀਏ ਔਰ ਸੋਝੀ ਹੋਏ। ਫਿਰ ਕਹਿੰਦੇ ਨਾਨਕ ਆਖੈ ਕੂਕ ਨਾ ਹੋਈ। ਨਾਨਕ ਦੇ ਕਾਕੇ ਨੂੰ ਔਂਕੜ ਲੱਗੀ ਹੋਈ ਆ। ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਆ ਸ਼ਾਦੀ ਭਰ ਰਹੀ ਆ ਕਿ ਜੇ ਤੂੰ ਇਸ ਤਰੀਕੇ ਨਾਲ ਬੁੱਝੇਗਾ
ਔਰ ਉਹਨੂੰ ਜਿਹੜਾ ਹੈਗਾ ਇੰਪਲੀਮੈਂਟ ਕਰੇਗਾ ਤੇ ਫਿਰ ਤੈਨੂੰ ਕੂਕ ਕਰਨ ਦੀ ਲੋੜ ਨਹੀਂ ਆ, ਫਿਰ ਤੈਨੂੰ ਪੁਕਾਰਨ ਦੀ ਲੋੜ ਨਹੀਂ ਆ। ਹਾਂਜੀ ਗੁਰਪ੍ਰਤਾਪ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਅੱਜ ਦੀ ਵਿਚਾਰ ਸ਼ੁਰੂ ਕਰੀਏ ਤੇ ਸਮਾਧੀ ਨੂੰ ਆਪ ਸਮਝ ਲਓ, ਕਿਉਂਕਿ ਸਾਰੀ ਗੱਲ ਸਮਾਧੀ ਦੀ ਹੈ। ਹਾਂ, ਹੈਨਾ, ਬਿਲਕੁਲ। ਜਿੰਨਾ ਚਿਰ ਪਹਿਲਾਂ ਕਹਿੰਦੇ ਅਵਸਥਾ ਪਛਾਣੀਏ ਤੇ ਫੇਰ ਕਰੀਏ ਵਪਾਰ। ਹੁਣ ਇੱਕ ਗੱਲ ਕਲੀਅਰ ਹੋ ਗਈ, ਸਮਾਧੀ ਦੀ ਸਾਰੀ ਖੇਡ ਹੈ ਔਰ ਸਮਾਧੀ ਦੀ ਪ੍ਰਾਪਤੀ ਧਿਆਨ ਸਿਮਰਨ ਨਾਲ ਹੁੰਦੀ ਹੈ। ਤੇ ਸਮਾਧੀ 'ਚ ਹੁੰਦਾ ਕੀ ਹੈ, ਪਹਿਲਾਂ ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਤੁਹਾਡੀਆਂ ਹੈਗੀਆਂ ਨੇ 5 ਗਿਆਨ ਇੰਦਰੀਆਂ, 5 ਹੈਗੀਆਂ ਕਰਮ ਇੰਦਰੀਆਂ। ਇਹ ਹੈਗਾ ਤੁਹਾਡਾ 5 ਇੰਦਰੀਆਂ ਜਿਹੜੀਆਂ ਨੇ ਉਹ ਤੁਹਾਡੀਆਂ ਸਥੂਲ ਨੇ, ਸਰੀਰ ਦੇ ਨਾਲ ਜੁੜੀਆਂ ਨੇ, ਤੇ 5 ਇੰਦਰੀਆਂ 5 ਜਿਹੜੀਆਂ ਗਿਆਨ ਇੰਦਰੀਆਂ ਨੇ ਉਹ ਸੈਂਸ ਨੇ ਤੁਹਾਡੀਆਂ ਬਾਡੀ ਦੀਆਂ, ਸੂਖਮ ਨੇ। ਔਰ ਉਹਨਾਂ ਦੇ ਪਿੱਛੇ ਬੈਠਾ ਮਨ। ਮਨ ਕਹਿੰਦਾ ਇੰਦਰੀਆਂ ਦਾ ਹੈਡ ਆ। ਬਿਨਾਂ ਮਨ ਤੋਂ ਤੁਹਾਡੀ ਇੰਦਰੀ ਨਾ ਤੇ ਤੁਸੀਂ ਕਿਸੇ ਨੂੰ ਚੀਜ਼ ਨੂੰ ਸੁਣ ਜਾਓਗੇ ਤੇ ਨਾ ਹੀ ਤੁਸੀਂ ਕਿਸੇ ਅੱਖਾਂ ਖੋਲ ਸਕਦੇ ਜੋ, ਨਾ ਮਤਲਬ ਤੁਸੀਂ ਬੋਲ ਸਕਦੀ। ਇਹ ਸਾਰਾ ਕਮਾਂਡਰ ਜਿਹੜਾ ਹੈਗਾ ਹੈ ਇਹ ਮਨ ਹੈ, ਇਹਨਾਂ ਦੇ ਪਿੱਛੇ ਬੈਠਾ ਨਾ। ਸਪਰਸ਼ ਕਰੋਗੇ ਤੇ ਸਪਰਸ਼ ਕਰਨ ਵਾਲਾ ਵੀ ਜਿਹੜਾ ਵਾ ਮਨ ਹੈ, ਮਗਰ ਸੁਣਨ ਵਾਲਾ ਵੀ ਪਿੱਛੇ ਮਨ ਬੈਠਾ। ਤੇ ਇਹ ਇੰਦਰੀਆਂ ਹੋ ਗਈਆਂ। ਤੇ ਮਨ ਤੋਂ ਅੱਗੇ ਹੈਗਾ ਵਾ ਹਉਮੈ, ਬੁੱਧੀ ਤੇ ਚਿੱਤ। ਚਿੱਤ ਜਿਹੜਾ ਹੈ ਤੁਹਾਡਾ ਉਹ ਸਾਰੇ ਇਹ ਤਿੰਨਾਂ ਦਾ ਮੇਲ ਹੀ ਆ। ਆੜਾ ਹਉਮੈ ਆ, ਬੁੱਧੀ ਆ ਤੇ ਚਿੱਤ। ਇਹ ਮਨ ਬੁੱਧੀ ਚਿੱਤ ਤੇ ਅਹੰਕਾਰ। ਠੀਕ ਹੈ। ਹਾਂਜੀ, ਮਨ ਬੁੱਧੀ ਚਿੱਤ ਅਹੰਕਾਰ, ਇਹ ਚਾਰਾਂ ਦਾ ਮੇਲ ਜਿਹੜਾ ਹੈਗਾ ਇਹ ਚਿੱਤ ਹੈ। ਚਿੱਤ ਕਹਿਣ ਤੋਂ ਭਾਵ ਕਿਹਨੂੰ ਚਿੱਤ ਕਹਿ ਲਓ ਤੇ ਬੈਟਰ ਰਹੇਗਾ। ਹੁਣ ਜੇ ਤੁਸੀਂ ਸਮਾਧੀ 'ਚ ਪ੍ਰਵੇਸ਼ ਕਰਦੇ ਜੋ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਆਪਾਂ ਜਿਹੜੀਆਂ ਕਰਮ ਇੰਦਰੀਆਂ ਨੂੰ ਕੱਟ ਆਫ ਕਰ ਦਿੰਦੇ ਹਾਂ। ਆਪਾਂ ਇੱਕ ਆਸਣ 'ਚ ਬਹਿ ਜਾਂਦੇ ਹਾਂ। ਹੁਣ ਸਮਾਧੀ ਤੋਂ ਭਾਵ ਕੀ ਆ? ਸਮਾਧੀ ਦਾ ਮਤਲਬ ਇਹ ਆ ਕਿ ਜਿੱਦਾਂ ਇੱਕ ਨਦੀ ਜਦੋਂ ਸਮੁੰਦਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਉਹਦੀ ਯਾਤਰਾ ਕੀ ਹੁੰਦੀ ਆ? ਪੂਰੀ ਹੋ ਗਈ। ਹੁਣ ਗੰਗਾ ਤੁਰੀ ਸੀ, ਕਿਤੋਂ ਤੁਰੀ? ਗੰਗੋਤਰੀ ਤੋਂ। ਫਿਰ ਤੁਰਦੀ ਗਈ ਦਿਨ ਰਾਤ ਚੱਲੀ, ਕਾਫੀ ਸਮਾਂ ਤੈਅ ਕੀਤਾ, ਰੁਕੀ ਨਹੀਂ ਉਹ। ਔਰ ਇੱਕ ਸਮਾਂ ਆਇਆ ਉਹ ਸਮੁੰਦਰ ਦੇ ਵਿੱਚ ਵਾਪਸ ਲੀਨ ਹੋ ਗਈ। ਹੁਣ ਜਿਹੜੀ ਗੰਗਾ ਸਮੁੰਦਰ 'ਚ ਚੱਲ ਗਈ ਉਹ ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਉਹ ਤੇ ਪਾਣੀ ਰਲ ਜਾਣਾ ਵਾ। ਆਊਗਾ ਦੂਜਾ ਪਾਣੀ, ਪਰ ਉਹ ਪਾਣੀ ਨਹੀਂ ਵਾਪਸ ਆ ਸਕਦਾ ਜਿਹੜਾ ਚੱਲਿਆ ਸੀ, ਉਹ ਮਿਕਸ ਹੋ ਗਿਆ। ਇਸੇ ਹੀ ਤਰ੍ਹਾਂ ਜਿਹੜੀ ਸਮਾਧੀ ਹੈ, ਸਮਾਧੀ ਕਹਿਣ ਤੋਂ ਭਾਵ ਧਿਆਨ ਸਿਮਰਨ ਤੋਂ ਜੀਵ ਸਾਧਨਾ ਕਰਦਾ। ਜੀਵ ਤੋਂ ਭਾਵ ਆਪਾਂ ਸਾਰੇ ਜੀਵ ਹੈਗੇ ਆ। ਜਿੱਦਾਂ ਮਤਲਬ ਇੱਕ ਤੇ ਆਪਣਾ 5 ਤੱਤਾਂ ਦਾ ਜਿਹੜਾ ਸਰੀਰ ਬਣਿਆ ਇਹਨੂੰ ਜੀਵ ਕਹਿੰਦੇ ਆ ਆਪਾਂ। ਠੀਕ ਹੈ। ਹੁਣ ਇੱਥੇ ਆਪਾਂ ਪਹਿਲਾਂ ਸਮਝ ਲਈਏ, ਸਮਾਧੀ ਨੂੰ ਸਮਝ ਲਈਏ। ਹੁਣ ਜਦੋਂ ਸੁਰਤੀ ਤੁਹਾਡੀ ਆਪਣੇ ਸਰੂਪ 'ਚ ਸਥਿਰ ਹੋ ਜਾਂਦੀ ਹੈ ਤੇ ਇਹ ਜਦੋਂ ਆਪਣੇ ਆਪ 'ਚ ਸਥਿਰ ਹੋ ਜਾਂਦੀ ਆ ਤੇ ਉਸ ਟਾਈਮ ਤੇ ਤੁਹਾਡੇ ਕੋਲ ਇਹ ਹੁੰਦਾ ਵਾ, ਮਨ ਉੱਥੇ ਹੈਗਾ, ਮਨ ਵੀ ਉੱਥੇ ਬੈਠਾ, ਚਿੱਤ ਵੀ ਉੱਥੇ ਹੈਗਾ। ਉੱਥੇ ਜਿਹੜੀਆਂ ਤੁਹਾਡੀਆਂ ਗਿਆਨ ਇੰਦਰੀਆਂ ਵੀ ਉੱਥੇ ਹੈਗੀਆਂ, ਕਰਮ ਇੰਦਰੀਆਂ ਵੀ ਹੈਗੀਆਂ ਨੇ। ਤੇ ਹੁਣ ਇਹ ਸਾਰਾ ਕੁਝ ਕੀ ਹੋ ਗਿਆ ਵਾ? ਇਹ ਬ੍ਰਹਮ ਦੇ ਵਿੱਚ ਲੀਨ ਹੋ ਗਿਆ। ਇਹਨਾਂ ਦੀ ਇਹ ਨਹੀਂ ਕਿ ਇੱਕ ਕਿਰਿਆ ਰਹਿਤ ਹੋਏ ਨੇ, ਖਤਮ ਨਹੀਂ ਹੋਏ ਨੇ, ਪਰ ਉਹਦੇ 'ਚ ਲੀਨ ਹੋ ਗਏ ਨੇ। ਹੁਣ ਇਹ ਜਿਹੜੀ ਅਵਸਥਾ ਹੈ ਨਾ, ਜਿੱਥੇ ਕੇਵਲ ਬ੍ਰਹਮ ਰਹਿ ਗਿਆ ਔਰ ਸਾਰਾ ਕੁਝ ਸ਼ਾਂਤ ਹੋ ਗਿਆ, ਔਰ ਇਸੇ ਨੂੰ ਹੀ ਆਤਮ ਅਨੁਭੂਤੀ ਕਿਹਾ ਜਾਂਦਾ, ਇਸੇ ਨੂੰ ਹੀ ਸਮਾਧੀ ਕਿਹਾ ਜਾਂਦਾ। ਬਾਕੀ ਜਿੰਨੀ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨਾ, ਇਹ ਸਾਰੀ ਇਸੇ ਹੀ ਅਵਸਥਾ ਤੱਕ ਪਹੁੰਚਣ ਦੇ ਲਈ ਹੈ। ਚਾਹੇ ਆਪਾਂ ਨਾਮ ਜਾਪ ਰਹੇ ਹਾਂ, ਧਿਆਨ ਸਿਮਰਨ ਕਰ ਰਹੇ ਹਾਂ, ਬਾਕੀ ਜੋ ਵੀ ਕਰਮ ਕਰ ਰਹੇ ਹਾਂ, ਉਹਦੀ ਕੇਵਲ ਪ੍ਰਾਪਤੀ ਜੋ ਹੈ ਉਹ ਹੈ ਕੇਵਲ ਆਤਮ ਲੀਨਤਾ। ਹੁਣ ਜਦੋਂ ਤੁਸੀਂ ਆਪਣੇ ਆਪ 'ਚ ਸਥਿਰ ਹੋ ਜਾਂਦੇ ਹੋ, ਜਿਹੜਾ ਮੈਂ ਹੈਗਾ ਵਾ, ਕਹਿਣ ਤੋਂ ਭਾਵ ਜਿਹੜਾ ਪਹਿਲਾਂ ਹੈਗਾ ਪੁਰਸ਼ ਤੋਂ ਪ੍ਰਕਿਰਤੀ ਆਈ, ਪ੍ਰਕਿਰਤੀ ਤੋਂ ਬਾਅਦ ਮੈਂ ਭਾਵ ਹੋ ਗਿਆ, ਮੈਂ ਭਾਵ ਤੋਂ ਅੱਗੇ ਮਨ, ਚਿੱਤ, ਬੁੱਧੀ, ਅਹੰਕਾਰ ਆ ਗਿਆ, ਉਸ ਤੋਂ ਅੱਗੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਾਰੀਆਂ 5 ਤੱਤਾਂ 'ਚ ਆ ਗਈਆਂ।
ਹੁਣ ਇੱਥੇ ਜਦੋਂ ਆਪਾਂ ਜਾਂਦੇ ਹਾਂ ਤੇ ਅਸੀਂ ਬ੍ਰਹਮ ਨੂੰ ਅਨੁਭਵ ਕਰਦੇ ਹਾਂ। ਇਹਨੂੰ ਤੁਰੀਆ ਅਵਸਥਾ ਕਿਹਾ ਗਿਆ। ਇਹ ਤੁਰੀਆ ਮਤਲਬ ਤੁਰੀਆਤੀਤ, ਤਿੰਨਾਂ ਅਵਸਥਾਵਾਂ ਤੋਂ ਅੱਗੇ ਲੰਘ ਜਾਣਾ। ਜਾਗਰਤ, ਸਪਨ, ਸੁਖਾਪਤੀ, ਇਹਨਾਂ ਤਿੰਨਾਂ ਅਵਸਥਾ ਦਾ ਜਿਹੜਾ ਸਾਕਸ਼ੀ ਹੈਗਾ ਹੈ ਉਹਦੇ ਦਰਸ਼ਨ ਸਾਨੂੰ ਤੁਰੀਆ ਚ ਹੁੰਦੇ। ਹੁਣ ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜੋ, ਉਸ ਟਾਈਮ ਤੇ ਤੁਸੀਂ ਉਹ ਤੁਰੀਆ ਅਵਸਥਾ ਨੂੰ ਅਨੁਭਵ ਕਰਦੇ ਜੋ, ਉਹ ਹੈ ਤੁਰੀਆ। ਤੇ ਤੁਰੀਆ ਦੇ ਵਿੱਚ ਜਦੋਂ ਤੁਸੀਂ ਪ੍ਰਵੇਸ਼ ਕਰ ਜਾਂਦੇ ਜੋ ਤੇ ਤੁਹਾਨੂੰ ਆਪਣੇ ਆਪ ਦਾ ਵੀ ਗਿਆਨ ਹੁੰਦਾ, ਤੁਸੀਂ ਕੀ ਜੋ, ਤੇ ਤੁਹਾਨੂੰ ਬ੍ਰਹਮ ਦਾ ਵੀ ਗਿਆਨ ਹੋ ਜਾਂਦਾ ਕਿ ਬ੍ਰਹਮ ਕੀ ਹੈ। ਉਸ ਜਗ੍ਹਾ 'ਚ ਜਦੋਂ ਤੁਸੀਂ ਜਾਂਦੇ ਜੋ, ਦੇਖੋ ਉੱਥੇ ਕੁਛ ਹੈ ਨਹੀਂ ਆ, ਇੱਕ ਸਾਰ ਤੱਤ ਆ, ਉਹੀ ਹੈ ਬ੍ਰਹਮ, ਉਹੀ ਆਤਮਾ ਹੈ ਸਰਵ ਵਿਆਪਕ, ਜਿਹਦੇ ਵਿੱਚ ਹੀ ਆ ਸਾਰਾ ਕੁਝ। ਜੋ ਵੀ ਧਰਤੀਆਂ ਜਿੰਨੀਆਂ ਵੀ ਬ੍ਰਹਿਮੰਡ ਹੈਗੇ ਸਾਰੇ ਉਹਦੇ ਅੰਦਰ ਆ। ਉਹ ਹੈ ਸਾਡੀ ਆਤਮਾ। ਔਰ ਜਦੋਂ ਉਸ ਆਤਮਾ ਦੇ ਵਿੱਚ ਅਸੀਂ ਪ੍ਰਵੇਸ਼ ਕਰ ਜਾਂਦੇ ਹਾਂ ਔਰ ਅਸੀਂ ਵੀ ਉਹਦੇ ਹੀ ਰੂਪ ਨੂੰ ਧਾਰਨ ਕਰ ਲੈਂਦੇ ਹਾਂ ਤੇ ਉਦੋਂ ਹੀ ਉਹਨੂੰ ਅਨੁਭਵ ਕਰਦੇ ਹਾਂ। ਠੀਕ ਹੈ ਨਿੱਜਰ ਸਾਹਿਬ? ਹਾਂਜੀ 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 ਹਾਂਜੀ। ਆਪਾਂ ਸ਼ਲੋਕ ਲਈਏ। ਸ਼ਲੋਕ ਮਹੱਲਾ ਪਹਿਲਾ। ਸ਼ਾਸਤਰ ਵੇਦ ਪੁਰਾਣ ਪੜ੍ਹੰਤਾ, ਪੁਕਾਰੰਤਾ ਅਜਾਣੰਤਾ, ਜਾਂ ਬੂਝੈ ਤਾਂ ਸੂਝੈ ਸੋਈ, ਨਾਨਕ ਆਖੈ ਕੂਕ ਨਾ ਹੋਈ। ਕਹਿੰਦੇ ਸ਼ਾਸਤਰ ਵੇਦ ਪੁਰਾਣ ਜਿਹੜੇ ਧਾਰਮਿਕ ਗ੍ਰੰਥ ਗਿਆਨ ਤੂੰ ਲੈ ਰਿਹਾ ਆ, ਗਿਆਨ ਲੈਣ 'ਚ ਕਮੀ ਨਹੀਂ ਹੈਗੀ, ਗਿਆਨ ਲੈ ਰਿਹਾ ਆ, ਪੜ੍ਹ ਵੀ ਰਿਹਾ ਆ ਪੂਰੀ ਸ਼ਰਧਾ ਦੇ ਨਾਲ, ਪਰ ਉਹਨੂੰ ਸਮਝਣ ਦੇ ਵਿੱਚ ਅਜਾਣ ਆ। ਤੂੰ ਉਹਨੂੰ ਪੁਕਾਰਦਾ ਆ ਪਰ ਅਜਾਣੰਤਾ ਆ, ਸਮਝਦਾ ਨਹੀਂ ਹੈ ਗਿਆਨ। ਗਿਆਨ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਆਪਾਂ ਨੂੰ ਇੰਸਟਰਕਸ਼ਨ ਹੈਗੀ ਆ। ਗਿਆਨ ਜਿਹੜਾ ਹੈਗਾ ਆਪਾਂ ਨੂੰ ਕੁਛ ਕਰਨ ਨੂੰ ਕਹਿ ਰਿਹਾ ਹੈ। ਗਿਆਨ ਜਿਹੜਾ ਹੈਗਾ ਆਪਾਂ ਨੂੰ ਦੱਸ ਰਿਹਾ ਵੀ ਤੂੰ ਆਇਆ ਕਾਹਦੇ ਵਾਸਤੇ ਆ, ਦੁਨੀਆ 'ਚ ਕੀ ਕਰਨਾ ਹੈ, ਕਿੰਨਾ ਕੁ ਸਮਾਂ ਹੈਗਾ ਤੇਰੇ ਕੋਲ, ਔਰ ਕਿਸ ਤਰੀਕੇ ਦੇ ਨਾਲ ਤੂੰ ਯਾਤਰਾ ਤੇ ਹੈਗਾ। ਤੂੰ ਇੱਥੇ ਪਰਮਾਨੈਂਟ ਨਹੀਂ ਆਇਆ ਦੁਨੀਆ ਦੇ ਵਿੱਚ, ਇੱਥੇ ਤੂੰ ਯਾਤਰਾ ਤੇ ਹੈਗਾ। ਤੇਰਾ ਸਮਾਂ ਲੰਘ ਰਿਹਾ ਆ, ਤੂੰ ਯਾਤਰਾ ਕਰਨੀ ਆ। ਨਹੀਂ ਯਾਤਰਾ ਕਰੇਗਾ ਤੇ ਮਨੁੱਖਾ ਸਰੀਰ ਦੁਬਾਰਾ ਲੱਭੂਗਾ ਨਹੀਂ, ਬਹੁਤ ਦੇਰ ਬਾਅਦ ਲੱਭੂਗਾ। ਫਿਰ ਬਹੁਤ ਪਾਪੜ ਵੇਲਣੇ ਪੈਣੇ ਆ। ਸ਼ਾਸਤਰ ਵੇਦ ਪੁਰਾਣ ਪੜ੍ਹੰਤਾ, ਪੁਕਾਰੰਤਾ ਅਜਾਣੰਤਾ, ਜਾਂ ਬੂਝੈ ਤਾਂ ਸੂਝੈ ਸੋਈ। ਜੇ ਬੁੱਝ ਜਾਏਗਾ ਤੇ ਉਹ ਮਾਲਕ ਪਰਮਾਤਮਾ ਸੁੱਝ ਜਾਏਗਾ, ਤੈਨੂੰ ਉਹਦਾ ਰਸਤਾ ਸੁੱਝ ਜਾਏਗਾ। ਨਾਨਕ ਆਖੇ ਕੂਕ ਨਾ ਹੋਈ, ਫਿਰ ਤੇਰੀ ਜਿਹੜੀ ਹੈਗੀ ਤੈਨੂੰ ਕੂਕਣ ਦੀ ਲੋੜ ਨਹੀਂ ਪਊਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹੁਣ ਇੱਥੇ ਦੇਖੋ ਬਾਣੀ 'ਚ ਗੱਲ ਕੀਤੀ ਆ ਗ੍ਰੰਥਾਂ ਦੇ ਰਟਣ ਦੀ, ਪੜ੍ਹਨ ਦੀ ਗੱਲ ਕੀਤੀ ਹੈ। ਗ੍ਰੰਥ ਜਿਹੜੇ ਆ ਕੇਵਲ ਲੈਂਡਮਾਰਕ ਨੇ, ਸਾਨੂੰ ਨਿਰਦੇਸ਼ ਕਰਦੇ ਨੇ। ਅਸੀਂ ਗਤੀ ਕਰਨੀ ਹੁੰਦੀ ਆ, ਅਸੀਂ ਮੱਥਾ ਟੇਕ ਕੇ ਘਰ ਆ ਜਾਂਦੇ ਆ ਤੇ ਇਹਦੇ ਨਾਲ ਕੁਛ ਨਹੀਂ ਬਣੇਗਾ। ਬਿਲਕੁਲ ਸਹੀ ਹੈ ਜੀ। ਉਹ ਜਿਹੜੀ ਟੋਟਲੀ ਰੋਂਗ ਕੰਸੈਪਟ ਹੋ ਗਿਆ ਹੈ। ਲੋਕੀ ਸੋਚਦੇ ਆ ਕਿ ਮੱਥਾ ਟੇਕ ਕੇ ਆ ਗਏ ਤੇ ਬਸ ਕਾਰਜ ਪੂਰਾ ਹੋ ਗਿਆ। ਉੱਥੇ ਘੰਟਾ ਸੇਵਾ ਕੀਤੀ, ਕੜਾਹ ਖਾਧਾ, ਜੇ ਬਹੁਤੀ ਗੱਲ ਤੇ ਝਾੜੂ ਮਾਰੇ, ਰੋਟੀਆਂ ਖਵਾਏ, ਉਹਦੇ ਨਾਲ ਤੁਹਾਡੀ ਆਤਮਾ ਦੇ ਉੱਪਰ ਜਿਹੜਾ ਮਤਲਬ ਤੁਹਾਡਾ ਆਤਮਾ ਦੇ ਵਿੱਚ ਜਿਹੜਾ ਕਨੈਕਸ਼ਨ ਹੈ ਉਹ ਜੁੜਨਾ ਨਹੀਂ ਉਹਦੇ ਨਾਲ, ਕਿਉਂਕਿ ਕੀਤਾ ਤੇ ਕੁਛ ਵੀ ਨਹੀਂ ਤੁਸੀਂ। ਹੁਣ ਇੱਥੇ ਮੈਂ ਨਹਾਉਣ ਦੇ ਬਾਰੇ ਕਿਤਾਬਾਂ ਪੜ੍ਹੀ ਜਾਵਾਂ, ਮੈਂ ਵੱਡੀਆਂ ਕਿਤਾਬਾਂ ਪੜ੍ਹ ਲਈਆਂ। ਨਹਾਉਣਾ ਸੀ, ਸਾਬਣ ਲਾਉਣਾ ਸੀ, ਇਹਦਾ ਝਾਵਾਂ ਮਾਰਨਾ ਗਿੱਟਿਆਂ ਤੇ ਮਾਰਿਆ ਤੇ ਮੈਂ ਹੈ ਹੀ ਨਹੀਂ। ਕੀ ਉਹ ਕਿਤਾਬ ਪੜ੍ਹਨ ਦੇ ਨਾਲ, ਨਹਾਉਣ ਦੀ ਕਿਤਾਬ ਪੜ੍ਹਨ ਦੇ ਨਾਲ ਮੇਰਾ ਸਰੀਰ ਨਹਾਤਾ ਜਾਊਗਾ, ਧੋਤਾ ਜਾਊਗਾ, ਜਾਂ ਮੈਨੂੰ ਟੂਟੀ ਦੇ ਥੱਲੇ ਹੋਣਾ ਪਊਗਾ? ਹਾਂ, ਉਹਦੇ ਚ ਸਾਨੂੰ ਸਮਝਾਇਆ ਗਿਆ ਕਿ ਆਤਮਾ ਦੇ ਵਿੱਚ ਕਿਵੇਂ ਜਾਣਾ ਹੈ ਔਰ ਉਹਦੇ ਲਈ ਇੱਕ ਸਾਧਨਾ ਕਰਨੀ ਹੈ, ਭਗਤੀ ਕਰਨੀ। ਬਾਰ-ਬਾਰ ਤੇ ਕਹਿੰਦੀ ਨਾਮ ਪ੍ਰਗਟ ਕਰੋ, ਨਾਮ ਪ੍ਰਗਟ ਕਰੋ। ਹੁਣ ਵੀ ਬਾਣੀ ਕਹਿੰਦੀ ਆ ਜਾਂ ਬੂਝੇ ਤਾਂ ਸੂਝੇ ਸੋਈ। ਬਿਲਕੁਲ। ਜਿਹੜਾ ਬੁੱਝੂਗਾ ਉਹਨੂੰ ਸੁੱਝਣਾ, ਤੇ ਜਿਹੜਾ ਬੁੱਝੂਗਾ ਮਤਲਬ ਬੁਝਾਰਤ ਆ, ਉਹਨੂੰ ਲੱਭਣਾ ਪੈਣਾ। ਕੀ ਫਲਾਣੇ ਤੈਨੂੰ ਬੁਝਾਰਤ ਪਾਈ ਆ, ਬੁੱਝੇਗਾ? ਉਹ ਕਹਿੰਦੇ ਜਾਂ ਬੁੱਝੇ, ਜਿਹੜਾ ਬੁੱਝੂਗਾ ਉਹਨੂੰ ਸੁੱਝਣਾ। ਹਾਂ, ਬੁਝਾਰਤ ਬੁੱਝਣ ਦਾ ਮਤਲਬ ਇਹ ਆ ਕਿ ਧਿਆਨ। ਹਾਂ, ਬੁਝਾਰਤ ਆ ਉਹ। ਹਾਂਜੀ, ਬੁਝਾਰਤ ਗੋਰਖੀ ਸਾਹਿਬ ਇਸ ਤਰ੍ਹਾਂ ਬੁਝਾਰਤ ਹੁੰਦੀ ਹੈ, ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ। ਹੁਣ ਇਹਦੇ ਵਿੱਚ ਲੱਭ ਲਓ ਭਾਈ, ਤਾਰੇ 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 ਬੱਚੇ ਕਹਿ ਦਿੰਦੇ ਆ, ਪਰ ਤਾਰਿਆਂ ਦਾ ਤਾਂ ਨਾਮ ਹੀ ਨਹੀਂ ਆਇਆ, ਨਾ ਆਕਾਸ਼ ਦਾ ਨਾਮ ਆਇਆ। ਹਾਂ, ਬਸ ਇਹ ਕੇਵਲ ਇਸ਼ਾਰਾ ਕੀਤਾ ਗਿਆ। ਹੁਣ ਇੱਥੇ ਵੀ ਬਾਣੀ ਆਪਾਂ ਨੂੰ ਜੋ ਸਮਝਾ ਰਹੀ ਆ, ਇੱਥੇ ਕਹਿ ਰਹੀ ਆ, ਦੇਖੋ ਹੁਣ ਜਿਹੜੀ ਮੈਂ ਆਪ ਜੀ ਨੂੰ ਕਿਹਾ ਨਾ ਕਿ ਤੁਰੀਆ ਅਵਸਥਾ, ਤੁਸੀਂ ਤੁਰੀਆ ਅਵਸਥਾ 'ਚ ਕਿਤੇ 2-4 ਮਹੀਨੇ 5 ਮਹੀਨੇ ਪ੍ਰਵੇਸ਼ ਕੀਤਾ ਨਾ, ਤੇ ਤੁਹਾਡੇ ਜੀਵਨ 'ਚ ਇੱਕਦਮ
ਇੱਕ ਇਨਕਲਾਬ ਹੋ ਜਾਣਾ ਹੈ। ਤੁਸੀਂ ਸਧਾਰਨ ਪੁਰਸ਼ ਨਹੀਂ ਰਹੋਗੇ, ਤੁਸੀਂ ਦੇਵਤੇ ਹੋ ਜਾਓਗੇ। ਬਿਲਕੁਲ। ਹੁਣ ਦੇਵਤੇ ਤੋਂ ਭਾਵ ਕੀ ਆ? ਹੁਣ ਸੁਣੋ, ਦੇਵਤੇ ਦੀ ਅਵਸਥਾ ਕੀ ਹੈ? ਉਹ ਵੀ ਤੁਹਾਡੇ 'ਚ ਪਰਿਵਰਤਨ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਪਾਠ ਕਰੀਓ 20-25-30 ਸਾਲ ਤੇ ਤੁਹਾਡੀ ਪ੍ਰਾਪਤੀ ਕੁਝ ਹੋਵੇ ਹੀ ਨਾ। ਤੇ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਇਹਨੂੰ ਇੱਥੇ ਕਿੰਨੇ ਕੁ ਲੋਕਾਂ ਦਾ ਸੁਭਾਅ ਬਦਲਿਆ ਹੋਊਗਾ। ਮੈਨੂੰ ਤੇ ਨਹੀਂ ਕੋਈ ਤੱਕ ਮਿਲਿਆ। ਅੱਛਾ ਹੁਣ ਸੁਣ ਲਓ ਤੁਹਾਡੇ 'ਚ ਕੀ ਹੋਣਾ ਵਾ ਜੇ ਤੁਹਾਡਾ ਧਿਆਨ ਸਿਮਰਨ ਸਹੀ ਆ। ਤੁਸੀਂ ਸੁੱਖ ਤੇ ਦੁੱਖ ਤੋਂ ਉੱਪਰ ਚੱਲ ਜਾਓਗੇ, ਕਿਉਂਕਿ ਨਿਜਸਾ ਤੁਰੀਆ ਅਵਸਥਾ 'ਚ ਜਿਹੜਾ ਭੌਤਿਕ ਹੈ ਨਾ, ਦੇਖੋ ਜਿਹੜਾ ਸਾਕਸ਼ੀ ਆ ਜਾਗਰਤ ਸਪਨ ਤੇ ਸੁਖਾਪਤੀ 'ਚ, ਉਹ ਜਦੋਂ ਆਪਾਂ ਚੌਥੇ ਪਦ ਤੇ ਚੱਲ ਜਾਂਦੇ ਆ ਨਾ, ਉਸ ਤੋਂ ਬਾਅਦ ਪਹਿਲੀਆਂ ਤਿੰਨਾਂ ਅਵਸਥਾ ਦੀ ਘਟਨਾਵਾਂ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਹਾਂਜੀ ਬਿਲਕੁਲ ਠੀਕ ਹੈ ਜੀ। ਇਹਦੇ ਵਿੱਚ ਸੁਣ, ਠੀਕ ਹੈ, ਸੁੱਖ ਦੁੱਖ ਤੋਂ ਉੱਪਰ ਚੱਲ ਜਾਣਾ, ਮਾਨ ਸਨਮਾਨ ਤੋਂ ਵੀ ਤੁਸੀਂ ਉੱਪਰ ਚੱਲ ਜਾਓਗੇ। ਤੁਹਾਡੇ ਕੋਈ ਬੇਇੱਜ਼ਤੀ ਵੀ ਕਰ ਦੂਗਾ, ਤੁਹਾਨੂੰ ਕੋਈ ਫਰਕ ਨਹੀਂ ਪਊਗਾ। ਤੁਹਾਡੇ ਅੰਦਰ ਹਿਲਚਲ ਨਹੀਂ ਪੈਦਾ ਹੋਣੀ ਜੀ। ਇਹ ਵਿਚਾਰ ਕਰ ਲਿਓ ਮੇਰੀ ਗੱਲ ਨਾਲ। ਕੁਝ ਲਾਭ ਨੁਕਸਾਨ ਦਾ ਵੀ ਕੋਈ ਫਰਕ ਨਹੀਂ ਪਊਗਾ। ਭਾਵੇਂ ਕਰੋੜਾਂ ਰੁੜ ਗਏ, ਭਾਵੇਂ ਕਰੋੜਾਂ ਆ ਗਏ, ਤੁਹਾਡੇ ਅੰਦਰ ਇਹ ਨਹੀਂ ਕਿ ਬੜੀ ਇੱਥੇ ਤੁਸੀਂ ਗੁਬਾਰੇ ਨੂੰ ਫੁੱਲ ਜਾਓਗੇ ਤੇ ਜੇ ਨੁਕਸਾਨ ਹੋ ਗਿਆ ਤੇ ਜਿੱਦਾਂ ਗੁਬਾਰੇ 'ਚ ਸੂਈ ਮਾਰਦੀ ਤੇ ਨਾਲ ਹੀ ਟੈਂਟਾ ਫਿਸ਼, ਉਹ ਵੀ ਨਹੀਂ ਹੋਊਗੇ। ਠੀਕ ਹੈ, ਬਿਲਕੁਲ। ਤੁਸੀਂ ਰਾਗ ਵੀ ਨਹੀਂ ਕਰੋਗੇ ਤੇ ਵਿਰਾਗ ਵੀ ਨਹੀਂ ਕਰੋਗੇ। ਇੱਕ ਤੇ ਰਾਗ ਹੁੰਦਾ ਨਾ, ਕਿਸੇ ਦੇ ਨਾਲ ਰਾਗ ਕਰ ਲੈਣਾ। ਰਾਗ ਦਾ ਮਤਲਬ ਖੁਸ਼ੀ, ਮੋਹ ਕਰ ਲੈਣਾ। ਹਾਂਜੀ, ਕਿਸੇ ਨਾਲ ਮੋਹ ਕਰਨਾ। ਹਾਂ, ਤੇ ਵਿਰਾਗ ਵੀ ਨਹੀਂ ਕਰੋਗੇ ਤੁਸੀਂ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਰਾਗ ਦਾ ਖੁਸ਼ੀ ਗਮੀ ਦੇ ਉੱਪਰ ਉੱਠ ਜਾਣਾ। ਹਾਂ, ਰਾਗ। ਵਿਰਾਗ ਦਾ ਮਤਲਬ ਕਿ ਸੁੱਖ ਦੁੱਖ ਖੁਸ਼ੀ ਤੇ ਗਮੀ ਤੋਂ ਤੁਸੀਂ ਉੱਪਰ ਚੱਲ ਜਾਓ, ਹਨਾ। ਹਾਂ ਬਿਲਕੁਲ। ਹਾਂਜੀ ਬਿਲਕੁਲ। ਹਾਂ, ਵਿਰਾਗ ਨਿੱਜਰ ਸਾਹਿਬ ਇਹ ਜਿਹੜੀ ਅਵਸਥਾ ਹੈ ਨਾ, ਆਹ ਜਿਹੜੀਆਂ ਸੰਤੋਖ ਹੋਇਆ, ਇਹ ਅਵਸਥਾ ਜਿਹੜੀਆਂ ਨੇ, ਇਹ ਤੁਰੀਆ ਅਵਸਥਾ ਦੀਆਂ ਗੱਲਾਂ ਨੇ ਨਿੱਜਰ ਸਾਹਿਬ। ਬਿਲਕੁਲ। ਜੇ ਕੋਈ ਕਵੇ ਨਾ ਕਿ ਮੈਂ ਖੁਦ ਕਰ ਲਾਂ, ਦਵੈਸ਼ ਬੰਦ ਕਰ ਲਾਂ, ਕਿੱਦਾਂ ਦਵੈਸ਼ ਬੰਦ ਕਰ ਲੂਗਾ? ਇਹ ਤੇ ਅੰਦਰ ਹੀ ਤੁਹਾਡੀ ਭਾਵਨਾ ਵਾ, ਇਹ ਤੁਹਾਡੇ ਅੰਦਰੋਂ ਆਉਂਦੀ। ਇਹ ਕੋਈ ਫਿਜ਼ੀਕਲੀ ਥੋੜੀ ਲੈਵਲ ਤੇ ਤੁਸੀਂ ਬੈਠੇ ਜੋ ਤੇ ਕਿਸੇ ਤੋਂ ਨਫ਼ਰਤ ਕਰਨੋਂ ਹਟ ਜਾਓਗੇ। ਹੁਣ ਮੈਂ ਨਿੱਜਰ ਸਾਹਿਬ ਨੂੰ ਮੰਨ ਲਓ ਮੇਰੀ ਕੋਈ ਰੰਜਿਸ਼ ਹੈਗੀ ਆ ਤੇ ਮੈਂ ਮੂੰਹ ਤੇ ਭਾਵੇਂ ਜਿੰਨਾ ਮਰਜ਼ੀ ਮਿੱਠਾ ਬੋਲੀ ਜਾਵਾਂ, ਪਰ ਮੇਰੇ ਅੰਦਰੋਂ ਜਿਹੜੀ ਉਹ ਤਾਰ ਤੇ ਉਹ ਵੱਜਣੀ ਹੈ ਨਿੱਜਰ ਸਾਹਿਬ। ਬਿਲਕੁਲ ਬਿਲਕੁਲ। ਜਦ ਤੱਕ ਦਵਾਈ ਨਹੀਂ ਖਾਵਾਂਗੇ ਨਾ, ਤਦ ਤੱਕ ਰੋਗ ਤਾਂ ਜਾਊਗਾ। ਇਹ ਤਾਂ ਰੋਗ ਹੈਗੇ, ਰੋਗ ਜਾਣਗੇ ਜੇ ਧਿਆਨ ਸਿਮਰਨ ਵਾਲੀ ਦਵਾਈ ਖਾਵਾਂਗੇ। ਅੱਛਾ ਨਿੱਜਰ ਸਾਹਿਬ, ਕੱਲ ਗੁਰਸ਼ਰਨ ਸਿੰਘ ਜੀ ਨੇ ਜਿਹੜੀ ਗੱਲ ਕੀਤੀ, ਗਿੱਲ ਸਾਹਿਬ ਨੇ, ਉਹ ਕਹਿੰਦੇ ਕਿ ਜਿਹੜਾ ਹਉਮੈ ਰੋਗ ਹੈ ਤੇ ਬਾਕੀ ਜਿਹੜੇ ਦੁੱਖ ਆ, ਇਹ ਕੀ ਚੀਜ਼ ਹੈ? ਕੋਈ ਆਪਦਾ ਆਈਡੀਆ ਕੀ ਕਹਿੰਦੇ? ਹਉਮੈ ਤਾਂ ਮਾਲਕ ਨੇ ਪਾਈ ਹੈ। ਹਉਮੈ ਪੰਜਾਂ ਤੋਂ ਅਲੱਗ ਹੈਗੀ। ਹਉਮੈ ਜਿਹੜੀ ਹੈਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਜਿਹੜੇ ਹੈਗੇ ਪਾਏ ਆ, ਇਹ ਆਪਾਂ ਨੂੰ ਜਿਹੜੇ ਹੈਗੇ ਇਹ ਹਉਮੈ ਜਿਹੜੀ ਹੈਗੀ ਸਾਰਿਆਂ ਦੇ ਅੰਦਰ ਹੈਗੀ। ਹਉਮੈ ਹਉਮੈ ਕਹਿਣ ਤੋਂ ਭਾਵ ਹੈ ਕਿ ਹਉਮੈ ਇਹਨਾਂ ਦਾ ਮੋਢ ਆ, ਇਹਨਾਂ ਦੀ ਚਲਣੀ ਹੈ। ਠੀਕ ਹੈ। ਹਉਮੈ ਰੋਗ ਮਾਨੁਖ ਕੋ ਦਿਆ। ਹਉਮੈ ਰੋਗ ਬਾਣੀ ਚਾਹੁੰਦਾ ਮਾਨੁਖ ਕੋ, ਹਉਮੈ ਰੋਗ ਮਾਨੁਖ ਕੋ ਦਿਆ। ਰੋਗ ਹੈਗਾ ਹਉਮੈ। ਦਾਰੂ ਵੀ ਇਮਾ ਹੈ। ਹਾਂ, ਉਹ ਆਉਂਦਾ ਉਹਦੇ ਵਿੱਚ, ਜਿਹੜਾ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਠੀਕ ਹੈ, ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਨਿੱਜਰ ਸਾਹਿਬ, ਹੁਣ ਤੁਸੀਂ ਹਾਂਜੀ ਅੱਗੇ ਬਾਣੀ ਸ਼ੁਰੂ ਕਰੋ ਜੀ। ਹਾਂਜੀ, ਆ ਦੇਖੋ ਹੁਣ ਇਹਦੇ ਵਿੱਚ ਨਾ ਕਹਿ ਰਹੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਆਪਾਂ ਜਿਹੜੇ ਹੈ ਗੁਰੂ ਦੇ ਸ਼ਬਦਾਂ ਨੂੰ ਜਿਹੜੇ ਹੈਗੇ ਆਪਾਂ ਪੜ੍ਹੀ ਜਾ ਰਹੇ ਹਾਂ। ਬਸ ਇੱਥੇ ਹੀ ਪ੍ਰੋਬਲਮ ਹੈ, ਕਮਾਉਂਦੇ ਹੈ ਨਹੀਂ ਗੇ। ਤੇ ਰੋਗ ਕਿਵੇਂ ਜਾਊਗਾ? ਦੇਖੋ ਦਵਾਈ ਤਾਂ ਦੇ ਰਹੇ, ਮਹਾਰਾਜ ਕਹਿ ਰਹੇ ਕਿ ਕਮਾਈ ਕਰ, ਉਹਦੀ ਧਿਆਨ ਸਿਮਰਨ ਕਰ, ਤੇ ਉਹ ਕਰ ਨਹੀਂ ਰਹੇ ਤੇ ਰੋਗ ਜਾਣਾ ਨਹੀਂ ਹੈ ਭਾਈ। ਹਾਂਜੀ ਬਿਲਕੁਲ ਸਹੀ ਹੈ। ਦੇਖੋ ਸਾਧ ਸੰਗਤ ਜੀ, ਦਵਾਈ ਡਾਕਟਰ ਕੋ ਜਾਣਾ, ਡਾਕਟਰ ਕੋ ਆਪਣਾ ਰੋਗ ਦਿਖਾਉਣਾ, ਦਵਾਈ ਵੀ ਲੈ ਆਉਣੀ, ਪਰਹੇਜ ਵੀ ਕਰਨਾ, ਪਰ ਦਵਾਈ ਦਿਨ 'ਚ 3 ਵਾਰੀ ਵੇਖਣੀ, ਪੜ੍ਹ ਕੇ ਫੇਰ ਰੱਖ ਲੈਣੀ, ਖਾਣੀ ਨਾ। ਤੇ ਕੀ ਏਦਾਂ ਕਰਨ ਦੇ ਨਾਲ ਕੋਈ ਠੀਕ ਹੋ ਜੂ ਬੰਦਾ? ਦੇਖੋ ਇੱਕ ਬਹੁਤ ਵੱਡਾ ਜਿਹੜਾ ਆਪਣੇ ਜਿਹੜੇ ਲੀਡਰਸ਼ਿਪ ਜਿਹੜੇ ਵੀ ਹੈਗੇ ਨਾ, ਆਪਣੇ ਧਰਮ ਦੇ ਜੋ ਵੀ ਹੈਗੇ ਨੇ, ਉਹ ਕਿਤੇ ਇੱਕ ਤਾਂ ਹੀ ਮੈਂ ਮਹਿਸੂਸ ਕਰਦਾ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਮਿਸਗਾਈਡ ਕਰ ਦਿੱਤਾ। ਕਿਉਂਕਿ ਉਹਨਾਂ ਨੇ ਬਾਹਰੀ ਪਹਿਰਾਵੇ ਤੇ ਜ਼ਿਆਦਾ ਧਿਆਨ ਦੇ ਦਿੱਤਾ ਕਿ ਤੁਹਾਡੀ ਅਪੀਅਰੈਂਸ ਬੜੀ ਇੰਪੋਰਟੈਂਟ ਆ, ਔਰ ਉਹਦੇ ਕਰਕੇ ਜਿਹੜਾ ਬੰਦਾ ਨਾ, ਉਹਨੂੰ ਉੱਥੇ ਚੀਜ਼ ਲੱਭਣ ਦਿਆ ਵਾ ਜਿੱਥੇ ਚੀਜ਼ ਗਵਾਚੀ ਨਹੀਂ। ਉਹ ਰਾਬੀਆ ਤੇ ਹਸਨ ਦੀ ਕਹਾਣੀ ਤੁਹਾਨੂੰ ਪਤਾ ਹੀ ਆ। ਬਿਲਕੁਲ। ਉਹ ਰਾਬੀਆ ਸ਼ਾਮ ਦਾ ਟਾਈਮ ਸੀ, ਇਸ਼ਾ ਦੀ ਨਮਾਜ਼ ਅਦਾ ਕਰਕੇ ਹਸਨ ਆ ਰਿਹਾ ਉਧਰੋਂ,
ਤੇ ਰਾਬੀਆ ਉਦੋਂ ਮਿਸਾਲ ਜਗਦੀ ਪਈ ਸੀ ਤੇ ਮਿਸਾਲ ਦੇ ਥੱਲੋਂ ਲੱਭਣ ਦੀ ਕੋਸ਼ਿਸ਼ ਤੇ ਹਸਨ ਰੁਕ ਗਿਆ। ਇਹ ਫਕੀਰ ਹੋਏ ਨੇ ਦੋਨੋਂ ਸੂਫੀ। ਤੇ ਉਹਨੇ ਪੁੱਛਿਆ ਰਾਬੀਆ ਨੂੰ ਕਿ ਰਾਬੀਆ ਕੀ ਲੱਭ ਰਹੀ? ਉਹ ਕਹਿੰਦੀ ਆ ਕਿ ਹਸਨ ਮੇਰੀ ਸੂਈ ਗਵਾਚ ਗਈ ਆ, ਮੈਂ ਉਹ ਲੱਭ ਰਹੀ ਹਾਂ। ਕਹਿੰਦਾ ਠੀਕ ਹੈ ਮੈਂ ਵੀ ਲਵਾਉਣਾ। ਚਲੋ ਉਹ ਵੀ ਲਭਾਉਣੀ ਸ਼ੁਰੂ ਕਰ ਦਿੰਦਾ। ਹੁਣ 5-10 ਮਿੰਟ ਅੱਧਾ ਘੰਟਾ ਹੋ ਗਿਆ ਲੱਭੀ ਨਾ ਸੂਈ। ਉਹਨੇ ਇੱਕ ਜਿੱਦਾਂ ਆਪਾਂ ਸਰਸਰੀ ਸਵਾਲ ਕਰ ਦਿੰਦੇ ਆ ਕਿ ਸੂਈ ਗਵਾਚੀ ਕਿੱਥੇ ਸੀ? ਰਾਬੀਆ ਕਹਿੰਦੀ ਆ ਕਿ ਸੂਈ ਤੇ ਗਵਾਚੀ ਆ ਮੇਰੇ ਘਰੇ। ਹਸਨ ਮੇਰੇ ਘਰੇ ਗਵਾਚੀ ਹੈ। ਤੇ ਕਹਿੰਦਾ ਰਾਬੀਆ ਤੂੰ ਫਿਰ ਘਰੋਂ ਲੱਭ, ਇੱਥੇ ਕਿਉਂ ਲੱਭ ਰਹੀ ਹੈ? ਉਹ ਕਹਿੰਦੀ ਹਸਨ ਮੈਨੂੰ ਪਤਾ ਹੈ ਗਵਾਚੀ ਘਰੇ ਆ, ਪਰ ਘਰੇ ਤੇ ਹਨੇਰਾ ਵਾ ਤੇ ਇੱਥੇ ਵੀ ਚਾਨਣ ਆ, ਇੱਥੇ ਮਿਸਾਲ ਜਗਨ ਦੀ ਆ, ਆਪਣੇ ਘਰ ਤੇ ਹਨੇਰਾ ਹੈਗਾ। ਉਹ ਕਹਿੰਦਾ ਬੇਸ਼ੱਕ ਘਰੇ ਹਨੇਰਾ ਵਾ, ਪਰ ਰਾਬੀਆ ਜਿਹੜੀ ਚੀਜ਼ ਗਵਾਚੀ ਜਿੱਥੇ ਉੱਥੋਂ ਹੀ ਲੱਭਣੀ ਪੈਣੀ ਆਪਾਂ ਨੂੰ, ਉੱਥੋਂ ਤਾਂ ਹੀ ਤਾਂ ਪ੍ਰਾਪਤ ਹੋਊਗੀ। ਹਾਂ ਜੇ ਉੱਥੇ ਹਨੇਰਾ ਹੈ ਤੇ ਹਨੇਰੇ ਨੂੰ ਦੂਰ ਕਰਨ ਦਾ ਕੋਈ ਤਰੀਕਾ ਲੱਭਣਾ ਪਊਗਾ ਸਾਨੂੰ। ਪਰ ਇਨਸਾਨ ਦੀ ਇੱਕ ਪ੍ਰੋਬਲਮ ਇੱਥੇ ਹੀ ਆ ਕਿ ਇਨਸਾਨ ਧਾਰਮਿਕ ਸਥਾਨਾਂ ਤੇ ਚਲਾ ਜਾਂਦਾ ਹੈ, ਸੰਤਾਂ ਕੋਲ ਚਲ ਜਾਂਦਾ, ਉਹਨਾਂ ਦੇ ਪ੍ਰਵਚਨ ਸੁਣਦਾ ਹੈ, ਪ੍ਰਵਚਨ ਸੁਣਦਾ ਬੜੀ ਫੀਲਿੰਗ ਆਉਂਦੀ ਆ। ਜਿੰਨਾ ਚਿਰ ਉੱਥੇ ਪੰਡਾਲ 'ਚ ਬਹਿਣਾ ਵਾ ਸਾਰੇ ਬ੍ਰਹਮ ਗਿਆਨੀ ਬਣ ਜਾਂਦੇ ਆ, ਸਾਰੇ ਦੁੱਖ ਖਤਮ, ਸਾਰੇ ਕਹਿਣਗੇ ਅਸੀਂ ਬਦਲ ਗਏ ਆ। ਤੇ ਉਹ ਮਹਾਰਾਜਾ ਉਹਨਾਂ ਦਾ ਜਿੱਥੋਂ 2 ਮਿੰਟ ਹੀ ਉੱਥੋਂ ਪੈਰ ਬਾਹਰ ਰੱਖੇ ਨਾਲ ਹੀ ਤੂੰ ਮੈਂ ਸ਼ੁਰੂ ਹੋ ਜਾਂਦੀ ਆ। ਬਿਲਕੁਲ ਠੀਕ। ਨਾਲ ਹੀ ਉੱਥੇ ਟ੍ਰੈਫਿਕ 'ਚ ਰੌਲਾ ਪਾਉਣਾ ਸ਼ੁਰੂ ਕਰ ਦੇਣਾ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਮੇਰੇ ਹਿਸਾਬ ਨਾਲ ਕੋਈ ਮਾਈ ਦਾ ਲਾਲ ਹੀ ਹੋਊਗਾ ਘਰ ਤੱਕ ਜਿਹੜਾ ਉਹ ਸ਼ਾਂਤੀ ਨੂੰ ਨਾਲ ਲੈ ਕੇ ਆਉਂਦਾ ਹੋਊਗਾ। ਉਹ ਭੀੜ ਦੇ ਵਿੱਚ ਨਿੱਜਰ ਸਾਹਿਬ ਫੀਲਿੰਗ ਬੜੀ ਆਉਂਦੀ ਹੈ ਨਾ, ਉਹ ਬੜੀ ਫੀਲਿੰਗ ਮਨ ਨੂੰ ਇੱਕ ਦਿਲਾਸਾ ਜਿਹਾ ਹੋ ਜਾਂਦਾ ਹੈ ਵੀ ਅਸੀਂ ਗਏ ਸਾਂ। ਤੇ ਜ਼ਿਆਦਾਤਰ ਤੇ ਸੰਗਤ ਮੈਂ ਇਹੋ ਹੀ ਸੁਣਦੀ ਵੇਖੀ, ਉਹ ਲੰਗਰ 'ਚ ਪੀਜ਼ਾ ਵਰਤਾਇਆ ਸੀ, ਕੜਾਹ ਬੜਾ ਸਵਾਦ ਸੀ, ਰੋਟੀਆਂ ਮੂਲੀ ਵਾਲੀਆਂ ਵੀ ਸੀ, ਤੰਦੂਰੀਆਂ ਵੀ ਸੀ, ਮਿੱਸੀਆਂ ਐਰਾ ਵਗੈਰਾ। ਇੱਥੇ ਲੰਗਰ ਜ਼ਿਆਦਾ ਵਧੀਆ ਵਾ ਉਹਦੇ ਨਾਲੋਂ। ਤੇ ਉਹ ਮਤਲਬ ਕਹਿਣ ਤੋਂ ਭਾਵ ਕਿ ਕਾਈਂਡ ਆਫ ਮਨ ਦੀ ਖੁਰਾਕ ਨਹੀਂ ਖਾਂਦੇ, ਤਨ ਦੀ ਖੁਰਾਕ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ। ਇੱਕ ਚੀਜ਼ ਹੋਰ ਗੋਰਖੀ ਸਾਹਿਬ ਮੈਂ ਥੋੜਾ ਜਿਹਾ ਹੋਰ ਜਿਹੜਾ ਗੱਲਾਂ ਦੱਸਾਂ ਕਿ ਆਪਾਂ ਜਿਹੜੇ ਹੈਗੇ ਨਾ ਇਹ ਗੁਰਬਾਣੀ ਜਿਹੜੀ ਆ, ਕਿਉਂਕਿ ਇਹ ਜਿਹੜੀ ਹੈ ਬ੍ਰਹਮ ਬਾਣੀ ਗੁਰਬਾਣੀ ਜੇ ਵੇਦ ਸ਼ਾਸਤਰ ਜੋ ਵੀ ਹੈਗੇ ਇਹ ਹੈਗੇ ਆਪਾਂ ਨੂੰ ਜਿਹੜੇ ਹੈਗੇ ਬ੍ਰਹਮ ਗਿਆਨ ਦਿੰਦੇ ਆ। ਇਹ ਬ੍ਰਹਮ ਗਿਆਨ ਦਿੰਦੇ ਆ, ਇਸ ਕਰਕੇ ਅੱਖਰਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਜਿੰਨਾ ਕੁ ਅੱਖਰਾਂ ਦੀ ਲਿਮਿਟ ਆ ਇਹ ਗਿਆਨ ਆਪਾਂ ਨੂੰ ਦੇ ਦਿੰਦੇ ਆ ਬ੍ਰਹਮ ਦਾ। ਪਰ ਇਹ ਇਕੱਲਾ ਗਿਆਨ ਆ, ਔਰ ਇਹਦੇ ਗਿਆਨ ਦੇ ਨਾਲ ਜਦ ਆਪਾਂ ਗਿਆਨ ਲੈਂਦੇ ਹਾਂ ਉਦੋਂ ਤੱਕ ਤਾਂ ਆਪਾਂ ਸਮਝਦੇ ਹਾਂ ਵੀ ਮੈਂ ਜਿਹੜਾ ਹੈਗਾ ਮੇਰੇ ਅੰਦਰ ਇਹ ਸਾਰੀਆਂ ਚੀਜ਼ਾਂ ਆ ਗਈਆਂ, ਮੈਂ ਸੁਣ ਲਈਆਂ, ਮੈਂ ਆਪਾਂ ਬੜੇ ਫੁੱਗ ਜਾਂਦੇ ਹਾਂ। ਪਰ ਜਿਹੜਾ ਹੈਗਾ ਉਹ ਜਦ ਉਹ ਗਿਆਨ ਜਿਹੜਾ ਹੈਗਾ ਉਹਦਾ ਪ੍ਰਭਾਵ ਜਿਹੜਾ ਥੋੜ੍ਹੀ ਦੇਰ ਤੱਕ ਰਹੂਗਾ, ਕਿਉਂਕਿ ਪ੍ਰਭਾਵ ਤਾਂ ਹੈ ਕਿਉਂਕਿ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ ਨੇ ਤਾਂ ਜਿਹੜਾ ਹੈਗਾ ਅੰਦਰ ਥੋੜ੍ਹਾ ਖੇੜਾ ਤਾਂ ਲਿਆ ਹੀ ਦੇਣਾ ਹੈ, ਪਰ ਇਹ ਖੇੜਾ ਪਰਮਾਨੈਂਟ ਨਹੀਂ ਹੁੰਦਾ ਭਾਈ। ਜੇ ਪਰਮਾਨੈਂਟ ਕਰਨਾ ਹੈ ਤੇ ਧਿਆਨ ਸਿਮਰਨ ਕਰਨਾ ਪਊਗਾ। ਹਾਂਜੀ ਹਾਂ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਦੇਖੋ ਇਹ ਜਿਹੜੀ ਅਵਸਥਾ ਹੈ ਨਾ, ਦੇਖੋ ਕੋਈ ਵੀ ਜਿਹੜਾ ਗਿਆਨ ਹੁੰਦਾ ਨਾ ਉਹਨਾਂ ਚਿਰ ਨਿੱਜਰ ਸਾਹਿਬ ਸਾਡੇ ਜੀਵਨ 'ਚ ਨਹੀਂ ਆਉਂਦਾ ਜਿੰਨਾ ਚਿਰ ਤੱਕ ਅਸੀਂ ਕੁਝ ਘਾਲਣਾ ਨਹੀਂ ਘਾਲਦੇ। ਬਾਣੀ ਦੇ ਵਿੱਚ ਖਾਸ ਕਰਕੇ ਲਿਖਿਆ ਹੈ ਗਏ ਮਸਕਤ ਘਾਲ ਨਾਨਕ ਤੈ ਮੁਖ ਉਜਲੇ। ਹਾਂਜੀ ਹੋਰ ਕੀਤੀ ਛੁੱਟੀ ਨਾਲ। ਹਾਂ ਹੋਰ ਵੀ ਕਹਿੰਦੇ ਨਾਲ ਛੁੱਟੀ ਕਰਾ ਦੇਣਗੇ। ਘਾਲ ਦਾ ਮਤਲਬ ਕਿ ਮਸਕਤ ਦਾ ਮਤਲਬ ਮਿਹਨਤ ਕਰਨੀ ਪੈਣੀ। ਹਾਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਧਿਆਨ ਸਿਮਰਨ ਦੀ ਗੱਲ ਕਰ ਰਹੇ ਮਹਾਰਾਜ। ਹਾਂ ਇਹ ਤੇ ਉਹ ਮਿਹਨਤ ਦਾ ਕੰਮ ਹੈ। ਥੋੜੀ ਮਿਹਨਤ ਕਰਾਂਗੇ ਤੇ ਉਹਦੇ ਨਾਲ ਕੀ ਹੁੰਦਾ ਕਿ ਫਿਰ ਕੀ ਹੋਊਗਾ, ਫਿਰ ਤੁਹਾਡੇ ਅੰਦਰ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਏਗੀ। ਕਿਹੜੀ ਅਵਸਥਾ? ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ। ਦੇਖੋ ਕੁਝ ਕਰਨ ਦੀ ਲੋੜ ਨਹੀਂ ਪੈਂਦੀ, ਇਹ ਤੇ ਬਾਈ ਪ੍ਰੋਡਕਟ ਆ। ਤੁਸੀਂ ਧਿਆਨ ਸਿਮਰਨ ਕੀਤਾ, ਸ਼ਾਂਤੀ, ਆਨੰਦ, ਪਰਮ ਸੁੱਖ, ਇਹ ਸਾਰੀਆਂ ਅਵਸਥਾ ਤੁਹਾਡੇ ਅੰਦਰ ਹੀ ਆ ਜਾਣੀਆਂ, ਆਪਣੇ ਆਪੇ ਆ ਜਾਣੀਆਂ। ਹੁਣ ਜਿਹੜਾ ਸੰਤੋਖ ਹੈ ਨਾ, ਦੇਖੋ ਸੰਤੋਖ ਦਾ ਭਾਵ ਹੁੰਦਾ ਕਿ ਦੇਖੋ ਹੁਣ ਛੋਟਾ ਬੱਚਾ ਵਾ, ਹੁਣ ਛੋਟਾ ਬੱਚਾ ਕਿੱਦਾਂ ਖਿਡੌਣਿਆਂ ਦੇ ਨਾਲ ਜਿੱਦ ਕਰਦਾ ਹੈ, ਮੰਗਦਾ ਵੀ ਔਰ ਉਹਨਾਂ ਦੇ ਨਾਲ ਖੇਲਦਾ ਹੈ। ਤੇ ਸੰਤੋਖ ਤਾਂ ਕਾਈਂਡ ਆਫ ਅਵਸਥਾ, ਜਦੋਂ ਵੀ ਤੁਸੀਂ ਤੁਰੀਆ ਅਵਸਥਾ 'ਚ ਗਏ ਨਾ ਤੇ ਤੁਹਾਡੇ 'ਚ ਸੰਤੋਖ ਆ ਜਾਣਾ ਹੈ। ਜਿੱਦਾਂ ਬੱਚਾ ਫਿਰ ਖਿਡੌਣਿਆਂ ਨੂੰ ਮੰਗਦਾ ਨਹੀਂ ਆ, ਉਹਨੇ ਛੱਡਿਆ ਨਹੀਂ ਆ, ਉਹਨੇ ਤਿਆਗ ਨਹੀਂ ਕੀਤਾ, ਬਸ ਉਹਨੂੰ ਚਾਹੀਦੇ ਨਹੀਂ ਹੁਣ। ਨਿੱਜਰ ਸਾਹਿਬ ਮਤਲਬ ਸੰਤੋਖ ਵੀ ਜਿਹੜੀ ਹੈ ਤੁਹਾਡੀ ਇੱਕ ਅਵਸਥਾ ਵਾ। ਜਦੋਂ ਵੀ ਤੁਸੀਂ ਤੁਰੀਆ ਤੱਤ 'ਚ ਚੱਲ ਗਏ ਨਾ, ਜਾਗਰਤ, ਸਪਨ ਤੇ ਸੁਖਾਪਤੀ ਅਵਸਥਾ ਜਿਹੜੀ ਹੈਗੀ ਆ, ਤੁਸੀਂ ਉਹਦੇ ਅੰਦਰ ਜੋ ਵੀ ਕੁਝ ਹਲਚਲ ਹੋਊਗੀ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਇੱਕ ਐਸੇ ਥੰਮ ਦੇ ਉੱਤੇ ਚਲ ਗਏ ਜੋ ਹਿਲਦਾ ਨਹੀਂ ਪਿਆ। ਇਸ ਕਰਕੇ ਤੁਹਾਡੇ ਅੰਦਰ ਵੀ ਹਲਚਲ ਪੈਦਾ ਕਰਨੀ ਬਹੁਤ ਮੁਸ਼ਕਲ ਹੈ। ਕੋਈ ਬਹੁਤ ਜ਼ਿਆਦਾ ਵੀ ਕਰ ਦਈਏ ਤਾਂ ਵੀ ਨਹੀਂ ਤੁਹਾਡੇ ਅੰਦਰ ਹਲਚਲ ਪੈਦਾ ਹੋਣੀ। ਤੁਹਾਨੂੰ ਕੋਈ ਗਾਲਾਂ ਵੀ ਕੱਢ ਦੂਗਾ ਨਾ ਤੁਹਾਡੇ ਸਾਹਮਣੇ
ਤੁਹਾਡੇ ਅੰਦਰ ਹਲਚਲ ਹੀ ਨਹੀਂ ਪੈਦਾ ਹੋਊਗੀ। ਔਰ ਇਹ ਗੱਲ ਤੁਸੀਂ ਮੈਨੂੰ ਦੱਸਣਾ ਜ਼ਰੂਰ ਕਿ ਹਾਂ ਵੀਰ ਜੀ ਅੱਜ 6 ਮਹੀਨੇ ਹੋ ਗਏ ਮੈਂ ਤੁਰਿਆ ਤੱਤ 'ਚ ਜਾ ਰਿਹਾ ਤੇ ਮੈਨੂੰ ਕੋਈ ਗਾਲਾਂ ਕੱਢਣ ਦੇ ਤੇ ਮੈਨੂੰ ਗੁੱਸਾ ਆਉਂਦਾ। ਤੁਹਾਨੂੰ ਗੁੱਸਾ ਨਹੀਂ ਆ ਸਕਦਾ। ਨਿੱਜਾ ਸਾਹਿਬ ਦੇਖ ਲਓ, ਏਡੀ ਵੱਡੀ ਗੱਲ ਜੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਇਹ ਤਾਂ ਪਹਿਲੇ ਦਿਨ ਤੋਂ ਪ੍ਰੋਗਰੈਸ ਆਉਂਦੀ ਹੈ ਜੀ। ਪਹਿਲੇ ਦਿਨ ਨਿੱਜਾ ਸਾਹਿਬ ਸੌਰੀ, ਅੱਜ ਮੇਰਾ ਬੌਸ 15 ਮਿੰਟ ਗਾਲਾਂ ਕੱਢ ਕੇ ਗਿਆ, ਮਾਸਾ ਵੀ ਗੁੱਸਾ ਨਹੀਂ ਆਇਆ। ਐਕਸਪੈਰੀਮੈਂਟ ਤਾਂ ਇੱਥੇ ਹੀ ਹੁੰਦਾ। ਅਸੀਂ ਰੋਟੀ ਖਾਂਦੇ ਹਾਂ ਤੇ ਉਹ ਆਇਆ, ਕਹਿੰਦਾ ਤੁਸੀਂ 2 ਬੰਦੇ ਹੈਗੇ ਜੋ, ਤੇ ਮੈਂ ਕਿਹਾ ਅਸੀਂ ਰੋਟੀ ਖਾਂਦੇ ਹਾਂ। ਧਿਆਨ ਦਿੱਤਾ ਕਿ ਵੈਸਲ ਨੇ ਬੁਲਾਇਆ ਤੇ ਮਤਲਬ ਕਿ ਵਾਹਵਾ ਬੋਲ ਕੇ ਗਿਆ। ਤੇ ਮੈਂ ਹੈਰਾਨ ਹੁੰਦਾ ਕਿ ਅੰਦਰ ਹਲਚਲ ਪੈਦਾ ਨਹੀਂ ਹੁੰਦੀ ਨਿੱਜਾ ਸਾਹਿਬ, ਮਾਸਾ ਵੀ ਗੁੱਸਾ ਨਹੀਂ ਆਇਆ। ਜੇ ਤੁਹਾਨੂੰ ਪਤਾ 5-10 ਮਿੰਟ ਬੰਦਾ ਬੋਲੇ ਅਗਲਾ ਬੰਦਾ ਤੇ ਹਲਚਲ ਤੇ ਆਉਂਦੀ ਆ। ਉਹ ਮਨ ਦੇ ਉੱਤੇ ਕੋਈ ਤਰੰਗ ਨਹੀਂ ਪੈਦਾ ਹੋਈ। ਜਿੱਦ ਤੱਕ ਆਪਾਂ ਦੇਖੋ, ਪਤਾ ਕੀ ਆ, ਹੁਣ ਮੇਰੇ ਜੀਵਨ 'ਚ ਜੋ ਮੇਰੇ 'ਚ ਵਾਪਰਿਆ ਉਹ ਮੈਂ ਅਨੁਭਵ ਕਰ ਰਿਹਾ। ਹੁਣ ਤੁਹਾਡੇ ਜੀਵਨ 'ਚ ਜੋ ਵਾਪਰੂਗਾ ਉਹਦਾ ਅਨੁਭਵ ਤੁਸੀਂ ਕਰਨਾ ਹੈ। ਇਹ ਜਸਟ ਇਹ ਚੀਜ਼ ਨੂੰ ਆਪ ਨੋਟਿਸ ਕਰੋ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ। ਜਦੋਂ ਤੁਸੀਂ ਧਿਆਨ ਸਿਮਰਨ ਕਰਦੇ ਗਏ ਤੁਹਾਡੇ ਅੰਦਰ ਤਰੰਗ ਨਹੀਂ ਪੈਦਾ ਕੀਤੀ ਜਾ ਸਕਦੀ। ਠੀਕ ਹੈ ਨਿੱਜਾ ਸਾਹਿਬ? ਹਾਂਜੀ ਬਿਲਕੁਲ ਸਹੀ ਹੈ ਜੀ। ਹਾਂਜੀ ਅੱਗੇ ਚਲੋ ਜੀ। ਮਹੱਲਾ ਪਹਿਲਾ। ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ, ਹਉ ਨਾਹੀ ਤੂੰ ਹੋਵੇਂ। ਦੇਖੋ ਹੁਣ ਕਿੰਨਾ ਜਿਹੜਾ ਇੱਕ ਲਾਈਨ ਦੇ ਵਿੱਚ ਕਿੰਨਾ ਗਿਆਨ ਭਰਿਆ ਹੈ ਮਹਾਰਾਜ ਨੇ, ਪਹਿਲੀ ਪਾਤਸ਼ਾਹੀ ਨੇ। ਜਾਂ ਹੋ ਤੇਰਾ, ਕਹਿੰਦੇ ਜਦ ਮੈਂ ਆਪਣਾ ਸਾਰਾ ਕੁਝ ਤੈਨੂੰ ਦੇ ਦਿੱਤਾ, ਮੈਂ ਸਾਰਾ ਕੁਝ, ਮੇਰਾ ਕੁਝ ਨਹੀਂ, ਨਾ ਮੇਰਾ ਸਰੀਰ ਹੈਗਾ, ਨਾ ਕੁਝ ਮੇਰਾ ਹੈਗਾ, ਨਾ ਕੋਈ ਕੁਝ ਵੀ ਮੇਰਾ ਨਹੀਂ ਹੈਗਾ, ਮੈਂ ਸਾਰਾ ਕੁਝ ਹੀ ਤੈਨੂੰ ਦੇ ਦਿੱਤਾ। ਜਾਂ ਹੋ ਤੇਰਾ, ਆ ਦੇਖੋ ਹਉਮੈ ਪੂਰੀ ਦੇ ਦੇਣਾ ਕੀ ਹਉਮੈ ਦੇਣੀ ਹੈ, ਕਰਤਾਪੁਣਾ ਦੇਣਾ ਆ, ਮੈਂ ਦੇਣੀ ਆ। ਜਾਂ ਹੋ ਤੇਰਾ, ਤੇ ਮਾਲਕ ਨੇ ਕੀ ਕੀਤਾ, ਤਾਂ ਸਭ ਕੁਛ ਮੇਰਾ। ਕਹਿੰਦੇ ਮਾਲਕ ਨੇ ਕਿਹਾ ਵੀ ਆ ਸਾਰਾ ਕੁਝ ਤੇਰਾ ਹੀ ਆ ਭਾਈ, ਕਿਉਂਕਿ ਜਦ ਤੂੰ ਇਹਦੇ ਵਿੱਚੋਂ ਹੈ ਨਹੀਂਗਾ ਤੇ ਫਿਰ ਬਾਕੀ ਮਾਲਕ ਰਹਿ ਗਿਆ, ਤੇ ਮਾਲਕ ਦਾ ਸਾਰਾ ਕੁਝ ਉਹ ਤੇਰਾ ਹੀ ਹੈਗਾ। ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ, ਕਹਿੰਦੇ ਉਹਨੇ ਮੈਨੂੰ ਸਾਰਾ ਕੁਝ ਹੀ ਦੇ ਦਿੱਤਾ ਮਾਲਕ ਪਰਮਾਤਮਾ ਨੇ। ਹਉ ਨਾਹੀ ਤੂੰ ਹੋਵੇਂ, ਕਹਿੰਦੇ ਹੁਣ ਮੈਂ ਨਹੀਂ ਹੈਗਾ, ਪਰ ਉਹ ਮਾਲਕ ਹੀ ਹੈਗਾ। ਹੁਣ ਮੈਂ ਨਹੀਂ ਹੈਗਾ, ਹੁਣ ਮਾਲਕ ਹੀ ਮਾਲਕ ਹੈਗਾ। ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵੈ, ਕਹਿੰਦੇ ਉਹ ਮਾਲਕ ਪਰਮਾਤਮਾ ਆਪ ਹੀ ਸਾਰੀ ਤਾਕਤ ਦਾ ਮਾਲਕ ਹੈਗਾ। ਆਪੇ ਸਕਤਾ ਸ਼ਕਤੀ ਨੂੰ ਪੈਦਾ ਕਰਨ ਵਾਲਾ, ਆਪੇ ਸੁਰਤਾ ਸਾਰੀ ਸੋਚ ਦਾ ਮਾਲਕ, ਸਾਰੇ ਸਮਝ ਦਾ ਮਾਲਕ ਉਹ ਕਰਤਾ ਹੈ ਮਾਲਕ ਪਰਮਾਤਮਾ। ਸ਼ਕਤੀ ਜਗਤ ਪਰੋਵੈ, ਆਪਣੀ ਸ਼ਕਤੀ ਦੇ ਨਾਲ ਸੰਸਾਰ ਸਾਰੇ ਨੂੰ ਪਰੋ ਕੇ ਰੱਖਿਆ ਹੋਇਆ ਹੈ। ਸਾਰੇ ਜਿਹੜੇ ਹੈਗੇ ਇੱਕ ਨੈਟ ਦੇ ਦੁਆਰਾ ਜਿਹੜਾ ਹੈਗਾ, ਜਿਵੇਂ ਨੈਟ ਚੱਲਦਾ ਹੈ ਉਵੇਂ ਸਾਰੇ ਇੱਕ ਵੈਬ ਦੇ ਵਿੱਚ ਜਿਹੜੇ ਸਾਰੇ ਪਰੋਏ ਹੋਏ ਆ। ਪਿੱਛੇ ਇੱਕੋ ਸੂਤ ਹੈਗਾ ਮਾਲਕ ਪਰਮਾਤਮਾ ਦੀ ਸ਼ਕਤੀ ਦਾ। ਆਪੇ ਸ਼ਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵੈ, ਆਪੇ ਭੇਜੇ ਆਪੇ ਸੱਦੇ ਰਚਨਾ ਰਚ ਵੇਖੈ। ਕਹਿੰਦੇ ਆਪ ਹੀ ਜੀਵਾਂ ਨੂੰ ਭੇਜ ਰਿਹਾ ਆ ਦੁਨੀਆ ਦੇ ਵਿੱਚ, ਔਰ ਆਪ ਹੀ ਉਹਨਾਂ ਨੂੰ ਸੱਦੀ ਜਾ ਰਿਹਾ ਆ। ਕੋਈ ਆਈ ਜਾ ਰਿਹਾ, ਕੋਈ ਜਾਈ ਜਾ ਰਿਹਾ, ਕੋਈ ਖੇਡ ਰਹੇ ਆ। ਇਹ ਤੇਰੀ ਰਚਨਾ ਆ ਮਾਲਕਾ। ਆਪਣੀ ਰਚਨਾ ਨੂੰ ਤੂੰ ਜਿਹੜਾ ਹੈਗਾ ਰਚ ਕੇ ਤੇ ਪੂਰੀ ਤਰ੍ਹਾਂ ਦੇਖ ਰਿਹਾ ਆ। ਤੇਰੀ ਜਿਹੜੀ ਦੇਖ ਰੇਖ ਦੇ ਵਿੱਚ ਇਹ ਸਾਰੀ ਰਚਨਾ, ਸਾਰੀ ਖੇਡ ਚੱਲ ਰਹੀ ਆ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਤੁਰੇ ਲੇਖੈ। ਕਹਿੰਦੇ ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਆ, ਸੱਚਾ। ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ, ਉਹਦੀ ਹੋਂਦ ਉਹ ਅਬਨਾਸੀ ਹੈਗਾ, ਉਹਦੀ ਹੋਂਦ ਹਮੇਸ਼ਾ ਹੀ ਹੈਗੀ। ਕਹਿੰਦੇ ਉਸਨੇ ਮਿਲਣਾ ਆ ਸੱਚੀ ਨਾਈ। ਸੱਚੀ ਨਾਈ ਮਤਲਬ ਧਿਆਨ ਸਿਮਰਨ ਦੇ ਨਾਲ। ਆਹੀ ਇੱਕ ਜਿਹੜਾ ਹੈਗਾ ਮਾਲਕ ਨੂੰ ਮਿਲਣ ਵਾਲਾ ਜਿਹੜਾ ਹੈਗਾ ਰਸਤਾ ਹੈਗਾ, ਜਰੀਆ ਹੈਗਾ। ਇਹੀ ਸੱਚਾ ਜਰੀਆ ਹੈਗਾ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਤੁਰ ਲੇਖੈ। ਕਹਿੰਦੇ ਸੱਚ ਨਹੀਂ, ਤੁਰੋਂ ਮਾਲਕ ਨੇ ਜਿਹੜਾ ਹੈਗਾ ਇਹ ਬਿਉਂ ਤੇ ਖੇਡ ਬਣਾਈ ਆ ਵੀ ਸੱਚ ਨਹੀਂ ਲੇਖੇ 'ਚ ਪੈਣਾ ਹੈ ਭਾਈ। ਝੂਠ ਦੇ ਨਾਲ, ਝੂਠ ਜਿਹੜਾ ਮਾਇਆ ਫੈਬਰੀਕੇਟਡ ਹੈਗੀ ਜਿਹੜੀ, ਇਹਦੇ ਨਾਲ ਆਪਾਂ ਜੁੜਾਂਗੇ ਤੇ ਉਹ ਆਪਣਾ ਲੇਖੇ 'ਚ ਨਹੀਂ ਪਏਗਾ। ਹਾਂਜੀ ਵੀਰ ਜੀ। ਹਾਂਜੀ ਨਿੱਜਾ ਸਾਹਿਬ ਤੁਕ ਬੋਲਦੇ। ਜਾਂ ਹੋ ਤੇਰਾ, ਮਹੱਲਾ ਪਹਿਲਾ। ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ, ਹਉ ਨਾਹੀ ਤੂੰ ਹੋਵੇਂ। ਕੰਡੀਸ਼ਨ ਬੜੀ ਹਾਰਡ ਆ ਗੋਰਕੀ ਸਾਹਿਬ।
ਹਾਂ ਇਹ ਮਤਲਬ ਜਾਂ ਹਾਂ ਤੇਰਾ, ਜਦੋਂ ਮੈਂ ਤੇਰਾ ਹੋ ਜਾਂਦਾ ਤੇ ਸਾਰਾ ਕੁਝ ਮੇਰਾ ਹੋ ਜਾਂਦਾ। ਹਾਂ ਮਾਲਕ ਕਹਿੰਦਾ ਤੂੰ ਮੇਰਾ ਬਣ ਗਿਆ, ਹੁਣ ਫਿਰ ਜਦ ਮੈਂ ਮਾਲਕ ਦਾ ਹੀ ਬਣ ਗਿਆ ਆ ਤੇ ਮਾਲਕ ਦਾ ਸਾਰਾ ਕੁਝ ਮੇਰਾ ਹੀ ਆ ਫਿਰ। ਹਾਂ ਕਹਿਣ ਤੋਂ ਭਾਵ ਹੈ ਕਿ ਬੂੰਦ ਸਮੁੰਦਰ ਦੇ ਵਿੱਚ ਜਦੋਂ ਬੂੰਦ ਗਈ ਤੇ ਫਿਰ ਬੂੰਦ ਥੋੜੀ ਰਹਿ ਗਈ, ਉਹ ਵੀ ਤੇ ਸਾਗਰ ਹੋ ਗਈ ਨਾ। ਹਾਂ ਸਹੀ ਹੈ ਨਿੱਜਰ ਸਾਹਿਬ? ਬਿਲਕੁਲ, ਉਹ ਤੇ ਉਹਦਾ ਹੀ ਹਿੱਸਾ ਹੋ ਗਈ ਨਾ। ਇਸੇ ਤਰ੍ਹਾਂ ਹੀ ਦੇਖੋ ਹੁਣ ਆਪਾਂ ਜਦ ਤੱਕ ਆਪਾਂ ਇਕੱਲੇ ਆ ਤੇ ਇਕੱਲੇ ਆ, ਤੇ ਜਦੋਂ ਆਪਾਂ ਬ੍ਰਹਮ ਦੇ ਵਿੱਚ ਤੁਰੀਆ ਅਵਸਥਾ ਦੇ ਵਿੱਚ ਚੱਲ ਜਾਂਦੇ ਆ ਤੇ ਫਿਰ ਤੇ ਬ੍ਰਹਮ ਤੇ ਸਾਡੇ 'ਚ ਕੋਈ ਫਰਕ ਥੋੜੀ ਰਹਿ ਗਿਆ। ਕਿਉਂਕਿ ਉਹ ਅਸੀਂ ਵੀ ਤਾਂ ਉਸੇ ਲੈਵਲ ਤੇ ਪਹੁੰਚ ਗਏ ਨਾ ਜਿਸ ਲੈਵਲ ਤੇ ਬ੍ਰਹਮ ਬੈਠਾ। ਬ੍ਰਹਮ ਵੀ ਗਤੀਹੀਨ ਹੈ ਤੇ ਅਸੀਂ ਵੀ ਗਤੀਹੀਨ ਆ। ਹੁਣ ਬ੍ਰਹਮ 'ਚ 3 ਅਵਸਥਾ ਹੈਗੀਆਂ ਨੇ, ਜਾਗਰਤ, ਸਪਨ ਤੇ ਸੁਖਾਪਤੀ। ਤੇ ਅਸੀਂ ਵੀ ਉੱਥੇ ਹੀ ਬੈਠੇ ਜਿੱਥੇ ਬ੍ਰਹਮ ਬੈਠਾ ਵਾ, ਅਚਲ ਬੈਠਾ ਵਾ। ਉਹਦੇ ਤੇ ਵੀ 3 ਅਵਸਥਾਵਾਂ ਦਾ ਕੋਈ ਪ੍ਰਭਾਵ ਨਹੀਂ। ਅਸੀਂ ਵੀ ਜਿੱਥੇ ਬਹਿ ਗਏ ਆ ਸਾਡੇ ਤੇ ਵੀ ਕੋਈ ਪ੍ਰਭਾਵ ਨਹੀਂ ਆ। ਉਸ ਅਵਸਥਾ 'ਚ ਤੁਹਾਨੂੰ ਦੁੱਖ ਨਹੀਂ ਚਿੰਬੜ ਸਕਦਾ, ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦਾ। ਕਿਉਂਕਿ ਇਹ ਜਿਹੜੀਆਂ ਨੇ ਇਹ ਭੌਤਿਕ ਜਗਤ 'ਚ ਹੋ ਰਹੀਆਂ ਨੇ ਘਟਨਾਵਾਂ। ਜਿਹੜਾ ਸਾਡਾ ਸਾਕਸ਼ੀ ਆ ਉਹਦੇ ਅੰਦਰ ਕੁਛ ਨਹੀਂ ਵਾਪਰਦਾ, ਉਹ ਤੇ ਸਥਿਰ ਤੱਤ ਆ, ਮੂਵਮੈਂਟਲੈਸ ਤੱਤ ਆ। ਸਹੀ ਹੈ ਨਜਰ ਸਾਹਿਬ? ਬਿਲਕੁਲ। ਜਾਂ ਤੇਰਾ ਤਾਂ ਸਭ ਕੁਛ ਮੇਰਾ, ਹੋ ਨਾ ਹੀ ਤੂੰ ਹੋਵੇਂ। ਕਹਿੰਦੇ ਬਸ ਜਦ ਮੈਂ ਨਹੀਂ ਹੋਊਂਗਾ ਤੇ ਤਾਂ ਹੀ ਤੂੰ ਹੋਏਗਾ ਭਾਈ। ਇਹੀ ਹੈਗਾ। ਠੀਕ ਹੈ। ਤੇ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵੇਂ। ਕਹਿੰਦੇ ਤੂੰ ਆਪ ਹੀ ਹੈਗਾ ਆ। ਸ਼ਕਤਾ ਮਤਲਬ ਤਾਕਤਵਰ, ਸਾਰੀ ਸ਼ਕਤੀ ਦਾ ਮਾਲਕ, ਸਾਰੀ ਸ਼ਕਤੀ ਪੈਦਾ ਕਰਨ ਵਾਲਾ। ਆਪੇ ਸੁਰਤਾ ਸਾਰੀ ਸੋਚ, ਸਾਰੀ ਸੂਝ ਦਾ ਮਾਲਕ ਵੀ ਤੂੰ ਹੀ ਹੈਗਾ। ਸ਼ਕਤੀ ਜਗਤ ਪਰੋਵੇਂ, ਇਸ ਸੰਸਾਰ ਨੂੰ ਆਪਣੀ ਪਾਵਰ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਸੰਸਾਰ ਨੂੰ ਪੂਰਾ ਪਰੋ ਕੇ ਰੱਖਿਆ ਹੋਇਆ ਤੂੰ। ਹਾਂਜੀ ਗੋਪੀ ਸਾਹਿਬ। ਹਾਂ ਬਿਲਕੁਲ ਠੀਕ ਹੈ, ਸਹੀ ਹੈ, ਸਹੀ ਹੈ। ਹੁਣ ਵੇਖ ਲਓ ਜਗਤ ਨੂੰ ਜੇਕਰ ਦੇਖਿਆ ਜਾਵੇ ਤੇ ਉਹ ਪ੍ਰਮਾਤਮਾ ਨੇ ਪਰੋ ਕੇ ਤੇ ਰੱਖਿਆ ਹੋਇਆ। ਤੁਸੀਂ ਦੇਖ ਲਓ ਤੁਹਾਡਾ ਵੀ ਜੀਵਨ ਜਿਹੜਾ ਹੈ ਕਿੱਦਾਂ ਉਹਨੂੰ ਤੁਹਾਨੂੰ ਗ੍ਰਿਸ਼ਤੀ 'ਚ ਪਾਇਆ ਹੈ, ਕਿੱਦਾਂ ਜ਼ਿੰਮੇਵਾਰੀਆਂ ਨੇ। ਤੁਸੀਂ ਆਪਣੀ ਮਰਜ਼ੀ ਥੋੜੀ ਕਰ ਸਕਦੇ ਜੇ, ਤੁਹਾਨੂੰ ਪੂਰਾ ਟਾਈਟ ਕੀਤਾ ਹੋਇਆ। ਤੁਸੀਂ ਸਮਾਜ, ਤੁਹਾਨੂੰ ਇਹ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਭੱਜੇ ਜਾਓ, ਤੁਹਾਨੂੰ ਸਮਾਜ ਵੇਂਦਾ ਰਹਿੰਦਾ। ਪਿੰਡ ਵਾਲੇ ਨਜ਼ਰ ਰੱਖਦੇ ਤੁਹਾਡੇ ਤੇ। ਨਿਜਰ ਸਾਹਿਬ ਬਿਲਕੁਲ। ਕਿੱਦਾਂ ਸ਼ਰੀਕ ਬਣੇ ਨੇ, ਪਰਿਵਾਰ ਬਣੇ ਨੇ, ਪਿੰਡ ਵਾਲੇ ਨੇ। ਜੇ ਤੁਸੀਂ ਜ਼ਿਆਦਾ ਵੀ ਬਾਹਰ ਆ ਗਏ ਤੇ ਤੁਹਾਡਾ ਜਿਹੜਾ ਤੁਸੀਂ ਮੰਨ ਲਓ ਹਿੰਦੂ, ਮੁਸਲਿਮ, ਸਿੱਖ ਜੋ, ਫਿਰ ਅਗਲੇ ਨੇ ਕਹਿਣਾ ਵੀ ਉਹ ਮੁਸਲਿਮ ਵੇਖੋ ਬੰਦਾ, ਉਹ ਨਹੀਂ ਕਹਿੰਦੇ ਚਰਨਜੀਤ ਹੈ, ਉਹ ਕਹਿੰਦੇ ਉਹ ਵੇ ਸਰਦਾਰ, ਸਿੱਖ ਕੌਮ ਦਾ ਬੰਦਾ। ਉਹ ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਨੇ ਬੜਾ ਸਿਸਟਮੈਟਿਕਲੀ ਅਰੇਂਜ ਕੀਤਾ ਹੈ ਬੰਦੇ ਨੂੰ। ਔਰ ਜਾਨਵਰ ਵੀ ਹਰ ਚੀਜ਼ ਨੂੰ ਪ੍ਰੋਪਰਲੀ ਪਰੋਇਆ ਹੈ, ਪ੍ਰਸਾਈਜ਼ਲੀ। ਨਿਜਰ ਸਾਹਿਬ ਬਿਲਕੁਲ ਕਾਈਂਡ ਆਫ ਮੈਂ ਵੇਂਦਾ ਪਿਆ ਨਾ, ਹਰ ਚੀਜ਼ ਨੂੰ ਆਰਗੇਨਾਈਜ਼ ਕੀਤਾ ਹੈ। ਠੀਕ ਹੈ ਜੀ, ਕਿਉਂਕਿ ਸ਼ਕਤੀ ਵਾਲਾ ਉਹਨੇ ਇਹ ਚੀਜ਼ ਨੂੰ ਬਣਾਇਆ ਵਾ। ਔਰ ਬੰਦੇ ਨੂੰ ਉਸ ਰੈਗੂਲੇਸ਼ਨ ਦਾ ਫੋਲੋ, ਮਤਲਬ ਕਿ ਕਾਨੂੰਨ ਨੂੰ ਮੰਨਣਾ ਪੈਂਦਾ ਹੈ ਕਾਫੀ ਹੱਦ ਤੱਕ। ਨਿਜਰ ਸਾਹਿਬ ਹਾਂ ਬਿਲਕੁਲ। ਹਾਂਜੀ ਅੱਗੇ ਚਲੀਏ। ਹਾਂ ਕਿਉਂਕਿ ਆਪਣਾ ਸਰੀਰ ਤਾਂ 5 ਤੱਤਾਂ ਦਾ ਹੈਗਾ ਨਾ, ਜਿਹੜੇ ਵਿੱਚ ਗਤੀ ਹੋ ਰਹੀ ਹੈ ਸਰੀਰ ਦੇ ਵਿੱਚ। ਇਹ ਕਠਪੁਤਲੀਆਂ ਜਿਹੜੀਆਂ ਘੁੰਮ ਰਹੀਆਂ ਤੇ ਉਹ ਪਿੱਛੇ ਧਾਗਾ ਤਾਂ ਦੂਸਰਾ ਹੈ ਨਾ ਭਾਈ। ਹਾਂ ਉਹਨੂੰ ਅਰੇਂਜ ਤੇ ਉਹਨੇ ਕੀਤਾ ਨਾ ਨਿਜਰ ਸਾਹਿਬ। ਹੁਣ ਜਿਹੜਾ ਹੁਣ ਕਹਿੰਦੇ ਕਿ ਸਧਾਰਨ ਬੰਦਾ ਪਤਾ ਨਹੀਂ, ਕਹਿੰਦੇ 1600 ਲੀਟਰ ਖੂਨ ਪੰਪ ਕਰਦਾ ਸਾਡਾ ਦਿਲ ਇੱਕ ਦਿਨ 'ਚ। ਤੇ ਨਾਲੇ ਮੈਨੂੰ ਕਹੋ ਕਿ ਦੂਜੀ ਮੰਜ਼ਿਲ ਤੇ 1600 ਲੀਟਰ ਪਾਣੀ ਚੜਾ ਦੇ ਬਾਲਟੀਆਂ ਭਰ ਕੇ। ਤੇ ਵਾਲਾਂ ਤੋਂ ਬਰੀਕ ਨਾੜੀਆਂ ਨੇ ਜਿੱਥੇ ਪਾਣੀ ਦਾ ਖੂਨ ਜਾ ਰਿਹਾ ਆਪਣਾ। ਤੇ ਇਹ ਤੇ ਪ੍ਰਮਾਤਮਾ ਦਾ ਹੁਕਮ ਹੈ। ਠੀਕ ਹੈ ਨਿਜਰ ਸਾਹਿਬ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਕਹਿੰਦੇ ਸੰਸਾਰ ਵਿੱਚ ਇਹ ਮੁਸਾਫਰ ਖਾਨਾ ਹੈਗਾ ਭਾਈ। ਇਹਦੇ ਵਿੱਚ ਜੀਵਾਂ ਨੂੰ ਭੇਜਣ ਦਾ ਕੰਮ ਮਾਲਕ ਦਾ ਹੈਗਾ ਤੇ ਬੁਲਾਉਣ ਦਾ ਵੀ ਮਾਲਕ ਦਾ ਹੈਗਾ। ਸਮਾਂ ਨਿਰਧਾਰਿਤ ਆ। ਇੰਨੀ ਆਪਾਂ ਜਿਹੜਾ ਹੈਗਾ ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ। ਬਸ ਅਗਲਾ ਛੋਰ ਨੇੜੇ ਆ ਜਾਂਦਾ ਉਮਰ ਦਾ, ਔਰ ਪਿਛਲਾ ਜਿਹੜਾ ਹੈਗਾ ਜਿੱਥੋਂ ਸਟਾਰਟ ਕੀਤਾ ਉਹ ਦੂਰ। ਅੱਛਾ, ਔਰ ਰੋਜ਼ ਉਹ ਜਿਹੜਾ ਹੈਗਾ ਦੂਰ ਆਪਾਂ ਦੂਰ ਜਾ ਰਹੇ ਹਾਂ। ਔਰ ਆਪਣਾ ਪੇਪਰ ਉਹੀ ਦਾ ਉਹੀ ਹੈ, ਔਰ ਆਪਣਾ ਜਿਹੜਾ ਸਮਾਂ ਘਟੀ ਜਾ ਰਿਹਾ ਹੈ ਭਾਈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਇਹ ਸਾਰੀ ਰਚਨਾ ਜਿਹੜੀ ਹੈ ਮਾਲਕ ਪਰਮਾਤਮਾ ਦੀ ਜਿਹੜੀ ਹੈ ਚੱਲ ਰਹੀ ਆ, ਗਤੀ ਦੇ ਨਾਲ ਆ ਸਾਰੀ ਦੀ ਸਾਰੀ। ਇਹਨੂੰ ਪੂਰਾ ਮਾਲਕ ਪਰਮਾਤਮਾ ਕੰਟਰੋਲ ਕਰ ਰਿਹਾ ਆ, ਦੇਖ ਰਿਹਾ ਆ ਧਿਆਨ ਦੇ ਨਾਲ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਅੱਜ ਮੈਂ ਨਾ ਨਿਜਰ ਸਾਹਿਬ ਵੀਡੀਓ ਵੇਖਣ ਡਿਆ ਤੇ ਉਹ ਕਹਿੰਦੇ ਸੀ ਕਿ ਜਿਹੜਾ ਬ੍ਰਹਿਮੰਡ ਆ ਨਾ, ਉਹ ਜਿਹੜਾ ਆਪਣਾ ਪਤਾ ਨਹੀਂ ਕਿਹੜਾ ਟੈਲੀਸਕੋਪ ਹੈਗਾ ਵਾ, ਪਤਾ ਨਹੀਂ ਕਿੰਨੇ ਸਾਲ ਪਹਿਲਾਂ ਛੱਡਿਆ ਸੀ ਬ੍ਰਹਿਮੰਡ 'ਚ। ਤੇ ਉਹ ਫੋਟੋ ਲਈ ਤੇ ਸਾਡੀ ਜਿਹੜੀ ਧਰਤੀ ਸੀ ਉੱਥੋਂ ਇੰਝ ਲੱਗਦੀ ਜਿੱਦਾਂ ਰੇਤਾ ਦਾ ਕਣ ਹੈ। ਉਹ ਕਹਿੰਦੇ ਕਿ ਇਹ ਧਰਤੀ ਦਾ ਇਹ ਇੱਕ ਛੋਟਾ ਜਿਹਾ ਰੇਤਾ ਦਾ ਕਣ ਜੇ ਮੰਨ ਲਓ ਬ੍ਰਹਿਮੰਡ 'ਚ ਗੁੰਮ ਵੀ ਹੋ ਜਾਂਦਾ ਨਾ ਤੇ ਬ੍ਰਹਿਮੰਡ ਨੂੰ ਪਤਾ ਵੀ ਨਹੀਂ ਲੱਗਣਾ।
ਆਪ ਜਸਟ ਸਾਧ ਸੰਗਤ ਜੀ ਸਮਝਦੇ ਮੇਰੀ ਗੱਲ? ਤੇ ਆਪਣੀ ਕੀ ਵੈਲਿਊ ਹੈ ਫਿਰ ਉੱਥੇ? ਤੁਸੀਂ ਮੈਂ ਕਿੱਥੇ ਬੈਠੇ ਆ ਜਿਹੜੀ ਧਰਤੀ ਹੈ ਨਾ, ਇਹ ਕਹਿੰਦੇ ਕਿ ਰੇਤਾ ਦੇ ਕੰਨ ਤੋਂ ਵੀ ਛੋਟੀ ਹੈ ਧਰਤੀ ਉਹ ਬ੍ਰਹਿਮੰਡ ਦੇ ਅੰਦਰ। ਪਤਾ ਹੀ ਕਿੰਨੀਆਂ ਕੁ ਧਰਤੀਆਂ ਤੇ ਕਿੰਨੇ ਕੁ ਸੂਰਜ ਕਿੱਥੇ ਕੀ ਕੁਝ ਆ, ਔਰ ਕਈ ਤਾਰੇ ਤੇ ਇੰਨੇ ਕੁ ਦੂਰ ਆ ਉਹਨਾਂ ਦਾ ਪ੍ਰਕਾਸ਼ ਵੀ ਸਾਡੇ ਕੋਲ ਪਹੁੰਚਣ ਦਿਆ। ਤੇ ਇਹ ਇੱਕ ਰੇਤਾ ਦਾ ਕਣ ਆ ਧਰਤੀ ਸਾਡੀ, ਉਹ ਬ੍ਰਹਿਮੰਡ ਦੇ ਅੰਦਰ ਪ੍ਰਮਾਤਮਾ ਦੇ ਘਰ। ਉਹ ਸਹੀ ਗੱਲ ਸੀ। ਮੈਂ ਤੁਹਾਨੂੰ ਕਹਾਣੀ ਨਹੀਂ ਸੁਣਾਉਂਦਾ ਸਾਂ ਇੱਕ, ਉਹ ਪੁਰਾਣੀ ਕਹਾਣੀ। ਉਹ ਤੇ ਵੇਖੋ ਅੱਜ ਤੇ ਨਿੱਜਰ ਸਾਹਿਬ ਕਿੰਨੇ ਹਜ਼ਾਰ ਸਾਲ ਪਹਿਲੇ ਉਹਨਾਂ ਨੂੰ ਪਤਾ ਸੀ ਕਿੰਨੀਆਂ ਧਰਤੀਆਂ ਵਾ। ਉਹ ਕਹਿੰਦੇ ਆ ਕੋਈ ਰਾਜਾ ਸੀ ਤੇ ਰਾਜੇ ਨੇ ਸਾਰੀ ਧਰਤੀ ਜਿੱਤ ਲਈ, ਜਿੱਤ ਕੇ ਤੇ ਮੁੜ ਕੇ ਜੀ ਉੱਥੇ ਚਲਾ ਗਿਆ, ਪਤਾ ਨੀ ਕਿਤੇ ਪ੍ਰਮਾਤਮਾ ਦੇ ਦਰਬਾਰ 'ਚ ਚਲਾ ਗਿਆ। ਤੇ ਉੱਥੇ ਇੱਕ ਨਾਲ ਸੈਨਾ ਵੀ ਲੈ ਗਿਆ, ਕੋਈ ਜੱਪੀ ਤੱਪੀ ਹੋਊਗਾ। ਕਹਿੰਦੇ ਸੈਨਾ ਲੈ ਗਿਆ, ਕਹਿੰਦੇ ਬੂਹਾ ਖੜਕਾਇਆ, ਬੜਾ ਵੱਡਾ ਵਿਸ਼ਾਲ ਦਰਵਾਜ਼ਾ, ਬੜਾ ਵਿਸ਼ਾਲ ਦਰਵਾਜ਼ਾ। ਉਹ ਕਹਿੰਦਾ ਬੂਹਾ ਪਾ ਖੜਕਾਇਆ ਤੇ ਅੰਦਰੋਂ ਇੱਕ ਬੜਾ ਵੱਡਾ ਬੰਦਾ ਨਿਕਲਿਆ, ਬਾਹਰ ਆ ਗਿਆ। ਥੱਲੇ ਵੇਖਿਆ ਤੇ ਕਹਿੰਦਾ ਕੌਣ ਆ? ਉਹ ਥੱਲੋਂ ਵੀ ਇੱਕ ਰਾਜਾ ਵੀ ਸੀ, ਨਾਲ ਫੌਜ ਫੂਜ ਵੀ ਨਾਲ ਖੜੀ। ਤੇ ਕਹਿੰਦਾ ਕਿ ਮੈਂ ਰਾਜਾ ਵਾਂ। ਕਹਿੰਦਾ ਅੱਛਾ ਕੀ ਮਸਲਾ ਹੈ? ਮਸਲਾ ਕਹਿੰਦਾ ਕੁਛ ਨੀ, ਮੈਂ ਧਰਤੀ ਜਿੱਤੀ ਹੈ। ਕਹਿੰਦਾ ਅੱਛਾ ਕਿਹੜੀ ਧਰਤੀ ਜਿੱਤੀ ਹੈ ਤੂੰ? ਕਹਿੰਦਾ ਕਿਹੜੀ ਧਰਤੀ ਜਿੱਤੀ ਹੈ ਮਤਲਬ? ਕਹਿੰਦਾ ਮਤਲਬ ਤੁਸੀਂ ਕਿਹੜੀ ਧਰਤੀ ਜਿੱਤ ਕੇ ਆਏ ਜੋ? ਉਹ ਕਹਿੰਦਾ ਇੱਕੋ ਤਾਂ ਧਰਤੀ ਆ ਜਿਹੜੀ ਇੱਥੇ ਜਿੱਥੋਂ ਅਸੀਂ ਆਏ ਆ। ਕਹਿੰਦਾ ਉਹ ਭਰਾਵਾ ਇੱਕੋ ਧਰਤੀ ਨੀ ਹੈਗੀ। ਅੱਛਾ ਉਹ ਫਲਾਣੀ ਧਰਤੀ ਤੋਂ ਆਇਆ ਵਾ, ਲੈਟ ਮੀ ਚੈੱਕ। ਕਹਿੰਦਾ ਮੈਨੂੰ ਚੈੱਕ ਕਰਨ ਦੇ, ਸਾਡੇ ਕੋਲ ਇੰਡੈਕਸ ਹੈਗੀ ਆ ਸਾਰੀਆਂ ਧਰਤੀਆਂ ਜਿੰਨੀਆਂ ਵੀ ਹੈਗੀਆਂ ਨੇ ਬ੍ਰਹਿਮੰਡ 'ਚ। ਕਹਿੰਦਾ ਅੱਛਾ। ਪਹਿਲੀ ਗੱਲ ਤੇ ਰਾਜੇ ਦਾ ਦਿਮਾਗ ਹਿੱਲ ਗਿਆ, ਕਹਿੰਦਾ ਕਿ ਅਸੀਂ ਤਾਂ ਸੋਚਿਆ ਇੱਕੋ ਧਰਤੀ ਹੈ, ਤੇ ਕਹਿੰਦਾ ਪਤਾ ਨੀ ਕਿੰਨੀਆਂ ਕੁ ਧਰਤੀਆਂ। ਫਿਰ ਕਹਿੰਦਾ ਘੰਟੇ ਡੇਢ ਘੰਟੇ ਬਾਅਦ ਉਹ ਅੰਦਰੋਂ ਆਇਆ, ਕਹਿੰਦਾ ਹਾਂ ਲੱਗ ਗਿਆ ਪਤਾ ਮੈਨੂੰ ਜਿਹੜੀ ਧਰਤੀ ਤੇ ਤੂੰ ਆਇਆ ਵਾ। ਕਹਿੰਦਾ ਇੱਕ ਸਾਹਮਣੇ ਪਹਾੜ ਹੈਗਾ ਹੀ, ਤੇ ਉੱਥੇ ਜਾ ਤੇ ਉੱਥੇ ਆਪਣਾ ਨਾ ਨਾਂ ਲਿਖਿਆ। ਕਹਿੰਦਾ ਨਾਂ ਕੀ ਲਿਖਿਆ? ਕਹਿੰਦਾ ਕੋਈ ਧਰਤੀ ਜਿੱਤੀ ਹੈ। ਕਹਿੰਦਾ ਅੱਛਾ। ਤੇ ਕਹਿੰਦਾ ਮਤਲਬ ਉੱਥੇ ਤੇ ਮੈਨੂੰ ਖੁਦ ਲਿਖਣਾ ਪਊ? ਕਹਿੰਦਾ ਇਹੋ ਹੀ ਅਸੂਲ ਆ, ਜਦੋਂ ਵੀ ਕਿਸੇ ਨੇ ਕੋਈ ਧਰਤੀ ਜਿੱਤੀ ਉਹ ਖੁਦ ਹੀ ਆਇਆ ਆਪਣਾ ਨਾਂ ਲਿਖਣ ਵਾਸਤੇ, ਤੇ ਤੈਨੂੰ ਹੀ ਲਿਖਣਾ ਪੈਣਾ। ਉਹ ਉੱਥੇ ਨਾਂ ਲਿਖਣ ਜਾਂਦਾ ਪਹਾੜ ਦੇ ਉੱਤੇ। ਉਹ ਬੜਾ ਕਹਿੰਦਾ ਵਿਸ਼ਾਲ ਪਹਾੜ, ਉੱਥੇ ਜਗ੍ਹਾ ਹੀ ਨਹੀਂ ਗਈ, ਇੰਨੇ ਦੁਨੀਆਂ ਨੇ ਨਾਂ ਲਿਖੇ ਨਿੱਜਰ ਸਾਹਿਬ। ਉਹ ਕਹਿੰਦਾ ਉੱਥੇ ਤੇ ਜਗ੍ਹਾ ਹੀ ਨਹੀਂ ਹੈਗੀ। ਕਹਿੰਦਾ ਏਦਾਂ ਕਰ ਕਿ ਕਿਸੇ ਦਿਨ ਉੱਥੇ ਨਾਂ ਕਿਤੇ ਮਿਟਾ ਦੇ ਤੇ ਆਪਣਾ ਲਿਖਿਆ ਨਿੱਜਰ ਸਾਹਿਬ। ਤੇ ਰਾਜਾ ਕਹਿੰਦਾ ਕਿ ਇਹ ਤੇ ਕੋਈ ਸਾਰ ਨੀ ਆ, ਮੈਂ ਕਿਸੇ ਦਾ ਮਿਟਾਊਂਗਾ, ਕੱਲ ਨੂੰ ਕੋਈ ਹੋਰ ਹੋਊਗਾ ਮੇਰਾ ਮਿਟਾ ਦੂਗਾ। ਤੇ ਉਹ ਵਾਪਸ ਆ ਜਾਂਦਾ, ਕਹਿੰਦਾ ਚੰਗਾ ਸੈਨਾ ਦਾ ਕੋਈ ਬੰਦਾ ਨਾਲ ਨੀ ਗਿਆ, ਨਹੀਂ ਤੇ ਬੇਇੱਜ਼ਤੀ ਹੋ ਜਾਣੀ ਮੇਰੀ ਕਿ ਮੈਂ ਆਪਣੇ ਥਾਂ ਆਕੜਿਆ ਫਿਰਦਾ ਕਿ ਮੈਂ ਧਰਤੀ ਜਿੱਤੀ ਆ। ਤੇ ਫਿਰ ਉਹ ਉਸੇ ਬੰਦੇ ਨੂੰ ਕਹਿੰਦਾ ਕਿ ਦਰਬਾਰੀ ਹੁੰਦਾ ਨਾ ਜਿਹੜਾ ਬੂਹੇ ਤੇ ਗੜੀ ਖਲੋਤਾ ਹੁੰਦਾ, ਦਰਬਾਨ। ਉਹ ਕਹਿੰਦਾ ਕਿ ਮੈਨੂੰ ਰੱਬ ਨੂੰ ਮਿਲਾ ਦੋ। ਅੱਛਾ। ਉਹ ਕਹਿੰਦਾ ਕਿ ਰੱਬ ਨੂੰ ਇਹ ਕਿਹੜਾ ਸਵਾਲ ਕੀਤਾ? ਕਹਿੰਦਾ ਕਾਫੀ ਔਖਾ ਸਵਾਲ ਆ। ਕਹਿੰਦਾ ਕਿਉਂ ਤੂੰ ਨੀ ਰੱਬ ਨੂੰ ਮਿਲਦਾ, ਤੂੰ ਤੇ ਦਰਵਾਜ਼ੇ ਦੇ ਬਾਹਰ ਹੀ ਬੈਠਾ। ਉਹ ਕਹਿੰਦਾ ਕਿ ਇਹ ਜਿਹੜਾ ਅੰਦਰ ਪਹਾੜ ਵੇਖ ਕੇ ਆਇਆ ਨਾ ਜਿੱਥੇ ਨਾਂ ਲਿਖੇ ਜਿਨ੍ਹਾਂ ਧਰਤੀਆਂ ਜਿੱਤੀਆਂ, ਪਤਾ ਹੀ ਨਹੀਂ ਮੈਂ ਕਦੋਂ ਕਦਾ ਇੱਥੇ ਬੈਠਾ ਦਰਵਾਜ਼ੇ ਤੇ ਮੈਂ ਅਜੇ ਤੱਕ ਰੱਬ ਨੂੰ ਲੰਘਦੇ ਨਹੀਂ ਵੇਖੇ। ਤੇਰੀਆਂ ਵਰਗੀ ਜਿਹੜੀ ਧਰਤੀ ਤੂੰ ਆਇਆ, ਪਤਾ ਨੀ ਕਿੰਨੀਆਂ ਅਨੰਤ ਧਰਤੀਆਂ ਬਣ ਗਈਆਂ ਨੇ, ਨਸ਼ਟ ਹੋ ਗਈਆਂ ਨੇ, ਬਣਦੀਆਂ ਪਈਆਂ ਨੇ, ਪਰ ਅਜੇ ਤੱਕ ਮੈਂ ਆ ਦਰਵਾਜ਼ੇ ਚੋਂ ਪ੍ਰਮਾਤਮਾ ਨੂੰ ਬਾਹਰ ਨਹੀਂ ਆਉਂਦੇ ਵੇਖਿਆ। ਤਾਂ ਕਹਿਣ ਤੋਂ ਭਾਵ ਆ, ਦੇਖੋ ਇਹ ਸਮਝਾਉਣ ਦੀ ਗੱਲ, ਮੈਂ ਵੈਸੇ ਹੀ ਹੈਰਾਨ ਹੁੰਨਾ ਕਿ ਆਪਣੀਆਂ ਪੁਰਾਤਨ ਕਹਾਣੀਆਂ 'ਚ ਵੀ ਜ਼ਿਕਰ ਹੈ ਕਿ ਧਰਤੀਆਂ ਵਾ। ਬਿਲਕੁਲ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਵੀ ਲਿਖਿਆ ਬਿਲਕੁਲ ਲਿਖਿਆ। ਹਾਂ ਕਿੰਨੀਆਂ ਧਰਤੀਆਂ। ਤੇ ਇਹ ਸਾਇੰਸ ਤੇ ਹੁਣ ਲੱਭ ਰਹੀ ਆ। ਇਹ ਦੇਖੋ ਆਪ ਜਸਟ ਇੱਕ ਸੋਚੋ ਕਿ ਜਿਹੜੇ ਅਧਿਆਤਮਿਕ ਜਦੋਂ ਬੰਦਾ ਅੰਦਰ ਆਪਣੀ ਸਮਾਧੀ ਲੀਨ ਹੁੰਦਾ ਤੇ ਵੇਖੋ ਕੈਸੀ ਚਿੰਤਨ ਕਰ ਜਾਂਦੇ ਨੇ। ਇਹ ਬ੍ਰਹਮੰਡ ਵੀ ਜਿਹੜਾ ਨਾ ਬਾਣੀ ਚਾਹੁੰਦਾ ਗੋਰਖੀ ਸਾਹਿਬ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਕੋਟ ਬ੍ਰਹਮੰਡ, ਕਰੋੜਾਂ ਬ੍ਰਹਮੰਡ ਆਉਂਦੇ। ਦੇਖ ਲਓ। ਹਾਂ ਇਹ ਤਾਂ ਮਤਲਬ ਕਿ ਉਹ ਸੁਖਮ ਟਰੈਵਲ ਕਰਕੇ ਉਹਨਾਂ ਚੀਜ਼ਾਂ ਨੇ ਸਾਰੇ ਡਾਟੇ ਕੱਢੇ ਨੇ ਕਿ ਇਹ ਵੇਖੋ। ਪਰ ਦੇਖੋ ਆਪ ਅਗਰ ਬਾਹਰ ਜਾਂਦੇ ਜੋ ਨਾ, ਭਾਵੇਂ ਜਿਹੜੀ ਮਰਜ਼ੀ ਧਰਤੀ ਤੇ ਚੱਲ ਜਾਓ, ਉੱਥੇ ਪ੍ਰਮਾਤਮਾ ਨਹੀਂ ਜਾਏਗਾ। ਪਰ ਇੰਨਾ ਸੌਖਾ ਪ੍ਰਮਾਤਮਾ ਕੋਲ ਜਾਣਾ ਤੁਹਾਡੇ ਅੰਦਰ ਹੀ ਆ। ਜੇ ਤੁਸੀਂ ਬਾਹਰ ਜਾਓਗੇ ਤੇ ਕਿਤੇ ਨਹੀਂ ਮਿਲਣਾ। ਤੇ ਜਿਹੇ ਤੁਸੀਂ ਆਪਣੇ ਅੰਦਰ ਆਪਣੀ ਦ੍ਰਿਸ਼ਟੀ ਨੂੰ, ਆਪਣੀ ਸੁਰਤੀ ਨੂੰ ਮੋੜ ਲੈਂਦੇ ਜੋ, ਤੇ ਤੁਹਾਡੇ ਅੰਦਰ ਹੀ ਪ੍ਰਮਾਤਮਾ ਤੁਹਾਨੂੰ ਮਿਲ ਜਾਂਦਾ। ਵੇਖੋ ਨਿੱਜਰ ਸਾਹਿਬ ਕਿੰਨਾ ਸੌਖਾ ਕੰਮ ਆ। ਬਿਲਕੁਲ ਸੌਖਾ ਕੰਮ ਹੈ। ਵੈਸੇ ਪਰਮਾਤਮਾ ਤਾਂ ਹਰ ਜਗ੍ਹਾ ਤੇ ਹੈਗਾ, ਪਰ ਉਹਨੇ ਜਿਹੜਾ ਹੈਗਾ ਮਿਲਣ ਦਾ ਰਸਤਾ ਜਿਹੜਾ ਹੈਗਾ ਆਪਣੇ ਅੰਦਰ ਰੱਖਿਆ ਹੋਇਆ, ਬਸ
ਇੰਨੀ ਕੀ ਗੱਲ ਆ। ਹਾਂ ਨਿੱਜਾ ਸਾਹਿਬ ਹੈ ਤੇ ਪ੍ਰਮਾਤਮਾ ਹੀ ਤੇ ਸਭ ਕੁਛ ਆ। ਇਹ ਸਮਾਨ ਸਮੂਨ ਧਰਤੀਆਂ ਧੁਰਤੀਆਂ ਪਾਣੀ ਪੂਣੀ ਕਿੱਥੋਂ ਆਉਣਾ? ਇਸ ਕਰਕੇ ਉਹਨੇ ਉਹਦੀ ਸ਼ਕਤੀ ਦਾ ਹੀ ਤੇ ਹੈ ਵਾ ਪਾਵਰ। ਬਿਲਕੁਲ। ਤੇ ਹਾਂਜੀ ਠੀਕ ਹੈ ਨਿੱਜਾ ਸਾਹਿਬ, ਅੱਗੇ ਆਖਰੀ ਲਾਈਨ ਆ ਗਈ, ਕਹਿੰਦੇ ਨਾਨਕ ਸੱਚਾ ਸੱਚੀ ਨਾਈ ਸੱਚ ਪਵੇ ਧੁਰ ਲੇਖੈ। ਮਹਾਰਾਜ ਕਹਿ ਰਹੇ, ਕਹਿੰਦੇ ਉਹ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ ਉਹ ਮਾਲਕ ਪਰਮਾਤਮਾ, ਤੇ ਉਹਨੂੰ ਜਿਹਨੇ ਕਿਸੇ ਨੇ ਲੱਭਣਾ ਹੈਗਾ ਭਾਈ, ਜਿਹਨੇ ਮਿਲਣਾ ਹੈਗਾ ਉਹਨੂੰ, ਤੇ ਸੱਚੀ ਨਾਈ ਕਹਿੰਦੇ ਧਿਆਨ ਸਿਮਰਨ ਦੇ ਦੁਆਰਾ ਹੀ ਉਹਨੂੰ ਮਿਲਿਆ ਜਾ ਸਕਦਾ ਆ, ਉਹਦੇ ਨਾਮ ਦੇ ਦੁਆਰਾ ਹੀ ਉਹਨੂੰ ਮਿਲਿਆ ਜਾ ਸਕਦਾ ਆ। ਸੱਚ ਪਵੈ ਧੁਰ ਲੇਖੈ, ਕਹਿੰਦੇ ਸੱਚ ਨਹੀਂ ਜਿਹੜਾ ਹੈਗਾ, ਇਹ ਸੱਚ ਦੇ ਨਾਲ ਹੀ ਜਿਹੜਾ ਹੈਗਾ ਤੁਰੋਂ ਮਾਲਕ ਦੀ ਲਿਖਤ ਇਹੀ ਹੈ ਵੀ ਸੱਚ ਦੇ ਨਾਲ ਹੀ ਮਾਲਕ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਸੱਚ ਨਹੀਂ ਜਿਹੜਾ ਲੇਖੇ 'ਚ ਪੈਣਾ ਹੈਗਾ, ਝੂਠ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹ ਖੇਡ ਚੋਂ ਬਾਹਰ ਨਹੀਂ ਆ ਸਕਦੇ। ਹਾਂ ਬਿਲਕੁਲ ਠੀਕ ਹੈ ਜੀ। ਬਾਣੀ ਤੇ ਸਾਧ ਸੰਗਤ ਜੀ ਕਹਿੰਦੇ ਆ ਕਿ ਜਦੋਂ ਤੁਸੀਂ ਤੁਰੀ ਅਵਸਥਾ 'ਚ ਗਏ ਨਾ ਤਾਂ ਤੁਸੀਂ ਸੱਚੇ ਹੋ ਜਾਣਾ, ਤੇ ਫਿਰ ਤੁਸੀਂ ਸੱਚ 'ਚ ਸਮਾ ਜਾਣਾ। ਕਿਉਂਕਿ ਕ੍ਰਾਈਟੇਰੀਆ ਪੂਰਾ ਕਰਤਾ, ਨਾ ਤੁਹਾਡੇ ਕੋਲ ਇੰਦਰੀਆਂ ਹੈਗੀਆਂ ਨੇ, ਨਾ ਤੁਹਾਡੇ ਕੋਲ ਕਰਮ ਇੰਦਰੀਆਂ ਨੇ, ਨਾ ਗਿਆਨ ਇੰਦਰੀਆਂ ਨੇ, ਮਨ ਵੀ ਨਹੀਂ ਹੈਗਾ, ਚਿੱਤ ਵੀ ਨਹੀਂ ਹੈਗਾ, ਬੁੱਧੀ ਵੀ ਨਹੀਂ ਹੈਗੀ, ਅਹੰਕਾਰ ਵੀ ਨਹੀਂ ਹੈਗਾ, ਤੇ ਤੁਸੀਂ ਤੇ ਇੱਕ ਹੀ ਹੋ ਗਏ ਜੋ। ਕਿਉਂਕਿ ਹੌਲੀ ਹੌਲੀ ਜਿਵੇਂ ਜਿਵੇਂ ਦੇਖੋ ਜਿਵੇਂ ਜਿਵੇਂ ਸਮਾਧੀ 'ਚ ਤੁਸੀਂ ਪ੍ਰਵੇਸ਼ ਕੀਤਾ ਨਾ, ਤੇ ਤੁਹਾਡੇ ਕੋਲ ਅਗਿਆਨ ਆਟੋਮੈਟਿਕਲੀ ਛੁੱਟਦਾ ਜਾਣਾ। ਦੇਖੋ ਹੁਣ ਕੱਪੜੇ ਦੇ ਨਾਲ ਸਾਬਣ ਲਾਇਆ ਤੇ ਆਪਾਂ ਨੂੰ ਮੈਲ ਨੂੰ ਥੋੜੀ ਕੁਛ ਕਹਿਣਾ ਪੈਂਦਾ, ਉਹਦੇ ਬਸ ਸਾਬਣ ਲਾਉਣ ਦੇ ਨਾਲ ਹੀ ਮੈਲ ਆਟੋਮੈਟਿਕਲੀ ਕੱਪੜੇ ਨੂੰ ਛੱਡ ਜਾਂਦੀ ਹੈ। ਨਿੱਜਾ ਸਾਹਿਬ ਸਹੀ ਹੈ? ਬਿਲਕੁਲ ਜੀ। ਮੁੜ ਕੇ ਤੁਸੀਂ ਸੱਚ ਹੋ ਜਾਣਾ, ਸੱਚ ਹੋ ਗਏ ਤੇ ਫਿਰ ਸੱਚ 'ਚ ਆਪਣੇ ਆਪ ਹੀ ਸਮਾ ਜਾਣਾ। ਠੀਕ ਹੈ ਨਿੱਜਾ ਸਾਹਿਬ, ਅੱਗੇ ਚਲੀ। ਹਾਂ ਅੱਗੇ ਹੁਣ ਪੌੜੀ ਆ ਗਈ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਹੁਣ ਇਹ ਪੌੜੀ ਜਿਹੜੀ ਹੈਗੀ ਆਪਾਂ ਨੂੰ ਗਿਆਨ ਕਰਾ ਰਹੀ ਹੈ। ਕਹਿੰਦੇ ਨਾਮ ਨਿਰੰਜਨ ਅਲੱਖ ਹੈ ਕਿਉਂ ਲਖਿਆ ਜਾਈ। ਕਹਿੰਦੇ ਦੇਖ ਲਾ ਪਿਆਰਿਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਅਲੱਖ ਹੈਗਾ ਹੀ ਹੈਗਾ, ਪਰ ਪਹਿਲਾਂ ਤੈਨੂੰ ਜਿਹੜਾ ਹੈਗਾ ਉਹਦੇ ਨਾਮ ਜਿਹੜਾ ਹੈ, ਨਾਮ ਪਦਾਰਥ ਜਿਹੜਾ ਹੈਗਾ ਤੇਰੇ ਅੰਦਰ ਹੀ ਜਿਹੜਾ ਛੁਪਾਇਆ ਹੋਇਆ ਹੈ ਮਾਲਕ ਨੇ, ਉਹ ਅਲੱਖ ਹੈਗਾ, ਨਹੀਂ ਦਿਸਦਾ, ਨਹੀਂ ਤੇਰੀ ਅਪਰੋਚ ਹੈਗੀ ਨਾਮ ਪਦਾਰਥ ਤੱਕ। ਕਿਉਂਕਿ ਉਹ ਜਿਹੜਾ ਹੈਗਾ ਨਾਮ ਪਦਾਰਥ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਦੇ ਬਜਰ ਕਪਾਟ ਲੱਗੇ ਹੋਏ ਆ, ਇਹਨਾਂ ਦੇ ਅੰਦਰ ਹੈਗਾ ਉਹ। ਇਹ ਕਪਾਟ ਪਹਿਲਾਂ ਖੋਲਣੇ ਪੈਣੇ ਆ ਤਾਂ ਨਿਕਲਣਾ ਹੈ। ਕਿਉਂਕਿ ਇਹ ਅੰਮ੍ਰਿਤ ਵਾਲੀ ਵਸਤੂ ਜਿਹੜੀ ਇਹਨਾਂ ਨੇ ਵੇੜੀ ਹੋਈ ਆ, ਮਾਇਆ ਸੱਪਣੀ ਨੇ ਪੂਰੀ ਆਪਣੇ ਜਿਹੜੇ ਹੈਗੇ ਉਹਨੇ ਬਣਾਇਆ ਹੋਇਆ, ਉਹਦੇ ਵਿੱਚ ਰੱਖੀ ਹੋਈ ਆ, ਆਪਣੇ ਕੁੰਡਲਨੀ ਪਾ ਕੇ ਬੈਠੀ ਹੋਈ ਆ। ਬਜਰ ਕਪਾਟ ਖੋਲੇ ਗੁਰ ਸ਼ਬਦੀ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਇਹ ਕਪਾਟ ਖੋਲਣੇ ਆ। ਨਾਮ ਨਿਰੰਜਨ ਅਲੱਖ ਹੈ। ਕਹਿੰਦੇ ਨਾਮ ਨਿਰੰਜਨ ਵੀ ਨਹੀਂ ਲਿਖਿਆ ਜਾ ਰਿਹਾ, ਗੁਪਤ ਹੈਗਾ ਭਾਈ। ਕਿਉਂ ਲਿਖਿਆ ਜਾਏ? ਹੁਣ ਕੁਐਸਚਨ ਹੈ। ਮਹਾਰਾਜ ਕਹਿੰਦੇ ਆ ਬਈ ਇਹ ਸਾਰੀ ਗੁਰਬਾਣੀ ਕੁਐਸਚਨ ਕਰੂਗੀ ਤੇ ਨਾਲ ਨਾਲ ਜਵਾਬ ਦਊਗੀ। ਆਪਾਂ ਨੇ ਕੀ ਕਰਨਾ ਹੈ, ਕਿਵੇਂ ਮਾਲਕ ਤੱਕ ਯਾਤਰਾ ਕਰਨੀ। ਪਹਿਲਾਂ ਕਹਿੰਦੇ ਨਾਮ ਜਿਹੜਾ ਪਦਾਰਥ ਹੈਗਾ, ਅੰਮ੍ਰਿਤ ਦਾ ਜਿਹੜਾ ਹੈਗਾ ਤੇਰੇ ਅੰਦਰ, ਜਿਹੜਾ ਅੰਮ੍ਰਿਤ ਦਾ ਸਰੋਵਰ ਹੈਗਾ, ਅੰਮ੍ਰਿਤ ਦਾ ਝਰਨਾ ਹੈਗਾ, ਕਹਿੰਦੇ ਉੱਥੇ ਤੱਕ ਜਾਣਾ ਪਊਗਾ ਪਹਿਲਾਂ। ਨਾਮ ਨਿਰੰਜਨ ਅਲੱਖ ਹੈ ਕਿਉਂ ਲਖਿਆ ਜਾਏ। ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਭਾਈ। ਕਹਿੰਦੇ ਤੇਰੇ ਨਾਲ ਹੀ ਹੈ, ਤੇਰੇ ਅੰਦਰ ਹੀ ਹੈ। ਜਿੱਥੇ ਤੂੰ ਜਾਣਾ ਹੈ ਉਹਨੂੰ ਲੈ ਜਾਣਾ ਹੈ, ਉਹ ਸਰੋਵਰ ਨੂੰ ਨਾਲ ਹੀ ਲੈ ਕੇ ਜਾਣਾ ਹੈ। ਨਿਰੰਜਨ ਕਹਿੰਦੇ ਆ ਜਿਹਨੂੰ ਮਾਇਆ ਨਹੀਂ ਚਿੰਬੜ ਸਕਦੀ, ਕਹਿੰਦੇ ਉਹ ਤੇਰੇ ਨਾਲ ਹੀ ਹੈਗਾ। ਫਿਰ ਜੀ ਕਿਉਂ ਪਾਈਏ ਭਾਈ, ਕਹਿੰਦੇ ਕਿਸ ਤਰ੍ਹਾਂ ਉਹਨੂੰ ਪਾਇਆ ਜਾ ਸਕਦਾ ਹੈ। ਫਿਰ ਇਸ ਤੋਂ ਬਾਅਦ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਕਹਿੰਦੇ ਨਾਮ ਨਿਰੰਜਨ ਜਿਹੜਾ ਹੈਗਾ ਪਰਮਾਤਮਾ ਦਾ ਹਰ ਜਗ੍ਹਾ ਤੇ ਵਰਤ ਰਿਹਾ ਆ। ਮਾਲਕ ਪਰਮਾਤਮਾ ਦਾ ਅੰਮ੍ਰਿਤ ਰਸ ਹਰ ਜਗ੍ਹਾ ਤੇ ਵਰਤ ਰਿਹਾ ਆ, ਹਰ ਜਗ੍ਹਾ ਤੇ ਹੈਗਾ। ਰਵਿਆ ਸਭ ਠਾਈ, ਹਰੇਕ ਜਗ੍ਹਾ ਤੇ ਰਵਿਆ ਹੋਇਆ ਆ। ਹੁਣ ਆਖਰੀ ਦੇ ਵਿੱਚ ਆਪਾਂ ਨੂੰ ਨੁਕਤਾ ਦੇ ਰਿਹਾ ਭਾਈ ਕਿ ਇਹ ਨਾਮ ਪਦਾਰਥ ਅੰਮ੍ਰਿਤ ਰਸ ਜਿਹੜਾ ਹੈਗਾ ਇਹ ਕਿਵੇਂ ਜਿਹੜਾ ਹੈਗਾ ਮਿਲੂਗਾ ਸਾਨੂੰ। ਗੁਰ ਪੂਰੇ ਤੇ ਪਾਈਏ ਹਿਰਦਾ ਦੇ ਦਿਖਾਈ। ਕਹਿੰਦੇ ਪੂਰੇ ਗੁਰੂ ਤੋਂ ਮਿਲਣਾ ਆ ਭਾਈ। ਪੂਰਾ ਗੁਰੂ ਕਿਹੜਾ ਹੁੰਦਾ ਹੈ? ਕਹਿੰਦੇ ਪੂਰਾ ਗੁਰੂ ਉਹ ਹੁੰਦਾ ਹੈ ਜਿਹਨੇ ਆਪ ਜਿਹੜਾ ਹੈਗਾ ਇਹ ਅੰਮ੍ਰਿਤ ਰਸ ਲੈ ਲਿਆ, ਜਿਹੜੀ ਬੂੰਦ ਸਾਗਰ ਦੇ ਵਿੱਚ ਮਿਲ ਗਈ, ਜਿਹਨੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਸਵਾਦ ਲੈ ਲਿਆ, ਜਿਹੜਾ ਜਿਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੂੰ ਕਾਬੂ ਕਰ ਲਿਆ। ਗੁਰ ਪੂਰੇ, ਨਹੀਂ ਤਾਂ ਮਹਾਰਾਜ ਨੂੰ ਇੱਥੇ ਪੂਰੇ ਲਿਖਣ ਨੂੰ ਕੀ ਲੋੜ ਸੀਗੀ। ਗੁਰੂ ਤੇ ਪਾਈਏ ਲਿਖ ਦਿੰਦੇ। ਜਿਹੜਾ ਹੈਗਾ ਪੂਰੇ ਦਾ ਮਤਲਬ ਹੈ ਜੇ ਪੂਰੇ ਹੈਗੇ ਤੇ ਅਧੂਰੇ ਵੀ ਹੈਗੇ ਦੁਨੀਆ ਦੇ ਵਿੱਚ।
ਗੁਰ ਪੂਰੇ ਤੇ ਪਾਈਐ ਹਿਰਦੇ ਦੇ ਦਿਖਾਈ। ਉਹਨੇ ਕਿ ਆਪਣੇ ਅੰਦਰ ਹੀ, ਆਪਣੇ ਹਿਰਦੇ ਦੇ ਵਿੱਚ ਹੀ ਦਿਖਾ ਦੇਣਾ ਹੈ। ਉਹ ਚਸ਼ਮਾ ਜਿਹੜਾ ਹੈਗਾ ਪੱਥਰ ਚੱਕ ਦੇਣਾ ਹੈ, ਝਰਨੇ ਤੋਂ ਆ ਜਾਣਾ ਹੈ ਅੰਮ੍ਰਿਤ। ਗੁਰ ਪੂਰੇ ਤੇ ਪਾਈਐ ਹਿਰਦੇ ਦੇ ਦਿਖਾਈ, ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਪਾਈ। ਕਹਿੰਦੇ ਨਦਰੀ ਬਖਸ਼ਿਸ਼ ਉਸ ਮਾਲਕ ਦੀ, ਇਹ ਕਰਮ ਜਿਹੜਾ ਹੈਗਾ ਉਸ ਮਾਲਕ ਦੀ ਬਖਸ਼ਿਸ਼ ਦੇ ਨਾਲ ਹੋਣਾ ਹੈ, ਉਹਦੇ ਰਹਿਮੋ ਕਰਮ ਦੇ ਨਾਲ। ਉਹ ਔਰ ਬਖਸ਼ਿਸ਼ ਤਾਂ ਹੋਣੀ ਆ ਜੇ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਇਹ ਬਾਣੀ ਜੋ ਕਹਿ ਰਹੀ ਆ ਚੌਥੀ ਪਾਤਸ਼ਾਹੀ ਜਿਹੜੀ ਹੈ ਜੋ ਕਹਿ ਰਹੀ ਆ ਵੀ ਆਪ ਤੇਰੇ ਨਾਲ ਹੀ ਹੈ, ਤੇਰੇ ਅੰਦਰ ਹੀ ਹੈਗਾ, ਤੇਰੇ ਅੰਦਰ ਹੀ ਹੈ, ਧਿਆਨ ਸਿਮਰਨ ਕਰ ਲਾ, ਆਪਣੇ ਹਿਰਦੇ ਤੱਕ ਪਹੁੰਚ ਜਾ, ਤੇ ਉੱਥੇ ਆਤਮਾ ਵੀ ਹੈਗੀ ਆ। ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਅੰਮ੍ਰਿਤ ਰਸ ਨਾਮ ਨਿਰੰਜਨ ਉਹਨੂੰ ਨਾਮ ਪਦਾਰਥ ਨੂੰ ਪਾ ਸਕੇਗਾ ਤੇ ਮਾਲਕ ਦੇ ਤੱਕ ਤੇਰੀ ਯਾਤਰਾ ਹੋ ਜਾਏਗੀ, ਤੇਰੀ ਆਤਮਾ ਤੱਕ। ਤੇ ਇਹਦੇ ਵਾਸਤੇ ਆਖਰੀ ਦੇ ਵਿੱਚ ਫਿਰ ਮਹਾਰਾਜ ਰਿਕੁਐਸਟ ਕਰ ਰਹੇ ਆ, ਕਹਿੰਦੇ ਹੇ ਭਰਾਵਾ ਗੁਰ ਮਿਲੀਏ ਭਾਈ, ਹੇ ਭਰਾਵਾ ਦੇਰ ਨਾ ਕਰ, ਸਮਾਂ ਥੋੜਾ ਹੈਗਾ। ਜਿਹੜਾ ਦੂਸਰਾ ਛੋਰ ਆ ਰਿਹਾ ਹੈ ਤੇਰੀ ਉਮਰ ਦਾ, ਤੇਰੀ ਉਮਰ ਦਾ ਇੱਥੋਂ ਸਟਾਰਟਿੰਗ ਜਰਨੀ ਹੋਈ ਸੀ ਉਮਰ ਦੀ, ਦੇਖ ਉਧਰ ਨੂੰ ਅਪਰੋਚ ਕਰ ਰਿਹਾ, ਇੱਧਰੋਂ ਦੂਰ ਹੋ ਰਿਹਾ ਹੈ, ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ, ਪਿੱਛਾ ਦੂਰ ਰਹਿ ਗਿਆ। ਇਸ ਕਰਕੇ ਦੇਰ ਨਾ ਕਰ, ਗੁਰੂ ਨੂੰ ਮਿਲ। ਇੱਥੇ ਗੁਰੂ ਨੂੰ ਮਿਲੀਏ ਭਾਈ ਲਿਖਿਆ, ਮਿਲੇ ਭਾਈ ਨਹੀਂ ਲਿਖਿਆ। ਲੱਲੇ ਦੀ ਸਿਆਰੀ ਨਹੀਂ ਹੈ, ਬਿਹਾਰੀ ਹੈਗੀ। ਕਹਿੰਦੇ ਗੁਰੂ ਨੂੰ ਮਿਲੋ, ਜਲਦੀ ਮਿਲੋ ਗੁਰੂ ਨੂੰ। ਹੇ ਭਰਾਵਾ ਗੁਰੂ ਨੂੰ ਮਿਲ, ਸਮਾਂ ਨਾ ਬਰਬਾਦ ਕਰ, ਬਹੁਤ ਕੀਮਤੀ ਹੈਗੇ ਸਵਾਸ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਜੋ ਸਮਝਾ ਰਹੀ ਹੈ, ਉੱਪਰ ਦੇਖੀਏ ਤੇ ਨਾਮ ਨਿਰੰਜਨ ਅਲਖ ਹੈ, ਕਿਉਂ ਲਖਿਆ ਜਾਏ। ਹਾਂਜੀ ਕਹਿੰਦੇ ਅਲਖ ਦਾ ਮਤਲਬ ਕਿ ਉਹ ਮਤਲਬ ਗੁਪਤ ਹੈ, ਉਹ ਮਤਲਬ ਗੁਪਤ ਹੈ ਨਾ। ਹਾਂ ਦੇਖੋ ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਬਾਣੀ ਚ ਬਾਰ-ਬਾਰ ਕਿਉਂ ਕਿਹਾ ਜਾਂਦਾ ਹੈ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ ਨਹੀਂ ਕਹਿਤਾ ਕਿ ਕੋਈ ਵੀ ਤੁਸੀਂ ਰਾਮ ਰਾਮ ਕਹਿਣਾ ਸ਼ੁਰੂ ਕਰ ਦਿਓ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਜੂ? ਕਿਤੇ ਸੁਣਿਆ ਤੁਸੀਂ, ਨੋਟਿਸ ਕੀਤਾ ਚੀਜ਼ ਨੂੰ ਆਪਨੇ? ਬਾਰ-ਬਾਰ ਬਾਣੀ ਕਿਉਂ ਕਹਿ ਰਹੀ ਹੈ ਗੁਪਤ ਹੈ? ਹੁਣ ਤੁਸੀਂ ਵੇਖੋ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਗੁਪਤ ਤੇ ਹੈਗੀਆਂ ਸਾਰੀਆਂ ਗੱਲਾਂ, ਕਿਉਂਕਿ ਉਹ ਤੇ ਤੁਹਾਡੇ ਅੰਦਰ ਸਥਿਤੀ ਹੈ। ਤੁਹਾਨੂੰ ਹੁਣ ਦੱਸਣ ਵਾਸਤੇ ਵੀ ਤੇ ਤੁਹਾਨੂੰ ਦੱਸੂਗਾ ਕਿ ਆਹ ਪਰਮਾਤਮਾ ਦੇ, ਤਾਂ ਹੀ ਤੈਨੂੰ ਪਛਾਣੋਗੇ। ਕਿੱਦਾਂ ਪਛਾਣੋਗੇ ਦੱਸੋ ਮੈਨੂੰ? ਉਹ ਵਿਧੀ ਦਾ ਵੀ ਤੇ ਗਿਆਨ ਹੋਣਾ ਚਾਹੀਦਾ ਨਾ। ਹੁਣ ਜਦੋਂ ਆਪਾਂ ਅੰਦਰ ਜਾਂਦੇ ਹਾਂ, ਅੰਦਰ ਗੁਪਤ ਹੈਗਾ, ਉਹ ਮਨ ਦੇ ਅੰਦਰ ਹੈ ਉਹ ਨਾਮ, ਤੇ ਮਨ ਦੇ ਉੱਤੇ ਜਿਹੜਾ ਵਿਚਾਰਾਂ ਦਾ ਜਿੰਦਰਾ ਵਾ, ਬਸ ਤੇ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੀ ਹੈਗੇ, ਉਹ ਤੇ ਮਨ ਦੇ ਉੱਤੇ ਚਿੰਬੜੇ ਹੋਏ ਨੇ, ਪਰ ਮਨ ਉਹਨਾਂ ਚ ਹੀ ਰਹਿੰਦਾ। ਬਿਲਕੁਲ। ਹੁਣ ਉਹ ਮਨ ਦੇ ਅੰਦਰ ਹੀ ਤੇ ਨਾਮ ਹੈ। ਆਪ ਇੱਕ ਚੀਜ਼ ਨੂੰ ਸੋਚੋ ਕਿ ਇੱਕ ਹੀਰੇ ਦੀ ਮਣੀ ਪਈ ਹੈ ਤੇ ਉਹਦੇ ਨਾਲ 5 ਨਾਗ ਵੱਜੇ ਹੋਏ ਨੇ, 5 ਨਾਗ ਬੈਠੇ ਨੇ, ਫਨੀਅਰ ਸੱਪ, ਹਨਾ? ਬਿਲਕੁਲ। ਤੁਸੀਂ ਜਦੋਂ ਵੀ ਉਹ ਮਣੀ ਨੂੰ ਹੱਥ ਪਾਇਆ ਤੇ ਇੱਕ ਫਨੀਅਰ ਨੇ ਡੰਗ ਮਾਰਨਾ ਤੁਹਾਨੂੰ, ਉਹਨੇ ਵਿਚਾਰਾਂ ਦੇ ਨਾਲ ਹੀ ਤੁਹਾਨੂੰ ਬਾਹਰ ਕੱਢ ਦੇਣਾ। ਕਿ ਮਤਲਬ 5 ਇੱਕ ਤੇ 4 ਦਿਸ਼ਾਵਾਂ ਚ ਕੰਟਰੋਲ ਕੀਤਾ, 5 ਦਿਸ਼ਾਵਾਂ ਤੇ, ਕਹਿਣ ਤੋਂ ਭਾਵ ਹੈ ਕਿ ਬਹੁਤ ਫਸੇ ਬੈਠੇ ਆ, ਤੁਸੀਂ ਅੰਦਰ ਜਾ ਹੀ ਨਹੀਂ ਸਕਦੇ। ਔਰ ਜਾਣ ਦੀ ਵਿਧੀ ਹੁਣ ਤੁਹਾਨੂੰ ਪਤਾ ਹੀ ਹੈ, ਧਿਆਨ ਸਿਮਰਨ। ਹੋਰ ਕੋਈ ਵਿਧੀ ਨਹੀਂ ਹੈਗੀ ਸੰਸਾਰ ਤੇ, ਇਹੋ ਹੀ ਵਿਧੀ ਹੈ। ਉਸ ਅਵਸਥਾ ਚ ਤੁਹਾਨੂੰ ਜਾਣਾ ਪਊਗਾ, ਆਪਣੇ ਅੰਦਰ ਪ੍ਰਵੇਸ਼ ਕਰਨਾ ਪਊਗਾ। ਤੁਹਾਡੇ ਅੰਦਰ ਇੱਕ ਦੀਪ ਹੈ, ਇੱਕ ਟਾਪੂ ਹੈ, ਜਿੱਥੇ ਜਾ ਕੇ ਸਾਰੀ ਗਤੀ ਰੁਕ ਜਾਂਦੀ ਹੈ। ਔਰ ਦੇਖੋ ਕੋਈ ਆਸਾਨ ਕੰਮ ਨਹੀਂ ਹੈ, ਆਪ ਜੀ ਨੂੰ ਸੋਚੋ। ਇੱਕ ਵਿਧੀ ਨਾਲ ਤੇ ਬਹੁਤ ਆਸਾਨ ਹੈ, ਪਰ ਜੇ ਤੁਸੀਂ ਕੁਝ ਨਾ ਕਿ ਬੰਦੇ ਨੂੰ ਕਹਿ ਦੇ ਕਿ ਆਪਣੇ ਵਿਚਾਰ ਬੰਦ ਕਰ ਲਾ, ਚਿੱਤ ਨੂੰ ਸ਼ਾਂਤ ਕਰ ਲਾ, ਔਗਣਾਂ ਦਾ ਤਿਆਗ ਕਰ ਦੇ, ਇਹ ਨਹੀਂ ਹੋਣੇ ਦੂਰ। ਕੋਈ ਕਿੱਡਾ ਮਰਜੀ, ਕੋਈ ਕਿਸੇ ਵੀ ਬਾਬੇ ਨੂੰ ਕਹਿ ਦੋ ਕਿ ਵੀ ਆਹ ਕੰਮ ਕਰ ਦੇ ਬੰਦ, ਤੂੰ ਉਹ ਮੈਨੂੰ ਦੂਰ ਕਰ ਲਾ, ਤੂੰ ਕਾਮ ਨੂੰ ਦੂਰ ਕਰ ਲਾ, ਕ੍ਰੋਧ ਨੂੰ ਕਰ ਲਾ, ਲੋਭ ਨੂੰ ਕਰ ਲਾ, ਮੋਹ ਨੂੰ ਕਰ ਲਾ। ਤੁਸੀਂ ਇੱਕ ਜਿਹੜਾ ਸੰਸਾਰ ਦਾ ਸਭ ਤੋਂ ਅਮੀਰ ਆਦਮੀ ਨੂੰ ਪੁੱਛੋ ਕਿ ਬਈ ਤੇਰਾ ਮਤਲਬ ਇੰਨਾ ਤੂੰ ਪੈਸਾ ਕਮਾ ਲਿਆ ਤੇ ਤੇਰੇ ਮਨ ਚ ਤਸੱਲੀ ਹੋ ਗਈ, ਤੂੰ ਖੁਸ਼ ਹੈ? ਉਹਨੇ ਕਹਿਣਾ ਨਹੀਂ, ਮੈਨੂੰ ਹੋਰ ਚਾਹੀਦੇ ਆ। ਇਹਦਾ ਮਤਲਬ ਕੀ ਆ? ਤ੍ਰਿਪਤੀ ਨਹੀਂ ਹੈਗੀ। ਤੇ ਇਹ ਜਿਹੜਾ ਆਪਾਂ ਗੱਲਾਂ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਗੱਲਾਂ ਕਰਦੇ ਹਾਂ, ਇੰਦਰੀਆਂ
ਇੰਦਰੀਆਂ ਵੇਖੋ ਤੁਹਾਡੀਆਂ ਕਿੰਨੀਆਂ ਚੰਚਲ ਆ। ਤੁਸੀਂ ਬਾਹਰ ਘਰੋਂ ਨਿਕਲਿਆ ਨਾ, ਇੱਕ ਛਣ ਚ ਉੱਡੀ ਜਾਂਦੀ ਹੈ ਤੁਹਾਡੀਆਂ ਅੱਖਾਂ। ਕੰਨ ਵੇਖੋ ਕਿੱਡੀਆਂ ਨਾਜ਼ੁਕ ਨੇ, ਇਹਨਾਂ ਨੂੰ ਕਿੱਦਾਂ ਤੁਸੀਂ ਕੰਟਰੋਲ ਕਰ ਸਕਦੇ ਜੋ? ਨਾ, ਇਹਨਾਂ ਨੂੰ ਕੇਵਲ ਨਾਮ ਕੰਟਰੋਲ ਕਰਦਾ। ਉਹ ਨਾਮ ਜਿਹੜਾ ਤੁਹਾਡੇ ਅੰਦਰ ਆ, ਹੋਰ ਇਹ ਕੋਈ ਸਾਡੇ ਵਾਸਤੇ ਦੀ ਗੱਲ ਥੋੜੀ ਹੈ। ਇਹ ਤੇ ਬ੍ਰਹਮ ਗਿਆਨੀ ਥੋੜੀ ਕੰਟਰੋਲ ਕਰ ਸਕਦਾ ਇਹਨਾਂ ਨੂੰ। ਬ੍ਰਹਮ ਗਿਆਨੀ ਜਿਹੜਾ ਨਾਮ ਨੂੰ ਹੀ ਧਿਆਉਂਦਾ, ਕਿਉਂਕਿ ਇਹ ਬਹੁਤ ਸੂਖਮ ਹੈਗੀਆਂ ਨੇ ਸ਼ਕਤੀਆਂ, ਔਰ ਇਹਨਾਂ ਨੂੰ ਆਪਾਂ ਆਪਣੇ ਕੰਟਰੋਲ 'ਚ ਨਹੀਂ ਕਰਕੇ ਰੱਖ ਸਕਦੇ। ਹਾਂ, ਆਪਾਂ ਸੰਜਮ ਕਰ ਸਕਦੇ ਹਾਂ। ਕਹਿਣ ਤੋਂ ਭਾਵ ਜਿੱਦਾਂ ਡਾਕਟਰ ਨੇ ਕਿਹਾ ਵਾ ਕਿ ਸਾਨੂੰ ਕੀ ਵੀ ਦਵਾਈ ਖਾਣੀ ਆ ਤੇ ਨਾਲ ਥੋੜਾ ਪਰਹੇਜ਼ ਕਰਨਾ। ਇਹ ਨਹੀਂ ਕਿ ਪਰਹੇਜ਼ ਕਰਨ ਦੇ ਨਾਲ ਆਪਾਂ ਠੀਕ ਹੋ ਜਾਵਾਂਗੇ, ਪਰ ਇਹ ਹੈ ਕਿ ਸਾਡੇ ਢਿੱਡ ਨੂੰ ਥੋੜੀ ਰੈਸਟ ਮਿਲ ਜਾਊਗੀ ਤੇ ਉਹਦੇ ਨਾਲ ਜਿਹੜਾ ਸਾਡਾ ਸਿਸਟਮ ਹੈਗਾ ਉਹ ਸਹੀ ਤਰ੍ਹਾਂ ਕੰਮ ਕਰਨ ਡਿਆ ਪਊਗਾ। ਇੰਨਾ ਕਿ ਹੈਲਪ ਹੋ ਜਾਊਗੀ। ਇੱਕ ਤੇ ਢਿੱਡ ਖਰਾਬ ਹੈ, ਉਸ ਤੋਂ ਆਪਾਂ ਰਾਸ਼ਨ ਖਾਈ ਜਾਵਾਂਗੇ ਤੇ ਹੋਰ ਬਿਮਾਰ ਹੋ ਜਾਵਾਂਗੇ। ਇਸੇ ਤਰ੍ਹਾਂ ਜਿਹੜੀਆਂ ਇੰਦਰੀਆਂ ਵਾ ਉਹ ਸੂਖਮ ਲੈਵਲ ਤੇ ਡਿਮਾਂਡ ਕਰਨਗੀਆਂ, ਪਰ ਅਸੀਂ ਜਿਹੜੀਆਂ ਸਾਡੀਆਂ ਕਰਮ ਇੰਦਰੀਆਂ ਉਹਦੇ ਰਾਹੀਂ ਥੋੜਾ ਕੰਟਰੋਲ ਕਰਾਂਗੇ ਤਾਂ ਜੋ ਸਾਡਾ ਜਿਹੜਾ ਅੰਤਰਾ ਕਰਨ ਹੈ ਥੋੜਾ ਸ਼ੁੱਧ ਹੋ ਜਾਏ, ਚਿੱਤ 'ਚ ਥੋੜੀ ਜਿਹੀ ਸਹਿਜਤਾ ਆ ਜਾਏ। ਤੇ ਉਹਦੇ ਨਾਲ ਕੀ ਹੁੰਦਾ ਕਿ ਅੰਦਰੋਂ ਤੇ ਬਾਹਰੋਂ ਦੋਨੋਂ ਕਿਸਮ ਦੀ ਹੈਲਪ ਹੋ ਜਾਂਦੀ। ਹੁਣ ਡਾਕਟਰ ਦੀ ਦਵਾਈ ਜੇ ਅਗਰ ਆਪਾਂ ਖਾਂਦੇ ਹਾਂ ਤੇ ਪਰਹੇਜ਼ ਕਰਦੇ ਹਾਂ, ਆਪਾਂ ਛੇਤੀ ਠੀਕ ਹੋ ਜਾਂਦੇ ਹਾਂ। ਤੇ ਜੇ ਆਪਾਂ ਪਰਹੇਜ਼ ਨਹੀਂ ਕਰਦੇ, ਠੀਕ ਤਾਂ ਹੋ ਜਾਵਾਂਗੇ, ਪਰ ਥੋੜਾ ਟਾਈਮ ਜ਼ਿਆਦਾ ਲੱਗੂ। ਹਨਾ ਨੇਚਰ ਸਾਹਿਬ? ਬਿਲਕੁਲ ਠੀਕ ਹੈ ਜੀ। ਇਸੇ ਤਰ੍ਹਾਂ ਹੀ ਸਾਧਨਾ ਹੈ। ਸਾਧਨਾ ਵੀ ਸਾਨੂੰ ਸੁਧਾਰਨ ਵਾਸਤੇ ਕੋਸ਼ਿਸ਼ ਕਰ ਰਹੀ ਹੈ। ਹਾਂਜੀ, ਕੁਛ ਕਹਿਣਾ ਚਾਹੁੰਦੇ ਤੁਸੀਂ? ਨਹੀਂ, ਬਸ ਇਹ ਪੌੜੀ ਜਿਹੜੀ ਹੈਗੀ ਇਹਦਾ ਖੁਲਾਸਾ ਕਰਦੀ ਹੈ ਥੋੜਾ ਜਿਹਾ ਹੋਰ। ਹਾਂਜੀ, ਬੋਲੋ ਜੀ, ਬੋਲੋ। ਹਾਂ, ਇਹ ਕਹਿੰਦੇ ਨਾਮ ਨਿਰੰਜਨ ਨਾਲ ਹੈ, ਕਿਉਂ ਪਾਈਏ ਪਾਈ? ਕਹਿੰਦੇ ਤੇਰੇ ਨਾਲ ਹੀ ਆ, ਤੇਰੇ ਅੰਦਰ ਹੀ ਆ, ਕਿਹੜੀ ਜੁਗਤੀ ਨਾਲ ਪਾਇਆ ਜਾ ਸਕਦਾ ਆ। ਔਰ ਫਿਰ ਅਗਲਾ ਜਿਹੜਾ ਹੈਗਾ ਇਹਦੀ ਵਿਆਖਿਆ ਨਹੀਂ ਹੋਈ। ਕਹਿੰਦੇ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਕਹਿੰਦੇ ਇਹ ਨਾਮ ਨਿਰੰਜਨ ਪਰਮਾਤਮਾ ਦਾ ਅੰਮ੍ਰਿਤ ਰਸ ਕਹਿੰਦੇ ਹਰ ਜਗ੍ਹਾ ਤੇ ਵਰਤ ਰਿਹਾ ਆ, ਹਰ ਜਗ੍ਹਾ ਤੇ ਹੈਗਾ। ਕੋਈ ਵੀ ਚੀਜ਼ ਜਿਹੜੀ ਹੈ ਮਾਲਕ ਪਰਮਾਤਮਾ ਨੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਕਹਿੰਦੇ ਸਾਰਾ ਜਿਹੜਾ ਹੈਗਾ ਇਹ ਤਾਂ ਪਰਮੇਸ਼ਰ ਨੇ ਇਸੇ ਦਾ, ਇਹੀ ਤਾਂ ਉਹਦੀ ਮਾਲਕ ਦੀ ਸਭ ਤੋਂ ਜਿਹੜੀ ਆ ਵਧੀਆ ਸ਼ਕਤੀ ਹੈਗੀ ਮਾਲਕ ਪਰਮਾਤਮਾ, ਜਿਹਦੇ ਨਾਲ ਸਾਰਾ ਕੁਝ ਕਰ ਰਿਹਾ ਹੈ ਉਹ। ਕਹਿੰਦੇ ਇਹ ਤਾਂ ਹਰ ਜਗ੍ਹਾ ਤੇ ਰਵ ਰਿਹਾ ਆ। ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ, ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ। ਹੁਣ ਦੱਸਿਆ ਮਹਾਰਾਜ ਨੇ ਭਾਈ ਕਿਵੇਂ ਮਿਲਣਾ ਆ, ਪੂਰੇ ਗੁਰੂ ਤੋਂ ਮਿਲਣਾ ਆ ਤੇ ਉਹਨੇ ਹਿਰਦੇ ਦੇ ਵਿੱਚ ਹੀ ਆਪਣੇ ਅੰਦਰ ਹੀ ਜਿਹੜਾ ਹੈਗਾ ਦਿਖਾ ਦੇਣਾ ਹੈ। ਧਿਆਨ ਸਿਮਰਨ ਦੀ ਜੁਗਤੀ ਦੇ ਦੇਣੀ ਹੈ ਔਰ ਉਹਦੇ ਨਾਲ ਆਪਾਂ ਨੇ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਹਿਰਦਾ ਜਿਹੜਾ ਹੈਗਾ ਆਪਣਾ ਮਨ ਜਿਹੜਾ ਹੈਗਾ ਉਹ ਸ਼ਾਂਤ ਹੋ ਜਾਣਾ ਹੈ। ਇਹ ਸਾਰੇ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਵਿਚਾਰ ਆਪਾਂ ਨੂੰ ਵਿਚਾਰਾਂ ਦੇ ਨਾਲ ਚਿੰਬੜੇ ਹੋਏ ਆ, ਇਹ ਹਟ ਜਾਣੇ ਆ ਤੇ ਆਪਾਂ ਉਸ ਅੰਮ੍ਰਿਤ ਰਸ ਨੂੰ ਪੀ ਸਕਾਂਗੇ। ਨਾਨਕ ਨਦਰੀ। ਹਾਂਜੀ 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 ਨਿੱਜਰ ਸਾਹਿਬ, ਇੱਕ ਸੈਕਿੰਡ ਰੁਕ ਜੇ, ਇੱਕ ਸੈਕਿੰਡ ਹੋ ਜਾਈਏ। ਮੈਂ ਕਹਿਣਾ ਚਾਹੁੰਦਾ ਵਾਂ, ਇੱਕ ਸਭ ਤੋਂ ਵੱਡੀ ਪਤਾ ਗੜਬੜ ਕੀ ਹੈ ਨਿੱਜਰ ਸਾਹਿਬ? ਹਾਂਜੀ ਹਾਂਜੀ। ਜਿੰਨਾ ਵੀ ਪ੍ਰਚਾਰ ਕੀਤਾ ਗਿਆ, ਇਹਨਾਂ ਨੇ ਇਹ ਪ੍ਰਚਾਰ ਕੀਤਾ ਗਿਆ ਕਿ ਰੱਬ ਕਿਸੇ ਹੋਰ ਜਗ੍ਹਾ 'ਚ ਬੈਠਾ। ਇਹ ਬਹੁਤ ਮਾੜੀ ਚੀਜ਼ ਹੈ ਜਿਹੜੀ ਆ ਗੱਲ ਕਹੀ ਆ। ਹੁਣ ਬਾਣੀ ਵੇਖੋ, ਬਾਣੀ ਬਾਰ-ਬਾਰ ਤਸਦੀਕ ਕਰਦੀ ਪਰਮਾਤਮਾ ਤੇਰੇ ਨਾਲ ਆ, ਇੱਕ ਦੂਰ ਨਹੀਂ ਹੈਗਾ, ਕਿਉਂਕਿ ਤੇਰੇ ਤੇ ਪਰਮਾਤਮਾ ਦੀ ਇੰਨੀ ਨੇੜਤਾ ਵਾ, ਤੁਸੀਂ ਇਕੱਠੇ ਜੋ। ਬਿਲਕੁਲ ਇਕੱਠੇ ਆ। ਤੇ ਪਰ ਆਮ ਲੋਕੀ ਦੇ ਵੇਖ ਲਓ, ਆਮ ਹੀ ਲੋਕੀ ਪ੍ਰਚਾਰ ਕਰੀ ਜਾਂਦੇ ਕਿ ਤੁਹਾਡਾ ਪਰਮਾਤਮਾ ਪਤਾ ਨੀ ਕਿਤੇ ਬੈਠਾ ਵਾ, ਜਿੱਦਾਂ ਮੈਂ ਇੱਥੇ ਬੈਠਾ ਤੁਸੀਂ ਉੱਥੇ ਬੈਠੇ। ਵੇਖ ਲਓ ਕਿੱਡਾ ਵੱਡਾ ਗਿਆਨ ਹੈ। ਤੇ ਜਦੋਂ ਕਿਸੇ ਨੂੰ ਪ੍ਰਪੋਜ਼ ਕਰ ਦੋ ਕਿ ਪਰਮਾਤਮਾ ਏਦਾਂ ਕਿ ਜਗ੍ਹਾ 'ਚ ਬੈਠਾ ਵਾ, ਤੇ ਉਹ ਬੰਦੇ ਨੂੰ ਕਿੱਥੋਂ ਗਿਆਨ ਹੋਣਾ ਕਿ ਪਰਮਾਤਮਾ ਤੇਰੇ ਅੰਤਰਾ ਕਰਨ 'ਚ। ਬਸ ਉਹੀ ਆਪਾਂ ਵੀ ਇਹ ਗੁਰਦੁਆਰਾ ਮੰਦਿਰ ਮਸਜਿਦ ਬਸ ਇਹੀ ਜਗ੍ਹਾ ਬਣਾ ਲਈਆਂ ਵੀ ਮਾਲਕ ਇੱਥੇ ਹੀ ਹੈਗਾ। ਮੱਕੇ ਮਦੀਨੇ ਜਿਹੜਾ ਹੈਗਾ, ਹੋਰ ਦੇਖ ਲਓ ਆਪਣੇ ਜਿਹੜਾ ਹਜੂਰ ਸਾਹਿਬ ਲੈ ਲਓ, ਆਪਣਾ ਜਿਹੜਾ ਹੇਮਕੁੰਟ ਲੈ ਲਓ। ਪਰ ਨਿੱਜਰ ਸਾਹਿਬ ਹੁਣ ਇੱਥੇ ਵੇਖੋ, ਬਾਹਰ ਪਰਮਾਤਮਾ ਨੂੰ ਰੱਖਣਾ ਪਤਾ ਕਿੰਨਾ ਨੁਕਸਾਨ ਹੋ ਗਿਆ। ਪਰਿਵਾਰ ਟੁੱਟ ਗਏ, ਪਿਆਰ ਖਤਮ ਹੋ ਗਿਆ, ਕੋਈ ਸਾਡੀਆਂ ਜ਼ਿੰਮੇਵਾਰੀਆਂ ਨਹੀਂ ਆ। ਅਸੀਂ ਆਪਣਾ ਹੀ ਘਰ ਵੇਖਦੇ ਹਾਂ, ਆਪਣਾ ਘਰ ਸਾਫ਼ ਕਰਕੇ ਲੋਕਾਂ ਗ੍ਰੇਨਾਈਟ ਉਹਦੇ ਆਪਣੇ ਨਾ ਰੈਂਪ ਤੇ ਲਾਇਆ ਵਾ। ਇਹ ਨਹੀਂ ਉਹ ਜ਼ਿੰਮੇਵਾਰੀ ਸਮਝਦਾ ਕਿ ਆਪਣੇ ਮੱਥੇ ਦੀ ਕਮ ਸੇ ਕਮ ਨਾਲੀ ਸਾਫ਼ ਕਰ ਦੇ। ਇਹ ਵੀ ਆ ਕਿ ਪਰਮਾਤਮਾ ਦਾ ਮਤਲਬ ਕਿ ਜੇ ਸਰਵ ਵਿਆਪਕ ਆਪਾਂ ਸਮਝਦੇ ਹਾਂ ਤੇ ਆਪਾਂ ਨੂੰ ਸਾਰੀ ਜਗ੍ਹਾ ਹੀ ਸਮਝੀਏ। ਬਿਲਕੁਲ ਬਿਲਕੁਲ। ਆਪਣੇ ਘਰੇ ਸਫਾਈ ਕੀਤੀ ਹੈ, ਬਾਹਰ ਗੰਦ ਪਾ ਦੋ। ਕਹਿਣ ਤੋਂ ਭਾਵ ਹੈ ਕਿ ਜੇ ਪਤਾ ਹੋਵੇ ਕਿ ਪਰਮਾਤਮਾ ਸਰਵ ਵਿਆਪਕ ਹੈ ਤਾਂ ਫਿਰ ਥੋੜਾ ਬੰਦੇ ਨੂੰ ਥੋੜਾ ਧਿਆਨ ਨਾਲ ਚੱਲਣਾ ਪਊ ਨਾ। ਬਿਲਕੁਲ। ਤੇ ਅੱਜ ਅੱਗੇ ਤੁਕ ਬੋਲੋ ਜੀ ਆਖਰੀ। ਕਹਿੰਦੇ ਹੁਣ ਆਖਰੀ ਦੇ ਵਿੱਚ ਮਹਾਰਾਜ ਦੱਸਦੇ ਆ, ਭਾਈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ। ਕਹਿੰਦੇ ਪੂਰਾ ਗਾਈਡ ਚਾਹੀਦਾ ਹੈ ਭਾਈ, ਗੁਰੂ ਪੂਰਾ ਚਾਹੀਦਾ ਆ। ਜੇ ਪੂਰੇ ਲਿਖਿਆ ਮਹਾਰਾਜ ਨੇ, ਇਹਦਾ ਮਤਲਬ ਵੀ ਅਧੂਰੇ ਵੀ ਹੈਗੇ ਦੁਨੀਆ ਦੇ ਵਿੱਚ। ਇਹ ਵੀ ਮਾਲਕ ਦੀ ਖੇਡ ਹੈਗੀ ਆ, ਅਧੂਰੇ ਜ਼ਿਆਦਾ ਹੈਗੇ, ਪੂਰਾ ਤੇ ਟਾਵਾਂ ਮਿਲੂਗਾ ਆਪਾਂ ਨੂੰ। ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ। ਉਹਨੇ ਤੇਰੇ ਹਿਰਦੇ ਦੇ ਵਿੱਚ ਹੀ ਤੈਨੂੰ ਅੰਦਰ ਧਿਆਨ ਸਿਮਰਨ ਕਰਨ ਨੂੰ ਹੀ ਕਹਿਣਾ ਹੈ ਭਾਈ।
ਇਹ ਤਾਂ ਕੰਮ ਕਰਨਾ ਪਊਗਾ, ਇਸ ਤੋਂ ਬਗੈਰ ਤਾਂ ਗੱਲ ਬਣਨੀ ਨਹੀਂ ਹੈ। ਦਵਾਈ ਤਾਂ ਆਹੀ ਖਾਣੀ ਪੈਣੀ ਆ, ਚਾਹੇ ਜਿੱਧਰ ਮਰਜ਼ੀ ਚਲੇ ਜਾ। ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਭਾਈ, ਕਹਿੰਦੇ ਨੇ ਫਿਰ ਬਖਸ਼ਿਸ਼ ਹੋ ਜਾਊਗੀ ਤੈਨੂੰ ਉਸ ਮਾਲਕ ਪਰਮਾਤਮਾ ਦੀ ਇਸ ਦਵਾਈ ਖਾਣ ਦੇ ਨਾਲ, ਇਸ ਧਿਆਨ ਸਿਮਰਨ ਦੇ ਦੁਆਰਾ। ਤੇ ਇਸ ਕਰਕੇ ਮਨੁੱਖੀ ਜੂਨ ਮਿਲੀ ਹੋਈ ਆ ਪਿਆਰਿਆ, ਇਸ ਤੋਂ ਉੱਪਰ ਚਾਂਸ ਨਹੀਂ ਆ। ਬਸ ਆਹੀ ਜਿੰਨੀ ਮਨੁੱਖੀ ਜੂਨ ਹੈਗੀ, ਜਿੰਨੇ ਤੇਰੇ ਸਵਾਸ ਆ, ਆਹੀ ਚਾਂਸ ਹੈਗਾ ਤੇਰੇ ਕੋਲ। ਇਸ ਕਰਕੇ ਦੇਰ ਨਾ ਕਰ, ਗੁਰੂ ਨੂੰ ਮਿਲ ਪਾਈ। ਇਹ ਮੇਰੇ ਭਰਾਵਾ, ਗੁਰੂ ਨੂੰ ਮਿਲ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਗੁਰਮੁਖਾਂ ਦੀ ਸੰਗਤ ਕਰੋ। ਜਿੱਥੇ ਤੁਹਾਨੂੰ ਧਿਆਨ ਸਿਮਰਨ ਸਿਖਾਇਆ ਜਾਂਦਾ ਤੇ ਫਿਰ ਉਹਦੇ ਅਨੁਸਾਰ ਸਾਧਨਾ ਕਰੋ। ਗੁਰਮੁਖਾਂ ਦੀ ਸੰਗਤ ਜਿਹੜੀ ਹੈ ਨਾ ਗੁਰਕੀ ਸਾਹਿਬ, ਇਹ ਵੀ ਜਿਹੜੀ ਹੈਗੀ ਨਾ, ਗੁਰਮੁਖਾਂ ਦੀ ਸੰਗਤ ਵੀ ਐਸੀ ਹੋਣੀ ਚਾਹੀਦੀ ਹੈ ਕਿ ਜਿੱਥੇ ਬ੍ਰਹਮ ਗਿਆਨ ਹੋਏ, ਜਿੱਥੇ ਗੁਰਮੁਖਾਂ ਨੇ ਜਿਹੜੀ ਹੈਗੀ ਆ ਜਿਹੜੇ ਉਹਨਾਂ ਨੇ ਆਪ ਯਾਤਰਾ ਕਰ ਲਈ ਹੋਏ, ਇਸ ਤਰ੍ਹਾਂ ਦੀ ਸੰਗਤ ਮਿਲ ਜਾਏ ਜਿਹਦੇ ਵਿੱਚ ਇੱਕ ਵੀ ਹੋਏ ਨਾ ਉਹ ਜਿਹਾ, ਤਾਂ ਵੀ ਜਿਹੜੀ ਆ ਗੱਲ ਬਣ ਜਾਏਗੀ। ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਜੀ, ਗੁਰਮੁਖਾਂ ਦੀ ਸੰਗਤ ਤੁਹਾਨੂੰ ਪਤਾ ਹੀ ਆ ਕਿ ਪਛਾਣ ਕੀ ਆ। ਉਹਦੀ ਪਛਾਣ ਇਹ ਹੋਈ ਹੈ ਕਿ ਜੇ ਤੁਹਾਡੇ ਜੀਵਨ ਚ ਉਗਣ ਜਾ ਰਹੇ ਆ, ਗਿਆਨ ਪ੍ਰਗਟ ਹੋ ਰਿਹਾ ਵਾ ਤੇ ਨਿਰਵਿਚਾਰ ਹੋ ਰਿਹਾ, ਜਿੱਥੇ ਉਹ ਸੰਗਤ ਸਹੀ ਆ। ਬਿਲਕੁਲ ਠੀਕ ਆ। ਆਪਾਂ ਗੱਲਾਂ ਬਹੁਤੀਆਂ ਨਾ ਕਹੀਏ, ਕਿੱਥੇ ਕਿਹੜਾ ਕਿੱਦਾਂ ਦੀ ਸ਼ਕਲ ਹੈ ਉਹਨੂੰ ਛੱਡ ਦੀ। ਆਪਾਂ ਕਹਿੰਦੇ ਕਿ ਜੇ ਤੁਹਾਡੇ ਜੀਵਨ ਚ ਉਗਣ ਜਾ ਰਹੇ ਆ, ਪ੍ਰਕਾਸ਼ ਆ ਰਿਹਾ, ਤੇ ਤੁਹਾਨੂੰ ਆਪਣੇ ਅੰਦਰ ਪਰਮ ਸ਼ਾਂਤੀ, ਪਰਮ ਆਨੰਦ ਦੀ ਪ੍ਰਾਪਤੀ ਹੋ ਰਹੀ, ਤੇ ਸੰਗਤ ਜਿਹੜੀ ਮਰਜ਼ੀ ਭਾਵੇਂ ਜਿੱਥੇ ਮਰਜ਼ੀ ਬੈਠੇ ਜੋ, ਉਹ ਪੂਰਾ ਜਾਂ ਅਧੂਰਾ ਛੱਡ ਦਈਏ, ਉਹ ਤੁਹਾਡਾ ਸਹੀ ਆ। ਤੇ ਜੇ ਤੁਹਾਡੇ ਜੀਵਨ ਚ ਕੋਈ ਬਦਲਾਅ ਨਹੀਂ ਹੋ ਰਿਹਾ, ਤੁਸੀਂ ਓਦਾਂ ਹੀ ਬੈਠੇ ਜੋ, ਤੇ ਜੀਵਨ ਚ ਕੋਈ ਸੁੱਖ ਨਹੀਂ ਆ, ਪਰਮ ਆਨੰਦ, ਕੋਈ ਸ਼ਾਂਤੀ ਨਹੀਂ ਆ, ਕਿ ਮਾਨਸਿਕ ਤੌਰ ਤੇ ਜੇ ਤੁਸੀਂ ਦੁਖੀ ਜੋ, ਤੇ ਜੀਵਨ ਚ ਕਸ਼ਟ ਨੇ ਤੁਹਾਨੂੰ ਲੱਗ ਰਿਹਾ, ਔਰ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ ਬੈਠੇ ਜੋ, ਫਿਰ ਭਾਵੇਂ ਤੁਸੀਂ ਜਿੱਥੇ ਮਰਜ਼ੀ ਬੈਠੇ ਜੋ, ਉਹ ਸੰਗਤ ਜਿਹੜੀ ਉਹ ਖਤਰਨਾਕ ਆ, ਉੱਥੇ ਗੜਬੜ ਆ। ਠੀਕ ਹੈ ਸਾਧ ਸੰਗਤ ਜੀ। ਇਹਦੇ ਵਿੱਚ ਨਾ ਗੁਰਕੀ ਸਾਹਿਬ ਇੱਕ ਹੋਰ ਚੀਜ਼ ਹੈ, ਦੇਖੋ ਆਪਾਂ ਜਿਹੜੇ ਆਪਾਂ ਗੁਰਬਾਣੀ ਲੈ ਰਹੇ ਹਾਂ, ਗੁਰੂਆਂ ਦੀ ਜਿਹੜੀ ਹੈਗੀ, ਇਹ ਵੀ ਆਪਾਂ ਜਿਹੜੇ ਹੈਗੇ ਬ੍ਰਹਮ ਗਿਆਨੀਆਂ ਦੀ ਹੀ ਸੰਗਤ ਹੈ, ਇਹਨਾਂ ਨੇ ਯਾਤਰਾ ਕਰ ਲਈ ਹੈ, ਔਰ ਇਹ ਆਪਾਂ ਨੂੰ ਬਿਲਕੁਲ ਆਪਣੇ ਮੂੰਹ ਦੇ ਨਾਲ ਜਿਹੜੇ ਹੈਗੇ ਲਾਈਵ ਜਿਹੜਾ ਹੈਗਾ ਇਹ ਬੋਲ ਕੇ ਗਏ ਆ। ਇਹਨਾਂ ਦੀ ਸੰਗਤ ਜਿਹੜੀ ਹੈਗੀ, ਇਹ ਵੀ ਜਿਹੜੀ ਹੈਗੀ ਆ, ਜਿਹੜੀ ਆ ਪੂਰੀ ਗਾਈਡ ਆ ਪੂਰੀ ਦੀ ਪੂਰੀ। ਪਰ ਇਹ ਗੱਲ ਹੈਗੀ ਨਿੱਜਰ ਸਾਹਿਬ, ਮੈਂ ਤੁਹਾਨੂੰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਹਾਂਜੀ, ਇਹ ਨਹੀਂ ਜਿਗਿਆਸੂਆਂ ਦੀ ਕਮੀ ਆ। ਧਰਮ ਦਾ ਪ੍ਰਚਾਰ ਵੀ ਬੜਾ ਹੋ ਰਿਹਾ, ਪਰ ਨਿੱਜਰ ਸਾਹਿਬ ਜੇ ਬੰਦਾ ਕੋਈ ਗਲਤ ਜਗ੍ਹਾ ਬੈਠਾ ਨਾ, ਉੱਥੇ ਆਤਮ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ ਜੀ। ਇਹ ਭਾਵੇਂ ਮਨਿਆਸਾ, ਭਾਵੇਂ ਕਿਸੇ ਦੀ ਕਿੰਨੀ ਮਰਜ਼ੀ ਸੱਚੀ ਆ, ਪਰ ਜਿਹੜਾ ਬੰਦਾ ਜਿਹੜਾ ਗਲਤ ਜਗ੍ਹਾ ਬੈਠਾ ਰਹੇ ਨਾ, ਉੱਥੇ ਨਿੱਜਰ ਸਾਹਿਬ ਤੁਹਾਨੂੰ ਆਤਮ ਗਿਆਨ ਨਹੀਂ ਚ ਪ੍ਰਾਪਤ ਹੋਣਾ। ਨਹੀਂ, ਉੱਥੇ ਨੁਕਤਾ ਹੀ ਨਹੀਂ ਲੱਭਣਾ ਨਾ, ਨੁਕਤਾ ਹੀ ਨਹੀਂ ਲੱਭਣਾ ਆਪਾਂ ਨੂੰ। ਉਹ ਭਾਵੇਂ ਤੁਹਾਡਾ ਨੁਕਤਾ ਪੜ੍ਹ ਕੇ ਵੀ ਬੋਲ ਦੂਗਾ, ਉੱਥੇ ਫਿਰ ਵੀ ਗਤੀ ਨਹੀਂ ਹੋਣੀ ਨਿੱਜਰ ਸਾਹਿਬ ਉੱਥੇ, ਕਿਉਂਕਿ ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ, ਕਿੱਦਾਂ ਦੇ ਦੋਗੇ ਤੁਸੀਂ। ਆਪ ਮੇਰੇ ਕੋਲ, ਹੁਣ ਮੈਂ ਤੁਹਾਨੂੰ ਕਹਿਦਾ ਕਿ ਮੈਨੂੰ ਨਾਸਾ ਦੇ ਜਹਾਜ਼ ਖਰੀਦ ਕੇ ਦੇ ਦਿਓ, ਤੁਸੀਂ ਜੇ ਤੁਹਾਡੇ ਕੋਲ ਪਾਵਰ ਹੀ ਨਹੀਂ ਹੈਗੀ, ਕਿੱਦਾਂ ਦੇ ਦੋਗੇ ਮੈਨੂੰ? ਉਹ ਤੇ ਚੀਜ਼ ਮਤਲਬ ਕਿ ਸੰਗਤ ਦਾ ਮਤਲਬ ਇਹ ਹੋਈ ਨਿੱਜਰ ਸਾਹਿਬ, ਜੇ ਸਾਡੇ ਚੋਂ ਇੱਕ ਵੀ ਗੁਰਮੁਖ ਹੈਗਾ ਤੇ ਆਟੋਮੈਟਿਕਲੀ ਉਹ ਸਾਰੀ ਸੰਗਤ ਚ ਉਹਦਾ ਪ੍ਰਭਾਵ ਪੈਣਾ। ਬਿਲਕੁਲ ਪੈਣਾ ਜੀ। ਤੇ ਇਹ ਆ ਕਿ ਸਾਧ ਸੰਗਤ ਜੀ, ਆਪਾਂ ਇਹੋ ਕਹਿਣਾ ਚਾਹੁੰਦੇ ਆ ਕਿ ਇੱਥੇ ਕੋਈ ਮਾਨਸਿਕ ਗੁਲਾਮੀ ਹੋਣ ਦੀ ਲੋੜ ਨਹੀਂ ਆ, ਆਪਣੇ ਆਪ ਨੂੰ ਵੇਖਣ ਦੀ ਲੋੜ ਹੈ। ਬਸ ਆਪਣੀ ਗਤੀ ਵੇਖੋ, ਆਪਣੇ ਜੀਵਨ ਨੂੰ ਵੇਖੋ। ਤੁਹਾਡਾ ਜੇ ਜੀਵਨ ਉੱਪਰ ਜਾ ਰਿਹਾ ਤਾਂ ਬਹੁਤ ਵਧੀਆ, ਤੇ ਜੇਕਰ ਜੀਵਨ ਚ ਆਪਾਂ ਨੂੰ ਕੁਛ ਮਹਿਸੂਸ ਹੋ ਰਿਹਾ, ਪ੍ਰੋਗਰੈਸ ਹੋਣੀ ਨਹੀਂ ਹੋ ਰਹੀ, ਤੇ ਨੈਚੁਰਲੀ ਆ ਕਿ ਸਾਨੂੰ ਆਪਣੇ ਜੀਵਨ ਨੂੰ ਵੇਖਣ ਦੀ ਲੋੜ ਹੈ। ਬਾਣੀ ਉਹ ਕਹਿੰਦੀ ਹੈ, ਜੇ ਪ੍ਰੋਗਰੈਸ ਨਹੀਂ ਹੋ ਰਹੀ, ਜੀਵਨ ਕਿਸੇ ਦਾ ਨਹੀਂ ਹੈਗਾ। ਜੀਵਨ ਤੁਹਾਡਾ ਵਾ, ਨਾ ਮੇਰਾ ਤੇ ਨਾ ਨਿੱਜਰ ਸਾਹਿਬ ਦਾ। ਇਹ ਤੇ ਹਰ ਇੱਕ ਦਾ ਆਪਣਾ ਜੀਵਨ ਹੈ, ਤੇ ਉਹਨੂੰ ਆਪਣਾ ਸਫ਼ਰ ਪੂਰਾ ਕਰਨਾ ਪੈਣਾ। ਹਾਂਜੀ ਨਿੱਜਰ ਸਾਹਿਬ, ਮੈਂ ਕਹਿ ਰਿਹਾ ਸੀਗਾ, ਜੇ ਪ੍ਰੋਗਰੈਸ ਨਹੀਂ ਹੋ ਰਹੀ ਨਾ, ਤੇ ਫਟਾਫਟ ਭਾਈ ਵੋਟ ਬਦਲ ਲਓ। ਪਰ ਨਿੱਜਰ ਸਾਹਿਬ ਬੜੀ ਔਖਾ ਵੋਟ ਚ ਉਤਰਨਾ, ਮੈਂ ਵੇਖਿਆ ਨਾ, ਬੜੀ ਦੁਨੀਆ ਡੁੱਬ ਜਾਂਦੀ ਹੈ। ਬਿਲਕੁਲ ਸਹੀ ਹੈ ਜੀ। ਮੋਹ ਬੜਾ ਮਾੜਾ ਹੁੰਦਾ ਹੈ। ਬੰਦੇ ਦਾ ਗਿਆਨ ਹੀ ਬੰਦੇ ਨੂੰ ਡੋਬ ਲੈਂਦਾ। ਉਹ ਬੜਾ ਮੁਸ਼ਕਲ ਹੈ ਨਿੱਜਰ ਸਾਹਿਬ, ਬਹੁਤ ਔਖਾ। ਜਿਹੜਾ ਬੰਦਾ ਬਾਹਰੋਂ ਗਲਤ ਚੱਲਿਆ ਹੋਵੇ ਨਾ, ਤੇ ਉਹ ਡਾਇਰੈਕਸ਼ਨ ਬਦਲ ਲੈਂਦਾ, ਪਰ ਜਿਹੜਾ ਬੰਦਾ ਅੰਦਰੋਂ ਗਲਤ ਚੱਲਿਆ ਨਾ, ਉਹਦੇ ਲਈ ਮੁੜਨਾ ਬਹੁਤ ਔਖਾ ਜੀ। ਬਹੁਤ ਔਖਾ ਹੈ ਜੀ, ਬਹੁਤ ਔਖਾ। ਬਿਲਕੁਲ ਜਿਹੜਾ ਨਾ ਕਹਿੰਦੇ ਆ ਨਾ, ਉਹਨੂੰ ਉਹ ਕਹਿੰਦੇ ਆ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਹੈਗਾ ਅਗਲੇ ਨੂੰ ਜਿਹੜਾ ਹੈਗਾ ਉਹ ਸੋਚ ਸ਼ਕਤੀ ਪੂਰੀ ਦੀ ਪੂਰੀ ਉਹਦੇ ਤੇ ਕਾਬੂ ਕਰ ਲੈਂਦੇ, ਉਹਦੇ ਤੇ ਪੂਰਾ ਦਾ ਪੂਰਾ ਉਹਨਾਂ ਨੂੰ ਉਹਦਾ ਬ੍ਰੇਨ ਵਾਸ਼ ਕਰ ਦਿੰਦੇ ਬੰਦੇ ਦਾ। ਬਿਲਕੁਲ।
ਸਾਡਾ ਗੁਰੂ ਤੇ ਸਾਡਾ ਦਰਬਾਰ, ਫਿਰ ਉਹ ਤੇ ਗੜਬੜ ਹੋ ਜਾਂਦੀ। ਉਹ ਫਿਰ ਉਹ ਬੰਦੇ ਦਾ ਬ੍ਰੇਨ ਜਦੋਂ ਵਾਸ਼ ਕਰ ਦਿੰਦੇ ਫਿਰ ਬੜਾ ਔਖਾ ਉੱਥੋਂ ਨਿਜਰਨਾ। ਨਿਜਰ ਸਾਹਿਬ ਉਹ ਟਰੈਪ ਹੋ ਜਾਂਦਾ। ਤੁਸੀਂ ਵੇਖਿਆ ਨੇ ਤੋਤੇ ਨੂੰ ਜੇ ਤੋਤੇ ਨੂੰ ਪਿੰਜਰੇ ਚ ਪਾ ਦਈਏ 6-7 ਮਹੀਨੇ, ਮੁੜ ਕੇ ਉਹਨੂੰ ਬਾਹਰ ਕੱਢੋਗੇ ਤੋਤਾ ਉੱਥੋਂ ਬਾਹਰ ਨਹੀਂ ਨਿਕਲ ਸਕਦਾ। ਨਹੀਂ ਨਿਕਲਦਾ। ਹਾਂਜੀ ਹਾਂਜੀ। ਕਿਉਂਕਿ ਉਹ ਕਾਈਂਡ ਆਫ ਤੁਹਾਡੇ ਨਾ ਬੜੀ ਇਫੈਕਟ ਕਰਦਾ। ਜਦੋਂ ਬੰਦਾ ਕਿਤੇ ਬਹਿ ਜਾਂਦਾ ਨਾ ਫਿਰ ਉੱਥੋਂ ਬੜਾ ਔਖਾ ਉੱਥੋਂ ਉੱਠਣਾ, ਕਿਉਂਕਿ ਉਹਨਾਂ ਐਸੀਆਂ ਚੀਜ਼ਾਂ ਦਿਖਾ ਦਿੰਦੇ ਨੇ, ਇੰਨੀਆਂ ਚੀਜ਼ਾਂ ਦਿਮਾਗ 'ਚ ਪਾ ਦਿੰਦੇ ਨੇ, ਉਹ ਬੰਦਾ ਫਿਰ ਉਹੀ ਚੱਕਰ 'ਚ ਰਹਿੰਦਾ। ਹੁਣ ਜਿਹੜਾ ਰਾਧਾ ਸਵਾਮੀ ਵਾਲਾ ਕੋਈ ਜਿਹੜਾ ਜਾਂਦੇ ਨੇ ਲੋਕ, ਉੱਥੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਉੱਥੇ ਬੜੀ ਦੁਨੀਆ ਜਾਂਦੀ ਆ ਤੇ ਉਹ ਬਿਸਕੁਟ ਪੈਕ ਕਰਾਉਂਦੇ, ਨਾ ਤੋਂ ਕਦੇ ਰਸ ਪੈਕ ਕਰਾਉਂਦੇ ਆ, ਬੜਾ ਕੰਮ ਕਰਾਉਂਦੇ ਆ ਲੋਕੀ, ਫ੍ਰੀ ਲੇਬਰ ਨੇ ਸਭ। ਬਿਲਕੁਲ। ਉਹ ਵੇਖ ਲਓ, ਉਹ ਲੋਕੀ ਇਹ ਸੋਚਦੇ ਕਿ ਉਹ ਧਰਮ ਆ, ਪਰ ਇਹ ਨਹੀਂ ਸੋਚਦੇ ਕਿ ਜਿਹੜਾ ਸਮਾਨ ਤੁਸੀਂ ਪੈਕ ਕਰਨ ਦੇ ਜਾਂ ਜਿਹੜੀ ਪੈਕਿੰਗਾਂ ਕਰਨ ਦੇ ਜਾਂ ਬਣਾਉਣ ਦੇ ਜੋ, ਇਹ ਤੇ ਤੁਹਾਨੂੰ ਐਜ਼ ਮਜ਼ਦੂਰ ਦੀ ਤੌਰ ਤੇ ਵਰਤਣ ਦੇ ਲੋਕਾਂ ਨੂੰ। ਪਰ ਇਹ ਕਿਹੜੀ ਸੇਵਾ? ਜੇ ਹਾਂ ਸੇਵਾ ਕਰਨੀ ਹੈ ਤੇ ਆਪਣੇ ਆਂਢ ਗੁਆਂਢ ਕਰੋ। ਤੁਸੀਂ ਆਪਣੇ ਪਿੰਡ ਦੀ ਤੇ ਕੋਈ ਸੇਵਾ ਕਰਦੇ ਨਹੀਂ ਪਏ, ਤੁਸੀਂ 40-50 ਕਿਲੋਮੀਟਰ ਦੂਰ ਜਾ ਕੇ ਤੇ ਸੇਵਾ ਕਰਨ ਦੇ ਜੇ, ਤੇ ਪ੍ਰਮਾਤਮਾ ਤੇ ਕਹਿੰਦੇ ਕਣ ਕਣ 'ਚ ਵਸਣ ਦੇ ਆ। ਜੇ ਸੇਵਾ ਕਰਨੀ ਆਪਣੇ ਘਰੇ ਕਰੋ, ਆਪਣੇ ਬਜ਼ੁਰਗਾਂ ਨੂੰ ਵੇਖੋ। ਤੁਸੀਂ ਘਰੇ ਤੇ ਕਿਸੇ ਨੂੰ ਵੇਖਿਆ ਨਹੀਂ, ਉੱਥੇ ਜਾ ਕੇ ਸੇਵਾ ਕਰਦੇ ਆ, ਉਹ ਪ੍ਰਮਾਤਮਾ ਤੁਹਾਡੀ ਸੇਵਾ ਐਕਸੈਪਟ ਕਰੂਗਾ। ਹਾਂ ਠੀਕ ਹੈ ਨਾ ਜੀ ਸਾਹਿਬ? ਠੀਕ ਹੈ ਜੀ, ਬਹੁਤ ਅੱਜ ਵਿਚਾਰੇ ਇੱਥੇ ਸਵਾ ਲੱਗ ਗਿਆ ਇਹਨਾਂ ਤੇ ਰਾਧਾ ਸਵਾਮੀ ਵਾਲਿਆਂ ਤੇ ਅੱਜ ਫਿਰ। ਨਹੀਂ ਕੋਈ ਨਹੀਂ ਗੋਰਖੀ ਸਾਹਿਬ ਦੇਖੋ, ਅਸੀਂ ਤੇ ਨਹੀਂ ਸਾਧ ਸੰਗਤ ਜੀ ਕੋਈ ਰਾਧਾ ਸਵਾਮੀਆਂ ਦੇ ਜਾਂ SGPC ਦੇ ਖਿਲਾਫ ਥੋੜੀ ਹੈ। ਅਸੀਂ ਤੇ ਗਲਤ ਕੰਮ ਦੇ ਖਿਲਾਫ ਹੈ। ਅਸੀਂ ਤੇ ਇਹ ਕਹਿੰਦੇ ਆ ਕਿ ਜਿੱਥੇ ਜਿੱਦਾਂ ਡਾਕਟਰ ਦੱਸਦਾ ਹੈ ਨਾ ਕਿ ਇੱਥੇ ਤੇ ਬਿਮਾਰੀ ਹੈਗੀ ਆ ਤੇ ਬਸ ਪਰਹੇਜ਼ ਕਰਿਆ ਕਰੋ। ਬਸ ਅਸੀਂ ਤੇ ਇਹ ਕਹਿੰਦੇ ਹਾਂ, ਚਾਹੇ ਨੂਰ ਮਹਿਲੀ ਹੈ ਜਾਂ ਨਿਰੰਕਾਰੀ ਹੈ, ਸਾਨੂੰ ਕਹਿੰਦਾ ਲੈਣਾ ਦੇਣਾ ਥੋੜੀ ਹੈਗਾ। ਅਸੀਂ ਤੇ ਇਹ ਕਹਿੰਦੇ ਹਾਂ ਕਿ ਇਹ ਲੋਕ ਕਾਫੀ ਨੇ ਆਪਣੇ ਮਾਰਗ ਤੋਂ ਜਿਹੜੇ ਨਾ ਭਟਕ ਗਏ ਨੇ, ਇਹਨਾਂ ਨੂੰ ਥੋੜਾ ਜਿਹਾ ਧਿਆਨ ਰਿਹਾ ਕਰੋ। ਆਪਣੇ ਜੀਵਨ ਨੂੰ ਵੇਖੋ, ਜੀਵਨ ਤੁਹਾਡਾ ਨਸ਼ਟ ਹੋ ਜਾਣਾ, ਕਿਸੇ ਦਾ ਕੁਛ ਨਹੀਂ ਹੋ ਜਾਣਾ, ਕਿਸੇ ਦਾ ਕੁਛ ਨਹੀਂ ਜੇ ਜਾਣਾ। ਹਾਂਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਠੀਕ ਹੈ ਜੀ। ਕਿਉਂਕਿ ਗਲਤ ਕਿਸ਼ਤੀ 'ਚ ਬੈਠਿਆ ਬੰਦਾ ਪਹੁੰਚਦਾ ਨਹੀਂ, ਜੇ ਭਾਵੇਂ ਜੋ ਮਰਜ਼ੀ ਹੈ। ਭਾਵੇਂ ਤੁਸੀਂ ਦਿੱਲੀ ਜਾਣਾ ਵਾ, ਤੁਹਾਡੇ ਦਿਲ 'ਚ ਹੈਗਾ, ਪਰ ਤੁਸੀਂ ਬੈਠੇ ਜਲੰਧਰ ਦੀ ਬੱਸ ਤੇ ਜੇ, ਤੁਸੀਂ ਦਿੱਲੀ ਨਹੀਂ ਜਾ ਸਕਦੇ। ਬਿਲਕੁਲ ਠੀਕ ਹੈ। ਅਧਿਆਤਮਕ ਸਫ਼ਰ ਵੀ ਏਦਾਂ ਦਾ ਹੀ ਆ, ਤੁਹਾਡੇ ਮਨ ਨੇ ਛੱਡਣਾ ਹੀ ਨਹੀਂ ਉਹ ਚੀਜ਼ ਨੂੰ। ਉਹ ਤੁਹਾਡੇ ਉਹ ਮਨ ਚਿੱਤ 'ਚ ਤੇ ਉਹ ਬੈਠਾ ਸਭ ਕੁਛ, ਉਹ ਜਿਹੜਾ ਉਹਨੇ ਬੜਾ ਔਖਾ ਮੁਕਤ ਹੋਣਾ। ਠੀਕ ਹੈ ਜੀ, ਓਕੇ ਜੀ। ਸਾਡਾ ਫਰਜ਼ ਬਣਦਾ ਕਹਿਣਾ, ਤੁਸੀਂ ਮੰਨੋ ਜਾਂ ਨਾ ਮੰਨੋ, ਉਹ ਤੁਹਾਡਾ ਇੰਡੀਵਿਜੂਅਲ ਫੈਸਲਾ ਹੈ, ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ, ਉਹ ਤੁਹਾਡਾ ਵਿਅਕਤੀਗਤ ਫੈਸਲਾ ਹੈ। ਓਕੇ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਮੈਂ ਥੋੜੀ ਜਿਹੀ ਰਿਕੁਐਸਟ ਕਰਨੀ ਸੀਗੀ। ਵਾਹਿਗੁਰੂ, ਆਪਾਂ ਨੂੰ ਫਿਰ ਵੀ ਪੰਜਾਬ ਨਾਲ ਪਿਆਰ ਆ ਤੇ ਆਪਾਂ 5 ਮਿੰਟ ਨਾਮ ਸਿਮਰਨ ਪੰਜਾਬ ਦੇ ਨਾਂ ਤੇ, ਜਿਵੇਂ ਆਪਾਂ ਜਦੋਂ ਵੀ ਕੋਈ ਇਕੱਲਾ ਬੈਠਾ ਆ ਜਾਂ 5 ਚੌਪਈ ਸਾਹਿਬ ਦੇ ਪਾਠ ਜਾਂ ਸਿਮਰਨ, ਆਪਾਂ ਇਹ ਵੀ ਉਹ ਧਰਤੀ ਤੇ ਸੁੱਖ ਸ਼ਾਂਤੀ ਰਹੇ ਆਪਾਂ ਕਰ ਸਕਦੇ ਆ ਸਾਰੇ ਜਾਣੇ, ਜਦੋਂ ਵੀ ਟਾਈਮ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ, ਇੱਕ ਓਂਕਾਰ। ਹਾਂਜੀ ਨਿੱਜ ਸਾਹਿਬ ਕੁਝ ਕਹਿਣਾ ਚਾਹੁੰਦੇ ਆ? ਨਹੀਂ, ਮੈਂ ਕਿਹਾ ਸ਼ੁਰੂ ਕਰੀਏ। ਹਾਂਜੀ, ਸ਼ੁਰੂ ਕਰੀਏ ਆਪਾਂ। ਹਾਂਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਸਾਧ ਸੰਗਤ ਜੀ, ਜੇ ਤੁਸੀਂ ਪਾਠ ਦੀ ਗੱਲ ਕਰਦੇ ਜੇ ਨਾ, ਪਾਠ ਤੁਸੀਂ ਸ਼ਾਂਤ ਹੋ ਗਏ ਨਾ, ਸਾਰੀ ਦੁਨੀਆ ਆਪਣੇ ਆਪ ਹੀ ਸ਼ਾਂਤ ਹੋ ਜਾਣੀ ਹੈ। ਤੁਸੀਂ ਫਿਰ ਆਪਣੀ ਜ਼ਿੰਮੇਵਾਰੀ ਚੁੱਕੋ, ਆਪਣੇ ਆਪ ਨੂੰ ਸ਼ਾਂਤ ਕਰੋ। ਜਦੋਂ ਅਸੀਂ ਸ਼ਾਂਤ ਹੋ ਗਏ ਨਾ ਤਾਂ ਸਾਰਾ ਸੰਸਾਰ ਸਾਡੇ ਤੋਂ ਵੱਖਰਾ ਨਹੀਂ ਹੈਗਾ। ਸਾਡੀ ਜਿਹੜੀ ਸ਼ਾਂਤੀ ਆ ਉਹ ਸੰਸਾਰ 'ਚ ਹੀ ਫੈਲਣੀ ਹੈ। ਤੁਸੀਂ ਗੁਲਾਬ ਦਾ ਫੁੱਲ ਵੇਖੋ, ਗੁਲਾਬ ਦੇ ਫੁੱਲ ਦੀ ਖੁਸ਼ਬੂ ਹਵਾ 'ਚ ਵੀ ਜਾਂਦੀ ਆ, ਮਿੱਟੀ 'ਚ ਵੀ ਜਾਂਦੀ ਆ, ਆਕਾਸ਼ 'ਚ ਵੀ ਜਾਂਦੀ ਆ, ਪਾਣੀ ਦੇ ਨਾਲ ਗਿਆ ਤਾਂ ਪਾਣੀ 'ਚ ਆ ਜਾਣੀ। ਤੁਸੀਂ ਆਪਣੇ ਆਪ ਨੂੰ ਦੇਖੋ ਬਸ। ਇਹ ਜਿਹੜਾ ਆਪਾਂ ਕੋਈ ਪੰਜਾਬ ਦੇ ਲਈ ਜਾਂ ਇੰਡੀਆ ਦੇ ਲਈ ਨਹੀਂ ਕਰ ਰਹੇ, ਆਪਾਂ ਸਾਰੀ ਧਰਤੀ ਲਈ ਕਰ ਰਹੇ ਹਾਂ। ਜੇ ਆਪਾਂ ਪ੍ਰਮਾਤਮਾ ਦੀ ਭਗਤੀ ਕਰ ਰਹੇ ਹਾਂ ਤੇ ਇਹਦਾ ਮਤਲਬ ਕਿ ਅਸੀਂ ਕੋਈ ਵਿਅਕਤੀਗਤ ਪੰਜਾਬ ਜਾਂ ਇੰਡੀਆ ਜਾਂ ਪਾਕਿਸਤਾਨ ਐਰਾ ਵਗੈਰਾ ਨਹੀਂ ਸਾਡੇ ਲਈ। ਸਾਡੇ ਲਈ ਸਾਰੀ ਮਨੁੱਖਤਾ ਹੀ ਇੱਕੋ ਬਰਾਬਰ ਹੈ। ਅਸੀਂ ਚਾਹੁੰਦੇ ਕਿ ਸਾਰੀ ਮਨੁੱਖਤਾ ਹੀ ਚੰਗੀ ਹੋ ਜਾਏ। ਉਸੇ ਲਈ ਅਸੀਂ ਪ੍ਰਮਾਤਮਾ ਦੀ ਭਗਤੀ ਕਰ ਰਹੇ ਹਾਂ ਔਰ ਇਸੇ ਦਿਸ਼ਾ ਵੱਲ ਗਤੀ ਕਰ ਰਹੇ ਹਾਂ। ਔਰ ਤੁਸੀਂ ਵੀ ਹਮੇਸ਼ਾ ਹੀ ਪਾਰਟੀਕੂਲਰਲੀ ਇੱਕ ਜਗ੍ਹਾ ਦੀ ਨਾ ਸੋਚਿਆ ਕਰੋ। ਇਹ ਦੇਖੋ, ਪ੍ਰਮਾਤਮਾ ਦੀ ਰਜ਼ਾ ਵਾ ਔਰ ਉਹਦੀ ਰਜ਼ਾ ਜੋ ਹੈਗੀ ਆ ਓਦਾਂ ਹੀ ਚੱਲ ਰਿਹਾ ਸਾਰਾ ਕੁਝ। ਔਰ ਜੋ ਕੁਦਰਤ ਨੂੰ ਮਨਜ਼ੂਰ ਹੈ ਹੋਣਾ ਉਹੀ ਆ। ਬਟ ਇਹ ਆ ਕਿ ਆਪਾਂ ਮਤਲਬ ਸੋਚਦੇ ਹਾਂ ਨਾ, ਆਪਾਂ ਇਹਨਾਂ ਸੋਚੀਏ ਕਿ ਸਾਡਾ ਪੰਜਾਬ ਸੌਖਾ ਹੋ ਜਾਏ ਜਾਂ ਦੂਜਾ ਸੌਖਾ ਹੋ ਜਾਏ
ਦੇਖੋ ਇਸ ਸੰਸਾਰ ਨੂੰ ਜਿੰਨਾ ਚਿਰ ਆਪਾਂ ਘਰ ਨਹੀਂ ਨਾ ਸਮਝਦੇ ਉਹਨਾਂ ਚਿਰ ਤੱਕ ਸਾਡਾ ਮਨ ਜਿਹੜਾ ਨਾ ਸ਼ਾਂਤ ਨਹੀਂ ਹੋਣਾ। ਅਸੀਂ ਚਾਹੁੰਦੇ ਕਿ ਸਾਰੀ ਧਰਤੀ ਸ਼ਾਂਤ ਹੋਵੇ ਔਰ ਸਭ ਤੋਂ ਪਹਿਲਾਂ ਅਸੀਂ ਸ਼ਾਂਤ ਹੋ ਜਾਈਏ। ਅਸੀਂ ਜਦੋਂ ਸ਼ਾਂਤ ਹੋ ਜਾਵਾਂਗੇ ਤਾਂ ਸਾਰੀ ਧਰਤੀ ਸਾਡੇ ਤੋਂ ਵੱਖਰੀ ਨਹੀਂ ਹੈਗੀ, ਆਪਣੇ ਆਪ ਹੀ ਸਾਰੀ ਧਰਤੀ ਦਾ ਅਸਰ ਹੋ ਜਾਣਾ।